ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ ਤੁਹਾਡੇ ਸਭ ਦੇ? ਹੋਪ ਸੋ ਤੁਸੀਂ ਸਾਰੇ ਵਧੀਆ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਸੋ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਕੋਲ SI ਦਾ 23 ਅਗਸਤ ਸ਼ਿਫਟ ਦਾ ਐਗਜ਼ਾਮ। ਉਹਦੇ ਵਿੱਚ ਜਿਹੜੇ ਵੀ ਮੈਥਮੈਟਿਕਸ ਦੇ ਕੁਐਸਚਨਸ ਪੁੱਛੇ ਗਏ ਸੀਗੇ, ਸੋ ਸਾਰੇ ਉਹ ਕੁਐਸਚਨਸ ਆਪਾਂ ਅੱਜ ਕਰਨੇ ਨੇ। ਤੇ ਲਾਸਟ ਟਾਈਮ ਨਾ ਇੱਕ ਕੁਐਸਚਨ ਸੀਗਾ ਤੇ ਮੈਂ ਇਹਦੇ ਵਿੱਚ ਐਡ ਕਰਨਾ ਭੁੱਲ ਗਈ ਹਾਂ PPT ਦੇ ਵਿੱਚ। ਬਟ ਉਹ ਕੁਐਸਚਨ ਦੇ ਵਿੱਚ ਨਾ ਆਪਣੇ ਕੋਲ ਸਬਟ੍ਰੈਕਸ਼ਨ ਜਦੋਂ ਆਪਾਂ ਕਰਦੇ ਸੀਗੇ, ਸਬਟ੍ਰੈਕਸ਼ਨ ਕਰਕੇ ਆਪਣੇ ਕੋਲ 400 ਜਿਹੜਾ ਸਬਟ੍ਰੈਕਸ਼ਨ ਕਰਕੇ ਆਪਣੇ ਕੋਲ 1507 ਆ ਰਿਹਾ ਸੀਗਾ, ਹੈ ਨਾ। ਪਰ ਉਹ 1507 ਨਹੀਂ ਆਉਣਾ ਹੈਗਾ। ਉੱਥੇ ਸਬਟ੍ਰੈਕਸ਼ਨ ਦੇ ਵਿੱਚ ਮਿਸਟੇਕ ਆ। ਉਹ ਕੁਐਸਚਨ ਦੇ ਵਿੱਚ ਮੈਂ ਲਾਈਕ ਜਦੋਂ ਆਪਾਂ ਰਿਕਾਰਡ ਕਰਦੇ ਆ ਨਾ ਹੋ ਜਾਂਦੀ ਹੈ ਗਲਤੀ। ਸੋ ਸਬਟ੍ਰੈਕਸ਼ਨ ਦੇ ਵਿੱਚ ਮਿਸਟੇਕ ਆ ਉਸ ਕੁਐਸਚਨ ਦੇ ਵਿੱਚ। ਤਾਂ ਉਹ ਕੁਐਸਚਨ ਹੈ ਨਾ ਜਿਹੜਾ ਵੀ ਹੈਗਾ ਮੈਂ ਤੁਹਾਨੂੰ ਨੈਕਸਟ ਟਾਈਮ ਕਰਵਾ ਦੂੰਗੀ। ਮੈਂ ਅੱਜ PPT ਦੇ ਵਿੱਚ ਐਡ ਕਰਨਾ ਭੁੱਲ ਗਈ ਹਾਂ ਉਹ ਕੁਐਸਚਨ, ਠੀਕ ਹੈ। ਤਾਂ ਨੈਕਸਟ ਟਾਈਮ ਪੱਕਾ ਮੈਂ ਤੁਹਾਨੂੰ ਕਰਵਾ ਦੂੰਗੀ, ਠੀਕ ਹੈ। ਸੋ ਚਲੋ ਸਟਾਰਟ ਕਰਦੇ ਹਾਂ ਜੀ ਆਪਾਂ ਆਪਣਾ ਅੱਜ ਦਾ ਸੈਸ਼ਨ। ਅੱਜ ਦੇ ਸੈਸ਼ਨ ਦਾ ਫਸਟ ਕੁਐਸਚਨ ਹੈਗਾ ਜੀ, X and Y undertake to do a piece of work for 900। ਕਹਿੰਦੇ X ਤੇ Y ਆ, ਦੋਨੋਂ ਜਾਣੇ ਕੰਮ ਕਰਦੇ ਨੇ, ਠੀਕ ਹੈ। ਦੋਨਾਂ ਨੂੰ ਉਸ ਕੰਮ ਦਾ 900 ਰੁਪਇਆ ਮਿਲਦਾ, ਠੀਕ ਹੈ, ਦੋਨਾਂ ਨੂੰ ਟੋਟਲ। ਕਹਿੰਦੇ ਜਿਹੜਾ X ਆ, X can do it in 4 days, ਮਤਲਬ X ਉਸ ਕੰਮ ਨੂੰ 4 ਦਿਨਾਂ ਦੇ ਵਿੱਚ ਕਰ ਸਕਦਾ ਹੈ। ਤੇ Y can alone do it in 6 days, ਤੇ Y ਉਸ ਕੰਮ ਨੂੰ 6 days ਚ ਕਰ ਸਕਦਾ ਹੈ। and with the help of Z, ਜੇ ਤਿੰਨੋਂ ਕੰਮ ਕਰਨ, ਮਤਲਬ with the help of Z ਕੰਮ ਕਿੰਨੇ ਦਿਨਾਂ ਚ ਹੋ ਜਾਂਦਾ ਹੈ? 2 ਦਿਨਾਂ ਚ ਹੋ ਜਾਂਦਾ ਹੈ। ਸੋ ਇਹ ਸਾਡਾ ਕੁਐਸਚਨ ਹੈ। X ਇੱਕ ਕੰਮ ਨੂੰ 4 ਦਿਨਾਂ ਚ ਕਰਦਾ ਹੈ, Y ਇੱਕ ਕੰਮ ਨੂੰ 6 ਦਿਨਾਂ ਚ ਕਰਦਾ ਹੈ, ਤੇ ਜਦੋਂ ਤਿੰਨੋਂ ਮਿਲ ਕੇ ਇੱਕ ਕੰਮ ਨੂੰ ਕਰਨ ਤਾਂ ਕੰਮ 2 ਦਿਨਾਂ ਦੇ ਵਿੱਚ ਹੋ ਜਾਂਦਾ ਹੈ। ਸੋ ਇਹ ਸਾਡਾ ਕੁਐਸਚਨ ਹੈ। ਤੇ ਉਹ ਪੁੱਛ ਰਹੇ ਨੇ ਕਿ 900 ਰੁਪਈਆ ਹੈ ਟੋਟਲ, ਹੈ ਨਾ, ਕਿ 900 ਰੁਪਈਆ ਹੈ। 900 ਰੁਪਈਏ ਨੂੰ ਅਗਰ ਤਿੰਨਾਂ ਦੇ ਵਿੱਚ ਡਿਵਾਈਡ ਕਰਨਾ ਹੋਵੇ ਤਾਂ ਪਰ ਪਰਸਨ ਕਿੰਨੇ ਕਿੰਨੇ ਪੈਸੇ ਮਿਲਣਗੇ, ਆਪਾਂ ਨੇ ਇਹ ਦੱਸਣਾ, ਠੀਕ ਹੈ। ਸਾਡਾ ਕੁਐਸਚਨ ਇਹ ਆ ਕਿ ਸ਼ੇਅਰ ਕੀ ਹੋਊਗਾ ਤਿੰਨਾਂ ਦਾ, X ਨੂੰ ਕਿੰਨੇ ਮਿਲਣਗੇ, Y ਨੂੰ ਕਿੰਨੇ ਮਿਲਣਗੇ, Z ਨੂੰ ਕਿੰਨੇ ਮਿਲਣਗੇ। ਸੋ ਡਿਪੈਂਡ ਕਰਦਾ ਉਹਨਾਂ ਨੇ ਕੰਮ ਕਿੰਨਾ ਕੀਤਾ, ਪੈਸੇ ਤਾਂ ਉਨੇ ਹੀ ਮਿਲਣਗੇ ਨਾ ਜਿੰਨਾ ਉਹਨਾਂ ਨੇ ਕੰਮ ਕੀਤਾ। ਸਭ ਤੋਂ ਪਹਿਲਾਂ ਸਾਨੂੰ ਇਹ ਸਭ ਤੋਂ ਪਹਿਲਾਂ ਜਿਹੜੇ ਇਦਾਂ ਦੇ ਕੁਐਸਚਨਸ ਹੁੰਦੇ ਨੇ ਨਾ ਵਰਕ ਐਂਡ ਟਾਈਮ ਦੇ, ਉਹਦੇ ਵਿੱਚ ਸਭ ਤੋਂ ਫਸਟ ਟਾਸਕ ਕੀ ਹੁੰਦਾ ਕਿ ਅਸੀਂ ਟੋਟਲ ਵਰਕ ਕੱਢਣਾ ਹੈ। ਟੋਟਲ ਵਰਕ ਕੱਢਣਾ ਹੈ। ਟੋਟਲ ਵਰਕ ਅਸੀਂ ਕਿੱਦਾਂ ਕਰਦੇ ਹਾਂ? ਤਿੰਨਾਂ ਦਾ ਐਲਸੀਐਮ ਲੈ ਕੇ। 6 4 ਤੇ 2, 6 4 ਤੇ 2 ਦਾ ਐਲਸੀਐਮ ਆਊਗਾ 12 ਯੂਨਿਟ, ਠੀਕ ਹੈ। ਐਲਸੀਐਮ ਕਿੱਦਾਂ ਕੱਢਦੇ ਆ ਤੁਹਾਨੂੰ ਸਭ ਨੂੰ ਪਤਾ ਹੋਊਗਾ, ਬਹੁਤ ਹੀ ਸਿੰਪਲ ਜੀ ਗੱਲ ਆ, ਠੀਕ ਹੈ। ਐਲਸੀਐਮ ਕੱਢ ਲੈਣਾ ਆਪਾਂ ਨੇ 4 6 ਤੇ 2 ਦਾ। ਜਦ ਆਪਾਂ ਐਲਸੀਐਮ ਕੱਢਾਂਗੇ 4 6 ਤੇ 2 ਦਾ, ਉਹ ਆ ਜਾਊਗਾ 12 ਯੂਨਿਟ। ਸੋ ਇਟ ਮੀਨਸ ਟੋਟਲ ਕੰਮ ਸਾਡੇ ਕੋਲ ਕਿੰਨਾ ਹੈ? ਟੋਟਲ ਕੰਮ ਸਾਡੇ ਕੋਲ ਹੈਗਾ 12 ਯੂਨਿਟ। ਸੋ X ਜਿਹੜਾ ਹੈਗਾ ਇਹ 4 ਦਿਨਾਂ ਦੇ ਵਿੱਚ 12 ਯੂਨਿਟ ਕਰਦਾ, ਮਤਲਬ ਇੱਕ ਦਿਨ ਚ 3 ਯੂਨਿਟ ਕਰਦਾ ਹੋਣਾ। 4 ਤੀਏ 12 ਹੁੰਦਾ ਨਾ, ਇਟ ਮੀਨਸ ਇੱਕ ਦਿਨ ਚ 3 ਯੂਨਿਟ ਕਰਦਾ ਹੋਣਾ। Y ਜਿਹੜਾ ਹੈਗਾ ਏ, Y 6 ਦਿਨਾਂ ਦੇ ਵਿੱਚ 12 ਯੂਨਿਟ ਕਰਦਾ, ਮਤਲਬ ਇੱਕ ਦਿਨ ਚ 2 ਯੂਨਿਟ ਕਰਦਾ ਹੋਣਾ। 6 ਦੂਣੀ 12 ਹੁੰਦਾ। ਇਹ ਤਿੰਨੋਂ ਮਿਲ ਕੇ ਕਰਨ, X Y and Z, ਇਹ 2 ਦਿਨਾਂ ਚ ਕੰਮ ਨੂੰ ਕੰਪਲੀਟ ਕਰ ਦਿੰਦੇ ਨੇ। ਮਤਲਬ ਇੱਕ ਦਿਨ ਚ ਕਿੰਨਾ ਕਰਦੇ ਨੇ? 6 ਯੂਨਿਟ ਕਰਦੇ ਨੇ, ਠੀਕ ਹੈ। 2 ਛਿੱਕੇ 12 ਹੁੰਦਾ, ਮਤਲਬ ਇੱਕ ਦਿਨ ਚ 6 ਯੂਨਿਟ ਕਰਦੇ ਨੇ। ਹੁਣ ਇੱਥੋਂ ਦੇਖੋ ਆਪਾਂ ਨੂੰ X ਦਾ ਇਕੱਲੇ ਦਾ ਪਤਾ ਵੀ X ਇੱਕ ਦਿਨ ਚ 3 ਯੂਨਿਟ ਕਰਦਾ ਹੈ, Y ਇੱਕ ਦਿਨ ਚ 2 ਯੂਨਿਟ ਕਰਦਾ ਹੈ, ਠੀਕ ਹੈ। ਪਰ ਆਪਾਂ ਨੂੰ Z ਦਾ ਨਹੀਂ ਪਤਾ, ਤਾਂ ਆਪਾਂ ਇੱਥੇ X ਤੇ Y ਦੀ ਵੈਲਿਊ ਪੁੱਟ ਕਰ ਦਿੰਦੇ ਹਾਂ। X plus Y ਕਿੰਨਾ? 5 ਆ ਜਾਊਗਾ, 3 ਤੇ 2 5, ਤਾਂ ਇੱਥੋਂ Z ਦੀ ਵੈਲਿਊ ਨਿਕਲ ਜੂਗੀ 6 - 5 1 ਯੂਨਿਟ। ਇਟ ਮੀਨਸ ਜਿਹੜਾ Z ਆ ਉਹ ਇੱਕ ਦਿਨ ਚ 1 ਯੂਨਿਟ ਕਰਦਾ ਹੈ। X ਇੱਕ ਦਿਨ ਚ 3 ਯੂਨਿਟ ਕਰਦਾ ਹੈ, Y ਇੱਕ ਦਿਨ ਚ 2 ਯੂਨਿਟ ਕਰਦਾ ਹੈ, Z ਇੱਕ ਦਿਨ ਚ 1 ਯੂਨਿਟ ਕਰਦਾ ਹੈ। ਹੁਣ ਆਪਾਂ ਇਹ ਦੇਖਣਾ ਵੀ 900 ਰੁਪਇਆ ਇਹਨਾਂ ਨੂੰ ਕਿੱਦਾਂ ਮਿਲੂਗਾ। ਤੋ ਦੇਖੋ X ਜਿਹੜਾ ਹੈਗਾ ਹੈ, X ਇੱਕ ਦਿਨ ਚ ਕਿੰਨਾ ਕੰਮ ਕਰਦਾ? 3 ਯੂਨਿਟ। ਟੋਟਲ ਕੰਮ ਹੈ ਕਿੰਨਾ? ਅਗਰ ਆਪਾਂ ਦੇਖੀਏ ਟੋਟਲ ਕਿੰਨਾ ਇਹ ਕੰਮ ਕਰਦੇ ਨੇ, ਟੋਟਲ ਕੰਮ ਕਰਦੇ ਨੇ ਇਹ 6 ਯੂਨਿਟ। X ਇੱਕ ਦਿਨ ਚ 3 ਯੂਨਿਟ ਕਰਦਾ ਹੈ, ਟੋਟਲ ਇਹ ਇੱਕ ਦਿਨ ਚ ਕਿੰਨਾ ਕਰਦੇ ਨੇ? 6 ਯੂਨਿਟ ਮਲਟੀਪਲਾਈ ਬਾਈ 900। ਰੇਸ਼ੋ ਵਾਲਾ ਫਾਰਮੂਲਾ ਲੈਣਾ ਆਪਾਂ ਨੇ। ਸੋ ਇਹ ਗਿਆ ਜੀ 150 ਤੇ 150 ਨੂੰ 3 ਨਾਲ ਕੀਤਾ ਆ ਗਿਆ 450, ਮਤਲਬ X ਨੂੰ ਕਿੰਨੇ ਪੈਸੇ ਮਿਲਣਗੇ? 450। ਸੋ ਆਹ ਦੋਨੋਂ ਆਪਸ਼ਨਾਂ ਤਾਂ ਐਲੀਮੀਨੇਟ ਹੀ ਹੋ ਗਈਆਂ, ਕਿਉਂਕਿ 450 ਇੱਕ ਇਹਦੇ ਚ ਹੈ, ਇੱਕ ਇਹਦੇ ਚ ਹੈ। ਹੁਣ ਅਗਰ ਆਪਾਂ Y ਦੀ ਗੱਲ ਕਰੀਏ, Y ਇੱਕ ਦਿਨ ਚ 2 ਯੂਨਿਟ ਕੰਮ ਕਰਦਾ ਹੈ। ਟੋਟਲ ਕੰਮ ਹੈ ਕਿੰਨਾ? ਮਤਲਬ ਟੋਟਲ ਕੰਮ ਤਾਂ 12 ਯੂਨਿਟ ਆ, ਬਟ ਟੋਟਲ ਇੱਕ ਦਿਨ ਚ ਕਿੰਨਾ ਕੰਮ ਕਰਦੇ ਨੇ ਇਹ? 6 ਯੂਨਿਟ ਮਲਟੀਪਲਾਈ ਬਾਈ 900। ਅਗੇਨ 150 ਤੇ ਜਾਊਗਾ, 150 ਨੂੰ 2 ਨਾਲ ਕਰੀਏ ਕਿੰਨਾ ਆ ਜਾਊਗਾ? 300। ਸੋ ਆਂਸਰ ਆ ਜਾਊਗਾ ਦਿਸ ਵਨ, 450 300 ਤੇ 150, ਠੀਕ ਹੈ। ਆ ਤਾਂ ਹੋ ਹੀ ਨਹੀਂ ਸਕਦੀ ਆਪਸ਼ਨ, ਸੋ ਫਸਟ ਆਪਸ਼ਨ ਹੀ ਸਾਡਾ ਆਂਸਰ ਆ ਜਾਊਗੀ। ਨੈਕਸਟ ਕੁਐਸਚਨ ਹੈਗਾ ਜੀ ਆਪਣੇ ਕੋਲ ਇੱਕ ਸਟੇਟਮੈਂਟ ਦਿੱਤੀ ਹੋਈ ਆ, ਦਿਸ ਵਨ। ਦੋ ਸਟੇਟਮੈਂਟਾਂ ਨੇ, ਇੱਕ ਇਹ ਆ, ਇੱਕ ਇਹ ਆ। ਆਪਾਂ ਨੇ ਕੀ ਕੱਢਣਾ ਹੈ? X ਤੇ Y ਦੀ ਵੈਲਿਊ ਕੱਢਣੀ ਹੈ।
ਕੱਢ ਕੇ ਇਹਦੇ ਵਿੱਚ ਪੁੱਟ ਕਰਨੀ। ਹੁਣ ਕਿੱਦਾਂ ਕਰਾਂਗੇ x ਤੇ y ਦੀ ਵੈਲਿਊ ਕਿੱਦਾਂ ਕੱਢਾਂਗੇ ਕ੍ਰਾਸ ਮਲਟੀਪਲਾਈ ਕਰਕੇ। ਇਹਨੂੰ ਇੱਧਰ ਮਲਟੀਪਲਾਈ ਕਰ ਲਓ, ਇਹਨੂੰ ਇੱਧਰ। ਪਹਿਲਾਂ 2 ਨੂੰ 2x ਨਾਲ ਕਰਾਂਗੇ, 2 ਨੂੰ 2x ਨਾਲ ਕੀਤਾ ਕਿੰਨਾ ਆ ਗਿਆ 4x ਮਾਈਨਸ ਫਿਰ 2 ਨੂੰ 3 ਨਾਲ ਕਰਾਂਗੇ 2 3 ਦਾ ਕਿੰਨਾ ਹੋ ਗਿਆ 6 ਇਜ਼ ਇਕੁਅਲ ਟੂ ਫਿਰ 5 ਨੂੰ ਕਰਾਂਗੇ 5 ਨੂੰ 5x ਨਾਲ ਕੀਤਾ 5x ਮਾਈਨਸ 5 ਨੂੰ 1 ਨਾਲ ਕੀਤਾ 5 ਠੀਕ ਹੈ। ਸੋ ਹੁਣ ਆਪਾਂ ਨੇ ਕਰਨਾ x ਵਾਲੇ ਇੱਕ ਸਾਈਡ ਕਰ ਦੇਣੇ ਆ, ਦੂਜੇ ਇੱਕ ਸਾਈਡ ਤੇ ਲਾਈਕ ਆ 4x ਆ ਇਹਨੂੰ ਇੱਧਰ ਰਹਿਣ ਦੋ, ਆ 5x ਨੂੰ ਵੀ ਇੱਧਰ ਲਿਆਓ, ਇੱਧਰ ਇਹ 5x ਪਲੱਸ ਚ ਪਿਆ ਇੱਧਰ ਦਾ ਕੀ ਕਾਹਦਾ ਹੋ ਜਾਊਗਾ ਮਾਈਨਸ ਦਾ ਇਕੁਅਲ ਟੂ ਆ ਜਿਹੜਾ ਆਪਣੇ ਕੋਲ ਇੱਧਰ ਕੀ ਸੀਗਾ ਇੱਧਰ ਆਪਣੇ ਕੋਲ -5 ਸੀਗਾ -5 ਨੂੰ ਇੱਧਰ ਹੀ ਰਹਿਣ ਦੋ। ਹੁਣ ਆ 6 ਨੂੰ ਚੱਕ ਕੇ ਉੱਧਰ ਲੈ ਦੋ, ਇੱਧਰ ਮਾਈਨਸ ਦਾ 6 ਆ ਉੱਧਰ ਦਾ ਕੇ ਪਲੱਸ ਦਾ 6 ਹੋ ਜਾਊਗਾ ਠੀਕ ਹੈ। ਸੋ ਇਹ ਆ ਗਿਆ ਜੀ ਆਪਣੇ ਕੋਲ 4x ਚੋਂ -5x ਗਏ ਮਾਈਨਸ ਦਾ x ਆ ਗਿਆ ਠੀਕ ਹੈ। 4 ਚੋਂ 5 ਗਏ 1 ਹੁੰਦਾ ਹੈ ਬਟ ਵੱਡੀ ਰਕਮ ਮੂਰੇ ਕਾਹਦਾ ਸਾਈਨ ਹੈ ਵੱਡੀ ਰਕਮ ਮੂਰੇ ਆਪਣੇ ਕੋਲ ਮਾਈਨਸ ਦਾ ਸਾਈਨ ਆ। ਸੋ -x ਕਿਹਦੇ ਬਰਾਬਰ ਆ ਗਿਆ 6 ਚੋਂ 5 ਗਏ ਕਿੰਨਾ ਆ ਗਿਆ ਪਲੱਸ ਮਾਈਨਸ 6 ਚੋਂ 5 ਗਏ 1। ਹੁਣ ਇਹ ਮਾਈਨਸ ਦਾ ਸਾਈਨ ਉਧਰ ਚੱਲ ਜਾਊਗਾ ਮਤਲਬ x ਦੀ ਵੈਲਿਊ ਕਿੰਨੀ ਆ ਗਈ -1 ਆ ਗਈ ਠੀਕ ਹੈ। x ਦੀ ਵੈਲਿਊ -1 ਆ ਗਈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਹੁਣ ਆਪਾਂ y ਦੀ ਵੈਲਿਊ ਕੱਢਣੀ ਆ। ਸਿਮਿਲਰਲੀ ਕ੍ਰਾਸ ਮਲਟੀਪਲਾਈ ਕਰਕੇ ਇੱਧਰ ਕਰ ਦੋ, ਇਹ ਆ ਜਾਊਗਾ 5y ਮਾਈਨਸ 5 ਨੂੰ 2 ਨਾਲ ਕੀਤਾ 10 ਆ ਗਿਆ ਇਜ਼ ਇਕੁਅਲ ਟੂ ਫਿਰ ਆ 4 ਨੂੰ ਕਰਾਂਗੇ ਇੱਧਰ 4 ਤੇ 12y ਪਲੱਸ 4 ਏਕਮ 4। ਹੁਣ ਆਪਾਂ ਨੇ ਕੀ ਕਰਨਾ ਹੈ y ਵਾਲੇ ਇੱਕ ਸਾਈਡ ਕਰ ਦੇਣੇ ਆ, ਇਹਨੂੰ ਉੱਧਰ ਲੈ ਜਾਓ ਇੱਧਰ ਇਹ ਪਲੱਸ ਪਿਆ ਉੱਧਰ ਦਾ ਕਿ 12 ਦੇ ਨਾਲ ਮਾਈਨਸ ਚ ਹੋ ਜਾਊਗਾ, ਇਹ ਆ ਜਾਊਗਾ 12y ਮਾਈਨਸ 5y ਐਂਡ ਜਿਹੜਾ ਇਹ 4 ਹੈ ਇਹਨੂੰ ਚੱਕ ਕੇ ਇੱਧਰ ਲਿਆਓ, ਇੱਧਰ ਇਹ ਪਲੱਸ ਪਿਆ ਉੱਧਰ ਦਾ ਕੇ ਮਾਈਨਸ ਦਾ ਹੋ ਜਾਊਗਾ। तो कितना आ गया 10 ਤੇ 4 कितना हो गया 14 इधर आ गया जी 12y चो 9y गए सॉरी 12 चो 5 है ना 12 चो 5 गए 7y ये आ गया 7y आ कट्टिया गया इहदे नाल 7 दूनी 14 हुंदा है मतलब y दी वैल्यू कितनी आ गई -2 आ गई ठीक है। हुण आपां x दी वैल्यू भी कढ ली -1 आई आ y दी वैल्यू भी कढ ली -2 आई आ ठीक है। अपने कोल दो वैल्यूज आ गईयां ठीक है x दी वैल्यू -1 y दी वैल्यू -2 हुण आपां इत्थे पुट करना है। ਹੁਣ ਆਪਾਂ ਇੱਥੇ x ਦੀ ਵੈਲਿਊ ਕੀ ਪੁੱਟ ਕਰਾਂਗੇ -1 3 ਨੂੰ -1 ਨਾਲ ਮਲਟੀਪਲਾਈ ਕਰਾਂਗੇ ਕਿੰਨਾ ਆ ਜਾਊਗਾ -3 ਆ ਜਾਊਗਾ। ਉਸ ਤੋਂ ਬਾਅਦ ਹੈਗਾ 4 y ਨੂੰ ਅਗਰ ਆਪਾਂ ਇੱਥੇ ਕੀ ਆ -4 ਇੱਥੇ ਸਾਡੇ ਕੋਲ -4 ਹੈ ਜੇ y ਦੀ ਜਗ੍ਹਾ ਤੇ ਅਸੀਂ -2 ਪੁੱਟ ਕਰਾਂਗੇ ਇਹਨਾਂ ਨੂੰ ਮਲਟੀਪਲਾਈ ਕਰਾਂਗੇ ਮਾਈਨਸ ਨਾਲ ਮਾਈਨਸ ਕੈਂਸਲ ਇੱਥੇ ਆ ਜਾਊਗਾ +8 ਠੀਕ ਹੈ। ਆ ਚੀਜ਼ ਆ ਗਈ ਆਪਣੇ ਕੋਲ। ਸਿਮਿਲਰਲੀ ਦੂਜੀ ਸਾਈਡ ਕੀ ਆ x ਦੀ ਜਗ੍ਹਾ ਤੇ ਆਪਾਂ -1 ਪੁੱਟ ਕਰਾਂਗੇ 5 ਨੂੰ -1 ਨਾਲ ਮਲਟੀਪਲਾਈ ਕੀਤਾ -5 y ਦੀ ਜਗ੍ਹਾ ਤੇ -2 ਪੁੱਟ ਕਰਾਂਗੇ ਇੱਥੇ ਆ ਜਾਊਗਾ +12 तो 8 ਚੋਂ 3 ਗਏ ਕਿੰਨਾ ਆ ਗਿਆ 5 ਆ ਗਿਆ 12 ਚੋਂ 5 ਗਏ 7 ਆ ਗਿਆ ਠੀਕ ਹੈ। तो आंसर कितना आ जाऊगा 35 तो बी ऑप्शन आंसर आ गया 35 ठीक है 35 अपना आंसर आ गया। होप सो ਤੁਹਾਨੂੰ ਇਹ क्वेश्चन समझ आ गया होगा ठीक है। ਤੁਹਾਨੂੰ ਲੱਗ ਰਿਹਾ ਹੋਊਗਾ ਕਿ ਮੈਂ ਬਹੁਤ ਟਾਈਮ ਲਗਾ ਰਹੀ ਹਾਂ ਕਿਉਂਕਿ ਜਦੋਂ ਆਪਾਂ ਸਮਝਾਉਂਦੇ ਆ ਤਾਂ ਆਪਣਾ ਟਾਈਮ ਲੱਗਦਾ ਹੈ ਠੀਕ ਹੈ। ਜਦੋਂ ਆਪਾਂ ਕੱਢਦੇ ਆ ਆਪਾਂ ਫਟਾਫਟ ਕੱਢ ਦਿੰਦੇ ਆ। ਨੈਕਸਟ ਹੈ ਸ਼ੁਸ਼ਨ ਬਾਏ ਆ ਸ਼ਰਟ ਐਟ 8 for 9 ਦੇਖੋ ਇਦਾਂ ਦਾ ਸੇਮ ਕੁਐਸਚਨ ਪਿਛਲੀ ਕਲਾਸ 'ਚ ਵੀ ਸੀਗਾ ਉੱਥੇ x ਤੇ y ਸੀਗਾ ਉਰੇ ਕੀ ਆ ਨੰਬਰ ਦਿੱਤੇ ਹੋਏ ਨੇ ਠੀਕ ਹੈ। ਇਹ 8 ਆ 8 ਇੱਕ ਜਿਹੜੀ ਇੱਕ ਸ਼ਰਟ ਆ ਐਟ 8 for 9 ਖਰੀਦੀ ਐਂਡ ਦੂਜੀ 9 for 8 ਤੇ ਵੇਚੀ ਉਹਨੇ ਠੀਕ ਹੈ। ਮੈਂ ਤੁਹਾਨੂੰ ਦੱਸਿਆ ਸੀਗਾ ਦੇਖੋ ਆਪਣੇ ਕੋਲ ਕੀ ਆ ਇਹਨੂੰ ਤੁਸੀਂ x ਮੰਨ ਲਓ ਇਹਨੂੰ ਤੁਸੀਂ y ਮੰਨ ਲਓ ਹੁਣ ਇੱਥੇ y ਕੀ ਆ ਵੱਡਾ ਹੈ x ਤੋਂ y ਵੱਡਾ ਹੈ x ਤੋਂ ਤਾਂ ਆਪਾਂ ਕੀ ਕਰਾਂਗੇ ਪਹਿਲਾਂ ਇਹਨੂੰ ਮਲਟੀਪਲਾਈ ਕਰਾਂਗੇ 9 9s ਆ 81 ਮਾਈਨਸ ਫਿਰ ਇਹਨੂੰ ਮਲਟੀਪਲਾਈ ਕਰਾਂਗੇ ਕਿੰਨਾ ਆ ਜਾਊਗਾ 64 ਡਿਵਾਈਡ ਬਾय ਥੱਲੇ ਕੀ ਆਊਗਾ ਵੱਡੇ ਵਾਲਾ ਠੀਕ ਹੈ। ਵੱਡੇ ਵਾਲਾ ਕੀ ਆ ਆਪਣੇ ਕੋਲ ਵੱਡੇ ਵਾਲਾ ਤੁਹਾਨੂੰ ਪਤਾ ਹੀ ਆ ਆਪਣੇ ਕੋਲ 9 ਆ ਠੀਕ ਹੈ 9 ਦੀ ਸਕੁਅਰ ਕਿੰਨਾ ਆ ਗਿਆ 81 ਮਲਟੀਪਲਾਈ ਬਾय 100 तो ये आ जाऊगा 17/81 17/81 ਮਲਟੀਪਲਾਈ ਬਾय 100 ਠੀਕ ਹੈ। ਹੁਣ ਦੇਖੋ ਇਹ ਸਾਰੀਆਂ ਜਿਹੜੀਆਂ ਆਪਸ਼ਨਾਂ ਨੇ ਬਹੁਤ ਦੂਰ ਨੇ ਸੋ ਅਗਰ ਆਪਾਂ ਇੱਥੇ ਥੋੜੀ ਜਿਹੀ ਅਪਰੋਕਸੀਮੇਟ ਵੈਲਿਊ ਲੈ ਲਈਏ ਤਾਂ ਆਪਣਾ ਚੱਲ ਜਾਊਗਾ ਲਾਈਕ ਅਗਰ ਆਪਾਂ 17 ਨੂੰ 16 ਬਣਾ ਦਈਏ 81 ਨੂੰ ਆਪਾਂ 80 ਬਣਾ ਦਈਏ ਤਾਂ 16 5 80 ਆ ਜਾਊਗਾ 16 5 80 ਆ ਜਾਊਗਾ ਤੇ 5 ਨੂੰ 100 ਨਾਲ ਕੱਟਤਾ 20 ਆ ਜਾਊਗਾ ਮਤਲਬ ਜਿਹੜਾ ਆਨਸਰ ਆਊਗਾ 20 ਦੇ ਨੀਅਰ ਅਬਾਊਟ ਆਊਗਾ। तो B ਦੇ ਨੀਅਰ ਅਬਾਊਟ ਇਹੀ ਆਨਸਰ ਆ ਰਿਹਾ ਹੈ ਠੀਕ ਹੈ। ਤਾਂ ਕੀ ਆ ਗਿਆ 20.99% ਦਾ ਕੀ ਹੋਇਆ ਹੈ ਲਾਸ ਹੋਇਆ
ठीक है, लॉस का किवें पता लगदा है, जे y ਵੱਡਾ ਹੋਵੇ x ਨਾਲੋਂ ਇਟ ਮੀਨਸ ਲॉस ਹੋਊਗਾ, ਜੇ x ਵੱਡਾ ਹੋਵੇ y ਨਾਲੋਂ ਇਟ ਮੀਨਸ ਪ੍ਰੋਫਿਟ ਹੋਊਗਾ। ਹੋਪ ਸੋ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਹੈ। ਨੈਕਸਟ ਕੁਐਸਚਨ ਇਹ ਹੈ ਕਿ ਤੁਹਾਡੇ ਕੋਲ 4 ਕੌਨਸਿਕਿਊਟਿਵ ਔਡ ਨੰਬਰਸ ਨੇ। ਔਡ ਨੰਬਰਸ ਕਿਹੜੇ-ਕਿਹੜੇ ਹੁੰਦੇ ਨੇ? ਜਿਵੇਂ 1 ਹੋ ਗਿਆ, 3 ਹੋ ਗਿਆ, 5 ਹੋ ਗਿਆ, 7 ਹੋ ਗਿਆ, 9 ਹੋ ਗਿਆ, ਜਿਹੜੇ 2 ਦੇ ਟੇਬਲ ਤੇ ਨਹੀਂ ਜਾਂਦੇ, 11 ਹੋ ਗਿਆ, 13 ਹੋ ਗਿਆ, ਇਹ ਸਾਰੇ ਕੀ ਨੇ? ਔਡ ਨੰਬਰ। ਐਂਡ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਹਰੇਕ ਔਡ ਨੰਬਰ 'ਚ 2-2 ਦਾ ਡਿਫਰੈਂਸ ਆ। ਹਰੇਕ ਔਡ ਨੰਬਰ 'ਚ ਕਿੰਨੇ ਦਾ ਡਿਫਰੈਂਸ ਹੁੰਦਾ ਹੈ? 2-2 ਦਾ ਡਿਫਰੈਂਸ ਹੁੰਦਾ ਹੈ। ਤਾਂ ਆਪਾਂ ਮੰਨ ਲਿਆ ਕਿ ਪਹਿਲਾ ਔਡ ਨੰਬਰ x ਆ, ਦੂਜਾ ਔਡ ਨੰਬਰ x plus 2 ਆ, ਤੀਜਾ ਔਡ ਨੰਬਰ x plus 4 ਆ, ਕਿਉਂਕਿ 2-2 ਦਾ ਡਿਫਰੈਂਸ ਲੈਣਾ ਨਾ ਆਪਾਂ ਨੇ ਹਰੇਕ ਔਡ ਨੰਬਰ 'ਚ। ਐਂਡ ਚੌਥਾ ਔਡ ਨੰਬਰ ਹੈਗਾ x plus 6। ਠੀਕ ਹੈ, 4 ਔਡ ਨੰਬਰ ਨੇ ਆਪਣੇ ਕੋਲ। ਤਾਂ 4 ਔਡ ਨੰਬਰਾਂ ਦੀ ਅਗਰ ਆਪਾਂ ਐਵਰੇਜ ਕੱਢਣੀ ਹੈ, ਐਵਰੇਜ ਦਾ ਫਾਰਮੂਲਾ ਕੀ ਹੁੰਦਾ? ਸਭ ਦਾ ਸਮ ਡਿਵਾਈਡ ਬਾਈ ਨੰਬਰ ਆਫ ਟਰਮਸ। 4 ਨੰਬਰਾਂ ਦੀ ਜਿਹੜੀ ਐਵਰੇਜ ਆ ਉਹ ਕਿਹਦੇ ਬਰਾਬਰ ਦਿੱਤੀ ਹੋਈ ਆ ਤੁਹਾਨੂੰ? 88 ਦੇ ਬਰਾਬਰ ਦਿੱਤੀ ਹੋਈ ਆ। ਠੀਕ ਹੈ, ਸੋ ਅਗਰ ਆਪਾਂ ਇਹਨੂੰ ਪਲੱਸ ਕਰੀਏ, ਇਹ x ਹੈ, ਠੀਕ ਹੈ, 1 2 3 4, 4 ਵਾਰੀ x ਆ ਰਿਹਾ ਹੈ, ਇਹ ਆ ਗਿਆ 4x, 4x ਪਲੱਸ ਤੇ ਅੱਗੇ ਆਪਾਂ ਇਹਨਾਂ ਨੂੰ ਐਡ ਕਰੀਏ, 2 ਤੇ 4 ਤੇ 2 6, 6 6 12, ਇਹ ਆ ਗਿਆ 12 ਇਜ਼ ਇਕਲ ਟੂ, ਤੇ ਆ ਜਿਹੜਾ ਥੱਲੇ 4 ਡਿਵਾਈਡ ਚ ਪਿਆ ਉਧਰ ਤੱਕ 88 ਦੇ ਨਾਲ ਮਲਟੀਪਲਾਈ ਹੋ ਜਾਊਗਾ। ਇਹਨੂੰ ਮਲਟੀਪਲਾਈ ਕਰੋ, ਕਿੰਨਾ ਆ ਜਾਊਗਾ? 352 ਆ ਜਾਊਗਾ, 352। ਹੁਣ ਦੇਖੋ ਜਿਹੜਾ ਇਹ 12 ਹੈ, ਇਹ 12 ਇੱਧਰ ਪਲੱਸ ਪਿਆ, ਉਧਰ ਤੱਕ ਮਾਈਨਸ ਚ ਹੋ ਜਾਊਗਾ। 352 ਚੋਂ 12 ਗਏ, 340 ਆ ਗਿਆ। ਠੀਕ ਹੈ, ਇਹ ਕਟਿੰਗ ਹੋ ਜੂਗੀ ਇਹਦੇ ਨਾਲ, ਕਿੰਨੇ ਜਾਊਗਾ? 8 ਚੌਗਾ 32, 8 5 40, x ਦੀ ਵੈਲਿਊ ਆ ਗਈ 85। ਠੀਕ ਹੈ, x ਦੀ ਵੈਲਿਊ ਸਾਡੇ ਕੋਲ ਆ ਗਈ 85। ਹੁਣ ਉਹ ਕਹਿੰਦੇ ਨੇ ਵੀ ਸਭ ਤੋਂ ਵਟ ਇਜ਼ ਦਾ ਪ੍ਰੋਡਕਟ ਆਫ ਫਸਟ ਐਂਡ ਦੀ ਲਾਸਟ ਨੰਬਰ। ਫਸਟ ਨੰਬਰ ਸਾਡੇ ਕੋਲ ਕਿੰਨਾ ਆ ਗਿਆ? 85। ਲਾਸਟ ਨੰਬਰ ਕਿੰਨਾ? x plus 6, ਮਤਲਬ 85 plus 6 91 ਆ ਗਿਆ। ਠੀਕ ਹੈ, ਸੋ ਇਹ ਆ ਜਾਊਗਾ ਜੀ 85 into 91, ਇਹਨੂੰ ਤੁਸੀਂ ਮਲਟੀਪਲਾਈ ਕਰ ਲਓਗੇ, ਤੁਹਾਡੇ ਕੋਲ ਆ ਆਂਸਰ ਆ ਜਾਊਗਾ 7735। ਨੈਕਸਟ ਕੁਐਸਚਨ ਹੈਗਾ ਹੈ, ਕਹਿੰਦਾ A can complete a piece of work in 20 days। A ਇੱਕ ਕੰਮ ਨੂੰ ਕਰਦਾ ਹੈ 20 ਦਿਨਾਂ ਚ, B ਉਸੇ ਕੰਮ ਨੂੰ ਕਰਦਾ ਹੈ 15 ਦਿਨਾਂ ਚ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਇਹੋ ਜਿਹੇ ਕੁਐਸਚਨ ਚ ਟੋਟਲ ਵਰਕ ਪਹਿਲਾਂ ਆਪਾਂ ਕੱਢਦੇ ਹੁੰਦੇ ਆ। ਟੋਟਲ ਵਰਕ ਕੀ ਹੁੰਦਾ ਹੈ? ਟੋਟਲ ਵਰਕ ਹੁੰਦਾ ਇਹਨਾਂ ਦੋਨੋਂ ਦਾ ਐਲਸੀਐਮ। ਸੋ ਅਗਰ ਦੇਖਿਆ ਜਾਵੇ ਦੋਨਾਂ ਦੇ ਟੇਬਲ ਤੇ 60 ਆਉਂਦਾ ਹੈ ਸਭ ਤੋਂ ਪਹਿਲਾਂ, ਤਾਂ 60 ਕੀ ਹੋ ਜਾਊਗਾ? 60 ਦਾ ਐਲਸੀਐਮ ਹੋ ਜਾਊਗਾ। ਹੁਣ ਆਪਾਂ ਇਹਨਾਂ ਦਾ ਇਕੱਲੇ ਦਿਨ ਦਾ ਕੰਮ ਕੱਢ ਲੈਣਾ ਹੈ, ਮਤਲਬ A ਇੱਕ ਦਿਨ ਚ ਕਿੰਨਾ ਕਰਦਾ ਹੈ? A ਟੋਟਲ ਕੰਮ 20 ਦਿਨਾਂ ਚ ਕਰਦਾ ਹੈ। ਟੋਟਲ ਕੰਮ ਹੈ ਕਿੰਨਾ? 60 ਯੂਨਿਟ, ਮਤਲਬ ਇੱਕ ਦਿਨ ਚ ਕਿੰਨਾ ਕਰਦਾ ਹੋਊਗਾ? 20 ਤੀਏ 60 ਹੁੰਦਾ ਹੈ 3 ਯੂਨਿਟ। B ਕਿੰਨਾ ਕਰਦਾ ਹੋਊਗਾ ਇੱਕ ਦਿਨ ਚ? 15 ਚੌਕੇ 60 ਹੁੰਦਾ ਹੈ 5 ਯੂਨਿਟ। A ਇੱਕ ਦਿਨ ਚ 3 ਯੂਨਿਟ ਕੰਮ ਕਰਦਾ ਹੈ, B ਇੱਕ ਦਿਨ ਚ 5 ਯੂਨਿਟ ਕੰਮ ਕਰਦਾ ਹੈ। ਹੁਣ ਕੁਐਸਚਨ ਕੀ ਕਹਿੰਦਾ ਹੈ? ਕਹਿੰਦਾ ਇਫ ਦੇ ਵਰਕ ਔਨ alternate days। alternate days ਮਤਲਬ ਪਹਿਲਾਂ A ਨੇ ਕੰਮ ਕੀਤਾ, ਫਿਰ B ਨੇ, ਫਿਰ A ਨੇ, ਫਿਰ B ਨੇ, ਫਿਰ A ਨੇ, ਫਿਰ B ਨੇ। ਉਹਨਾਂ ਨੇ ਲਿਖਿਆ ਹੋਇਆ ਕਿ ਕੰਮ ਸਟਾਰਟ ਕਿਹਨੇ ਕੀਤਾ? A ਨੇ ਕੀਤਾ। ਸੋ ਇਸ ਤਰੀਕੇ ਨਾਲ ਆਲਟਰਨੇਟਿਵ ਡੇਜ਼ ਤੇ ਕੰਮ ਕਰ ਰਹੇ ਵੀ ਇੱਕ ਦਿਨ A ਕਰ ਰਿਹਾ, ਇੱਕ ਦਿਨ B, ਇੱਕ ਦਿਨ A, ਇੱਕ ਦਿਨ B। ਸੋ ਆਪਾਂ ਦੱਸਣਾ ਹੈ ਕਿ ਕਿੰਨੇ ਦਿਨਾਂ ਚ ਕੰਮ ਕੰਪਲੀਟ ਹੋ ਜਾਊਗਾ। ਸੋ ਦੇਖੋ ਜਿਹੜੇ A ਤੇ B ਨੇ, ਜੇ ਆਪਾਂ ਦੋਨਾਂ ਦੀ ਗੱਲ ਕਰੀਏ, ਇਹ ਦੋਨੋਂ ਮਿਲ ਕੇ 2 ਦਿਨ ਚ ਕਿੰਨਾ ਕੰਮ ਕਰਦੇ ਨੇ? 2 ਡੇਜ਼ ਚ। A ਕਿੰਨਾ ਕਰਦਾ? 3 ਯੂਨਿਟ, B ਕਿੰਨਾ ਕਰਦਾ ਹੈ? 5 ਯੂਨਿਟ। ਠੀਕ ਹੈ, A ਕਿੰਨਾ ਕਰਦਾ ਹੈ? ਸੌਰੀ 5 ਨਹੀਂ, 15 ਚੌਕਾ 60 ਹੁੰਦਾ ਹੈ ਤੇ 4 ਆਣਾ ਹੈ। B ਕਿੰਨਾ ਕਰਦਾ ਹੈ? 4 ਯੂਨਿਟ। A ਇੱਕ ਦਿਨ ਚ 3 ਯੂਨਿਟ ਕਰਦਾ ਹੈ, B ਇੱਕ ਦਿਨ ਚ 4 ਯੂਨਿਟ ਕਰਦਾ ਹੈ। ਠੀਕ ਹੈ, ਟੋਟਲ ਕਿੰਨਾ ਹੋ ਗਿਆ? 7 ਯੂਨਿਟ। ਸੋ A ਤੇ B ਮਿਲ ਕੇ ਟੋਟਲ 7 ਯੂਨਿਟ ਕੰਮ ਕਰ ਰਹੇ ਨੇ 2 ਦਿਨਾਂ ਦੇ ਵਿੱਚ, ਨਾ ਕਿ ਇੱਕ ਦਿਨ ਚ। ਹੁਣ ਇੱਥੇ ਇੱਕ ਚੀਜ਼ ਯਾਦ ਰੱਖੋ, ਇਹ ਜਿਹੜਾ ਕੰਮ ਹੈ 2 ਦਿਨਾਂ ਚ ਹੋ ਰਿਹਾ, ਕਿਉਂਕਿ ਦੋਨੋਂ ਇੱਕ ਦਿਨ ਨਹੀਂ ਕੰਮ ਕਰ ਰਹੇ। ਇੱਕ ਦਿਨ A ਕਰ ਰਿਹਾ, ਦੂਜੇ ਦਿਨ B ਕਰ ਰਿਹਾ, ਸੋ 2 ਦਿਨਾਂ ਚ 7 ਯੂਨਿਟ ਹੋ ਰਿਹਾ। ਕੰਮ ਹੈਗਾ ਕਿੰਨਾ? ਕੰਮ ਹੈਗਾ 60 ਯੂਨਿਟ। ਹੁਣ 60 ਯੂਨਿਟ ਕੰਮ ਕਰਾਉਣਾ ਆਪਾਂ ਨੇ। ਠੀਕ ਹੈ, ਹੁਣ ਆਪਾਂ ਨਾ ਇੱਥੇ 7 ਦਾ ਮਲਟੀਪਲ ਲੱਭ ਲੈਣਾ ਹੈ ਜੋ ਕਿ 60 ਦੇ ਨੇੜੇ ਹੋਵੇ। 7 ਦਾ ਮਲਟੀਪਲ 7 ਦੇ ਨੇੜੇ ਹੈਗਾ, 7 8 56 ਹੁੰਦਾ 50। ਤਾਂ ਜੇ ਆਪਾਂ ਇੱਧਰ 8 ਨਾਲ ਮਲਟੀਪਲਾਈ ਕੀਤਾ ਹੈ, ਇੱਧਰ ਵੀ ਕਰਾਂਗੇ 8 ਨਾਲ ਮਲਟੀਪਲਾਈ ਆ ਜਾਊਗਾ 16। ਤਾਂ 16 ਦਿਨਾਂ ਦੇ ਵਿੱਚ 16 ਦਿਨਾਂ ਦੇ ਵਿੱਚ ਕਿੰਨਾ ਕੰਮ ਹੋ ਗਿਆ? 16 ਦਿਨਾਂ ਦੇ ਵਿੱਚ 56 ਯੂਨਿਟ ਕੰਮ ਹੋ ਗਿਆ। ਦੇਖੋ ਪਹਿਲਾਂ ਤਾਂ ਤੁਹਾਨੂੰ ਇੱਥੇ ਹੀ ਸਮਝ ਆ ਜਾਣਾ ਹੈ ਵੀ 16 ਦਿਨ ਤਾਂ ਆਪਣਾ ਆਂਸਰ ਆ ਹੀ ਗਿਆ। ਠੀਕ ਹੈ, ਤਾਂ ਜਿਹੜਾ ਵੀ ਆਂਸਰ ਹੋਊਗਾ 16 ਦੇ ਨੇੜੇ ਹੋਊਗਾ, ਤਾਂ ਇੱਥੋਂ ਦਾ ਕੋਈ ਵੀ ਆਪਸ਼ਨ ਬਣਦੀ ਨਹੀਂ ਹੈਗੀ, ਇਟ ਮੀਨਸ ਆਂਸਰ ਇਹੀ ਹੋਊਗਾ। ਬਟ 17 ਸਹੀ 1/4 ਆਇਆ ਕਿਵੇਂ? ਦੇਖੋ 16 ਦਿਨਾਂ ਚ 56 ਯੂਨਿਟ ਕੰਮ ਕਰ ਰਿਹਾ। ਠੀਕ ਹੈ, 16 ਦਿਨਾਂ ਦੇ ਵਿੱਚ 56 ਯੂਨਿਟ ਕੰਮ ਕਰ ਰਿਹਾ, ਇਹ 16 ਦਿਨ ਚ ਕੀਤਾ ਹੈ। ਹੁਣ ਹੈਗਾ ਕੰਮ ਕਿੰਨਾ ਹੈ? 60 ਯੂਨਿਟ। 56 ਯੂਨਿਟ ਕਰ ਲਿਆ, ਬਾਕੀ ਕਿੰਨਾ ਬਚ ਗਿਆ ਪਿੱਛੇ? 4 ਯੂਨਿਟ ਬਚ ਗਿਆ। 4 ਯੂਨਿਟ ਕੰਮ ਬਚ ਗਿਆ। ਹੁਣ ਦੇਖੋ ਜਿਹੜੇ A ਤੇ B ਮਿਲ ਕੇ 2 ਦਿਨਾਂ ਚ 7 ਯੂਨਿਟ ਕਰਦੇ ਆ, ਬਟ ਕੰਮ ਤਾਂ ਕਿੰਨਾ ਬਚਿਆ?
4 यूनिट। ਤਾਂ ਜਿਹੜਾ ਇੱਕ दिन A ਕਰੂਗਾ, ਠੀਕ ਹੈ, ਇੱਕ दिन A ਕਰੂਗਾ, A ਇੱਕ ਦਿਨ ਚ 3 यूनिट ਕਰਦਾ ਹੈ, ਸੋ A ਨੇ 3 यूनिट ਕੰਮ ਕਰਤਾ ਇੱਕ ਦਿਨ ਚ, ਤਾਂ 16 ਦਿਨ ਤਾਂ ਉਰੇ ਲੱਗ ਹੀ ਗਏ ਸੀਗੇ, ਹੁਣ ਕਿੰਨੇ ਹੋ ਗਏ 17 ਦਿਨ ਹੋ ਗਏ, ਕਿਉਂਕਿ ਅਗਲੇ ਦਿਨ A ਨੇ ਕੰਮ ਕੀਤਾ। ਫਿਰ ਪਿੱਛੇ ਕਿੰਨਾ ਰਹਿ ਗਿਆ, 1 यूनिट ਕੰਮ ਰਹਿ ਗਿਆ, ਕਿਉਂਕਿ 4 यूनिट ਕੰਮ ਬਚਿਆ ਸੀਗਾ, 3 यूनिट A ਨੇ ਕਰਤਾ, 17 ਦਿਨ ਹੋ ਗਏ, ਹੁਣ 1 यूनिट ਕੰਮ ਰਹਿ ਗਿਆ। ਹੁਣ B ਇੱਕ ਦਿਨ ਚ 4 यूनिट ਕਰਦਾ ਹੈ, ਬਟ ਉਹਨੇ ਕਰਨਾ ਸਿਰਫ 1 यूनिट ਆ। तो अगर B ਇੱਕ ਦਿਨ ਚ 4 यूनिट ਕਰਦਾ ਏ ਤਾਂ 1 यूनिट ਕਿੰਨੇ ਟਾਈਮ ਚ ਕਰੂਗਾ, 1/4 ਚ, ਇਹ ਯਾਦ ਰੱਖ ਲਓ। B ਇੱਕ ਦਿਨ ਚ ਕਿੰਨਾ ਕਰਦਾ ਏ, 4 यूनिट, ਠੀਕ ਹੈ, ਤਾਂ 1 यूनिट ਕਿੰਨੇ ਟਾਈਮ ਚ ਕਰੂਗਾ, 1/4 ਚ। ਇਟ ਮੀਨਸ ਜਿਹੜਾ ਬਾਕੀ ਦਾ 1 यूनिट ਰਹਿ ਗਿਆ ਏ, ਉਹ 1/4 ਡੇ ਚ ਕੌਣ ਕਰ ਦੂਗਾ, B ਕਰ ਦੂਗਾ। ਤਾਂ 17 ਡੇਜ਼ ਆਲਰੇਡੀ ਹੋ ਚੁੱਕੇ ਸੀਗੇ, ਤੇ 1/4 ਡੇ ਆ ਲੱਗ ਗਿਆ ਆਪਣੇ ਕੋਲ, ਤਾਂ ਟੋਟਲ ਟਾਈਮ ਕਿੰਨਾ ਹੋ ਗਿਆ, 17 ਸਹੀ 1/4। ਤਾਂ ਜਿਹੜਾ ਟੋਟਲ ਕੰਮ ਹੈ ਉਹ 17 ਸਹੀ 1/4 ਦਿਨਾਂ ਦੇ ਵਿੱਚ ਹੋ ਗਿਆ। ਠੀਕ ਹੈ, ਹੋਪਸ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਨੈਕਸਟ ਹੈਗਾ ਜੀ ਡਾਇਮੈਂਸ਼ਨਸ ਕਿੰਨੀਆਂ ਨੇ, ਆਪਣੇ ਕੋਲ ਕਹਿੰਦਾ ਇੱਕ ਰੂਮ ਆ, ਰੂਮ ਦੀ ਡਾਇਮੈਂਸ਼ਨ ਦਿੱਤੀਆਂ ਹੋਈਆਂ 1650, 1350, 900। ਇਹ ਸਾਨੂੰ ਕੀ ਦਿੱਤੀਆਂ ਹੋਈਆਂ ਨੇ, ਇਹ ਸਾਨੂੰ ਇੱਕ ਰੂਮ ਦੀਆਂ ਡਾਇਮੈਂਸ਼ਨਸ ਦਿੱਤੀਆਂ ਹੋਈਆਂ ਨੇ। तो ਆਪਾਂ ਕੀ ਦੱਸਣਾ ਹੈ, find the longest tape which may measure the 3 dimensions exactly। तो ਆਪਾਂ ਇੱਕ longest tape ਪਤਾ ਕਰਨੀ ਹੈ ਜੋ ਕਿ ਤਿੰਨਾਂ dimensions ਨੂੰ exactly measure ਕਰ ਸਕੇ। तो ਜਿੱਥੇ ਵੀ ਤੁਹਾਡੇ ਕੋਲ longest ਦੀ ਗੱਲ ਆ ਜਾਵੇ ਨਾ, ਉੱਥੇ ਹਮੇਸ਼ਾ ਅਸੀਂ ਕੱਢਣਾ ਹੁੰਦਾ ਹੈ ਇਹਨਾਂ ਦਾ HCF। HCF ਕੀ ਕਰਦੇ, ਕਿਵੇਂ ਕੱਢਦੇ ਹੁੰਦੇ ਆ, ਗੱਬ ਦੇ ਵਿੱਚ ਕੀ ਰੱਖਾਂਗੇ, ਸਭ ਤੋਂ ਵੱਡੀ ਰਕਮ, ਸਭ ਤੋਂ ਵੱਡੀ ਰਕਮ ਕਿਹੜੀ ਆ, 1650, ਬਾਹਰ ਕਿਹੜੀ ਰੱਖਾਂਗੇ, ਉਸ ਤੋਂ ਛੋਟੀ ਰਕਮ ਕਿਹੜੀ ਆ, 1350। ਤਾਂ ਪਹਿਲਾਂ ਇੱਕ ਤੇ ਜਾਊਗਾ 1350, ਕਿੰਨਾ ਆ ਗਿਆ 0 0 3 300 ਆ ਗਿਆ। ਹੁਣ 300 ਅੰਦਰ ਰੱਖ 300 ਬਾਹਰ ਰੱਖ ਲਓ, ਜਿਹੜਾ ਪਿਛਲਾ ਸੀਗਾ 1350 ਉਹਨੂੰ ਅੰਦਰ ਰੱਖ ਲਓ, ਕਿੰਨੇ ਤੇ ਜਾਊਗਾ 4 ਤੇ 3 ਚੌਕੇ 12 ਹੁੰਦਾ ਹੈ, ਇਹ ਆ ਗਿਆ 1200। 0 5 1 ਉਰੇ 150 ਬਚ ਗਿਆ ਆਪਣੇ ਕੋਲ। ਠੀਕ ਹੈ, ਹੁਣ 150 ਨੂੰ ਅੰਦਰ ਰੱਖ 150 ਨੂੰ ਬਾਹਰ ਰੱਖ ਦੋ, ਪਿਛਲਾ ਜਿਹੜਾ 300 ਹੈ ਉਹਨੂੰ ਅੰਦਰ ਰੱਖ ਦੋ, ਤਾਂ 2 ਤੇ ਪੂਰਾ ਚਲਾ ਗਿਆ, ਤਾਂ ਉਰੇ ਆਪਣੇ ਕੋਲ ਆ ਗਿਆ 150। ਠੀਕ ਹੈ, ਆਪਣੇ ਕੋਲ 150 ਆ ਗਿਆ। ਹੁਣ ਇਹ 150 ਨੂੰ ਆਪਾਂ ਨੇ ਕੀ ਕਰਨਾ ਹੈ, ਇਹ 150 ਨੂੰ ਆਪਾਂ ਨੇ 900 ਨਾਲ ਕਰਨਾ ਹੈ, ਜਿਹੜਾ ਰਹਿ ਗਿਆ ਰਕਮ। ਤਾਂ 900 ਨਾਲ ਜਦੋਂ ਆਪਾਂ 150 ਨੂੰ ਕਰਾਂਗੇ ਪੂਰਾ ਚੱਲ ਜਾਣਾ ਹੈ, ਕਿੰਨੇ ਤੇ ਚੱਲ ਜਾਣਾ ਹੈ, 6 ਤੇ। ਸੋ ਇਟ ਮੀਨਸ ਜਿਹੜਾ ਸਾਡੇ ਕੋਲ ਐਂਡ ਦੇ ਵਿੱਚ ਡਿਵਾਈਜ਼ਰ ਬਚਦਾ ਨਾ, ਉਹੀ ਸਾਡਾ HCF ਹੁੰਦਾ ਹੈ। ਐਂਡ ਦੇ ਵਿੱਚ ਸਾਡੇ ਕੋਲ 150 ਬਚਿਆ ਏ, ਸੋ ਡਿਵਾਈਜ਼ਰ, ਸੋ ਆਪਣਾ ਆਂਸਰ ਕਿੰਨਾ ਆ ਗਿਆ, 150 ਸੈਂਟੀਮੀਟਰ ਸਾਡਾ ਆਂਸਰ ਆ ਗਿਆ। ਠੀਕ ਹੈ, ਉਸ ਤੋਂ ਬਾਅਦ ਹੈਗਾ ਜੀ, ਇਹ ਕੁਐਸਚਨ ਪੰਜਾਬੀ ਦੇ ਵਿੱਚ ਆ, ਕਹਿੰਦਾ ਇੱਕ ਵਿਅਕਤੀ 8% ਪ੍ਰਤੀ ਸਾਲ ਦੀ ਦਰ ਤੇ ਨਿਵੇਸ਼ ਕਰਦਾ ਹੈ, ਮਤਲਬ ਹਰ ਸਾਲ ਉਹ 8% ਨਿਵੇਸ਼ ਕਰਦਾ ਹੈ। ਜਿੱਥੇ ਵਿਆਜ ਗਣਨਾ ਛਿਮਾਹੀ ਤੌਰ ਤੇ ਹੁੰਦੀ ਆ, ਤਾਂ ਸਾਲਾਨਾ ਤੌਰ ਤੇ ਵਿਆਜ ਦੀ ਪ੍ਰਭਾਵੀ ਦਰ ਕਿੰਨੀ ਹੋਵੇਗੀ, ਮਤਲਬ ਨੈਟ ਰੇਟ ਪੁੱਛਿਆ ਇਹਨਾਂ ਨੇ ਕਿ ਨੈਟ ਰੇਟ ਕਿੰਨਾ ਹੋਊਗਾ, ਜੇ ਆਪਾਂ ਗੱਲ ਕਰੀਏ ਨੈਟ ਪੂਰੇ ਸਾਲ ਦਾ ਨੈਟ ਰੇਟ ਕਿੰਨਾ ਹੋਊਗਾ। ਦੇਖੋ 8% ਟੋਟਲ ਦਰ ਹੈ, ਤਾਂ ਅਗਰ ਜਿਹੜਾ ਵਿਆਜ ਛਿਮਾਹੀ ਲੱਗ ਰਿਹਾ ਤਾਂ ਇਟ ਮੀਨਸ 4% ਲੱਗੂਗਾ 6 ਮਹੀਨਿਆਂ ਦਾ। ਤਾਂ ਆਪਾਂ ਅਗਰ ਨੈਟ ਰੇਟ ਕੱਢਣਾ ਹੋਵੇ ਨਾ, ਕਦੇ ਵੀ ਨੈਟ ਰੇਟ ਕੱਢਣ ਦਾ ਇੱਕ ਫਾਰਮੂਲਾ ਹੁੰਦਾ A plus B plus AB upon 100, this is the formula। तो A ਕਿੰਨਾ ਆਪਣੇ ਕੋਲ 4, B ਵੀ ਕਿੰਨਾ ਹੈ 4, ਕਿਉਂਕਿ ਪਹਿਲੇ 6 ਮਹੀਨੇ ਵੀ 4% ਲੱਗੂਗਾ, ਅਗਲੇ 6 ਮਹੀਨੇ ਵੀ 4% ਲੱਗੂਗਾ। ਠੀਕ ਹੈ, ਹਾਫ ਕਿਉਂ ਕੀਤਾ, ਕਿਉਂਕਿ ਛਿਮਾਹੀ ਕਹਿ ਰਹੇ ਨੇ। ਫਿਰ A B ਮਤਲਬ 4 into 4 ਕਿੰਨਾ ਆ ਗਿਆ 16 upon 100, तो ये आ जाऊगा 4 ਤੇ 4 8, ਤੇ ਇੱਧਰ ਕੀ ਆ ਜਾਊਗਾ 0.16। तो अगर ਆਪਾਂ ਇਹਨਾਂ ਨੂੰ ਐਡ ਕਰੀਏ 8 ਤੇ 0.16 ਨੂੰ, ਤਾਂ 8.16% ਆਪਣੀ ਕੀ ਆ ਜਾਊਗੀ, ਨੈਟ ਵੈਲਿਊ ਆ ਜਾਊਗੀ। ਆਪਸ਼ਨ ਨੰਬਰ 2 ਕੀ ਹੈ ਇਸ ਕੁਐਸਚਨ ਦਾ ਕਰੈਕਟ ਆਂਸਰ ਹੈ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਦੇਖੋ ਜਿਹੜਾ ਥੋੜਾ ਜਿਹਾ ਵੱਡਾ ਹੈ, ਤੇ ਇਹਦੇ ਵਿੱਚ ਹੈ ਕੀ ਆ, ਕੀ ਕਹਿੰਦੇ ਨੇ, ਇਹਦੇ ਚ ਕਹਿੰਦੇ ਨੇ ਕਿ ਸਾਡੇ ਕੋਲ ਇੱਕ ਟ੍ਰਾਇੰਗਲ ਆ, ਇਹਨਾਂ ਦੀ ਆਪਾਂ ਨੂੰ ਰੇਸ਼ੀਓਸ ਦਿੱਤੀ ਹੋਈ ਆ 3 5 7। ਸੋ ਮੈਂ ਮੰਨ ਲਿਆ ਕਿ 3x 5x ਤੇ 7x, ਇਹ ਸਾਨੂੰ ਇਹਦੀ ਰੇਸ਼ੀਓ ਦਿੱਤੀ ਹੋਈ ਆ। ਠੀਕ ਹੈ, ਕਿ ਇੱਕ ਸਾਈਡ 3x ਹੈ, ਦੂਜੀ 5x ਹੈ, ਤੀਜੀ 7x ਹੈ। ਆਪਾਂ ਨੇ ਇਹਦਾ ਏਰੀਆ ਕੱਢਣਾ। ਸੋ ਜੇ ਟ੍ਰਾਇੰਗਲ ਦੀਆਂ ਸਾਰੀਆਂ ਸਾਈਡਾਂ ਇਕੁਅਲ ਨਾ ਹੋਣ, ਤਾਂ ਉੱਥੇ ਇੱਕੋ ਹੀ ਫਾਰਮੂਲਾ ਲੱਗਦਾ, ਹੀਰੋਇਨਸ ਫਾਰਮੂਲਾ, ਜਿਹਨੂੰ ਅਸੀਂ ਹੀਰੋਇਨਸ ਫਾਰਮੂਲਾ ਕਹਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਣਾ ਵੀ ਸਾਈਡਾਂ ਹੈ ਕਿੰਨੀਆਂ ਨੇ। ਹੁਣ ਦੇਖੋ ਸਾਨੂੰ ਇਹਦਾ ਪੈਰੀਮੀਟਰ ਦਿੱਤਾ ਹੋਇਆ, ਪੈਰੀਮੀਟਰ ਮਤਲਬ ਇਹਦਾ ਘੇਰਾ ਦਿੱਤਾ ਹੋਇਆ। ਘੇਰਾ ਕੀ ਹੁੰਦਾ, ਘੇਰਾ ਮਤਲਬ ਹੁੰਦਾ ਸਾਰੀਆਂ ਸਾਈਡਾਂ ਦਾ ਪਲੱਸ 3x 5x plus 7x। ਇਹ ਘੇਰਾ ਸਾਨੂੰ ਕੀ ਦਿੱਤਾ ਹੋਇਆ, ਘੇਰਾ ਦਿੱਤਾ ਹੋਇਆ ਸਾਨੂੰ 495।
ਤਾਂ ਇਹ ਆ ਜਾਊਗਾ 7 5 12 ਤੇ 5 15 12 ਤੇ 3 15 x ਆ ਗਿਆ। ਤੇ ਜੇ ਆਪਾਂ ਇਹਦੀ ਕਟਿੰਗ ਕਰੀਏ ਇਹ ਜਾਊਗਾ 15 ਤੀਆ 45 15 ਤੀਆ 45 x ਦੀ ਵੈਲਿਊ ਆ ਗਈ 33। ਠੀਕ ਹੈ, x ਦੀ ਵੈਲਿਊ 33 ਆ ਗਈ ਆਪਣੇ ਕੋਲ। ਹੁਣ ਆਪਾਂ 33 ਇੱਥੇ ਪੁੱਟ ਕਰ ਦੇਣੀ ਹੈ। ਪਹਿਲਾਂ 3x ਪੁੱਟ ਕਰਾਂਗੇ ਮਤਲਬ 99, ਫਿਰ 5x ਦੀ ਜਗ੍ਹਾ ਪੁੱਟ ਕਰਾਂਗੇ ਮਤਲਬ 165, ਫਿਰ 7x ਦੀ ਜਗ੍ਹਾ ਪੁੱਟ ਕਰਾਂਗੇ ਤਾਂ ਇਹ ਆ ਜਾਊਗਾ ਜੀ 231। ਠੀਕ ਹੈ, 231। ਤਾਂ ਆਪਣੇ ਕੋਲ ਆ ਤਿੰਨ ਸਾਈਡਾਂ ਆ ਗਈਆਂ। ਤਾਂ ਹੁਣ ਆਪਣੇ ਕੋਲ ਤਿੰਨ ਸਾਈਡਾਂ ਆ ਗਈਆਂ, ਇੱਕ ਆ ਗਈ 99, ਇੱਕ ਆ ਗਈ 165, ਇੱਕ ਹੈਗੀ 231। ਹੁਣ ਆਪਾਂ ਲਾਣਾ ਹੀਰੋਇਨਸ ਫਾਰਮੂਲਾ। ਹੀਰੋਇਨਸ ਫਾਰਮੂਲੇ ਦੇ ਵਿੱਚ ਆਪਾਂ ਕੀ ਕਰਦੇ ਹੁੰਨੇ ਆ, ਹੀਰੋਇਨਸ ਫਾਰਮੂਲਾ ਸਾਡੇ ਕੋਲ ਇਹ ਹੁੰਦਾ S minus A, S minus B, S minus C। तो ਇਹ ਹੈਗਾ ਜੀ ਸਾਡਾ ਹੀਰੋਇਨਸ ਫਾਰਮੂਲਾ। ਠੀਕ ਹੈ, ਇਹਨੂੰ ਅਸੀਂ ਹੀਰੋਇਨਸ ਫਾਰਮੂਲਾ ਕਹਿੰਦੇ ਆ। A B C ਦਾ ਮਤਲਬ ਕੀ ਹੈ ਉਹਦੇ ਸਾਈਡਾਂ, ਲਾਈਕ ਇੱਕ ਸਾਈਡ 99 ਆਈ ਹੈ, ਇੱਕ 165 ਆਈ ਹੈ, ਇੱਕ 231। S ਦਾ ਮਤਲਬ ਕੀ ਹੁੰਦਾ ਹੈ? S ਦਾ ਮਤਲਬ ਹੁੰਦਾ ਹੈ ਸੈਮੀ ਪੈਰੀਮੀਟਰ। ਸੈਮੀ ਪੈਰੀਮੀਟਰ ਕੀ ਹੁੰਦਾ ਹੈ? ਪੈਰੀਮੀਟਰ ਦਾ ਹਾਫ। ਠੀਕ ਹੈ, ਸੋ ਹੁਣੇ ਆਪਾਂ ਇੱਥੋਂ ਇਰੇਜ਼ ਕਰ ਦਿੰਦੇ ਆ ਕਿਉਂਕਿ ਆਪਣੇ ਕੋਲ ਸਪੇਸ ਘੱਟ ਆ। ਸੋ ਆਪਣੇ ਕੋਲ ਤਿੰਨ ਸਾਈਡ ਆ ਗਈਆਂ 99, 165 ਤੇ 231। ਹੁਣ ਅਸੀਂ ਸਭ ਤੋਂ ਪਹਿਲਾਂ ਅਗਰ ਦੇਖੀਏ ਸੈਮੀ ਪੈਰੀਮੀਟਰ। ਸੈਮੀ ਪੈਰੀਮੀਟਰ ਕੀ ਹੁੰਦਾ? ਪੈਰੀਮੀਟਰ ਦਾ ਹਾਫ। ਪੈਰੀਮੀਟਰ ਕੀ ਹੁੰਦਾ? ਤਿੰਨਾਂ ਸਾਈਡਾਂ ਦਾ ਜੋੜ। ਤਿੰਨਾਂ ਸਾਈਡਾਂ ਦਾ ਜੋੜ ਆਪਾਂ ਨੂੰ ਆਲਰੇਡੀ ਦਿੱਤਾ ਹੋਇਆ 495। ਜੇ ਨਹੀਂ ਵੀ ਦਿੱਤਾ ਹੁੰਦਾ ਆਪਾਂ ਤਿੰਨਾਂ ਸਾਈਡਾਂ ਨੂੰ ਪਲੱਸ ਕਰਕੇ ਕੱਢ ਲੈਂਦੇ। ਸੋ ਪੈਰੀਮੀਟਰ ਦਾ ਹਾਫ ਕੀ ਹੁੰਦਾ ਸਾਡੇ ਕੋਲ? ਪੈਰੀਮੀਟਰ ਦਾ ਹਾਫ ਹੁੰਦਾ ਸੈਮੀ ਪੈਰੀਮੀਟਰ। ਸੋ ਆਪਣੇ ਕੋਲ ਫਾਰਮੂਲਾ ਕੀ ਸੀਗਾ? S, ਪਹਿਲਾਂ ਆਪਾਂ ਲਿਖਾਂਗੇ S, ਇਹ S ਆ ਸਾਡੇ ਕੋਲ। ਫਿਰ ਲਿਖਾਂਗੇ S minus A ਮਤਲਬ 495/2 ਮਾਈਨਸ A ਕਿੰਨਾ ਹੈ? 99। ਫਿਰ ਆ ਜਾਊਗਾ ਜੀ 495/2 495/2 ਮਾਈਨਸ ਦੂਜੀ ਸਾਈਡ ਸੀਗੀ 165। ਫਿਰ ਆ ਜਾਊਗਾ ਜੀ 495/2 ਮਾਈਨਸ ਤੀਜੀ ਸਾਈਡ ਸੀਗੀ ਸਾਡੇ ਕੋਲ 231। ਠੀਕ ਹੈ, ਸੋ ਇਹ ਆਪਾਂ ਨੇ ਇਹਨੂੰ ਲਿਖ ਲਿਆ। ਹੁਣ ਆਪਾਂ ਕੀ ਕਰਾਂਗੇ? ਇਹਨੂੰ ਸੋਲਵ ਕਿੱਦਾਂ ਸੋਲਵ ਕਰਾਂਗੇ? ਦੇਖੋ ਇਹ ਆ ਜਾਊਗਾ 495/2। ਹੁਣ ਆਪਾਂ ਇਹਨਾਂ ਦੋਨਾਂ ਨੂੰ ਮਾਈਨਸ ਕਰਾਂਗੇ। ਠੀਕ ਹੈ, ਮਾਈਨਸ ਕਰਕੇ ਕਿੱਦਾਂ ਕਰਾਂਗੇ? ਇਹਦੇ ਥੱਲੇ 1 ਲਾ ਕੇ ਐਲਸੀਐਮ ਲੈ ਕੇ, ਠੀਕ ਹੈ, ਜਦੋਂ ਆਪਾਂ ਇਹਨੂੰ ਮਾਈਨਸ ਕਰਾਂਗੇ ਕਿੰਨਾ ਆ ਜਾਊਗਾ? 2 495 ਮਾਈਨਸ ਇਹ 2 ਇੱਧਰ ਮਲਟੀਪਲਾਈ ਹੋਊਗਾ 198 ਆ ਜਾਊਗਾ ਉਰੇ। ਠੀਕ ਹੈ, ਇਹ ਮਾਈਨਸ ਤੁਹਾਨੂੰ ਸਭ ਨੂੰ ਕਰਨਾ ਆਉਂਦਾ ਹੋਊਗਾ ਕਿ ਫ੍ਰੈਕਸ਼ਨ ਵਾਲੀ ਵੈਲਿਊ ਨੂੰ ਕਿੱਦਾਂ ਮਾਈਨਸ ਕਰੀਦਾ। ਸੋ ਇਹ ਬੇਸਿਕ ਗੱਲ ਹੈ। ਸੋ ਜੇ ਆਪਾਂ ਇਹਨੂੰ ਮਾਈਨਸ ਕਰਾਂਗੇ ਇੱਧਰ ਆ ਜਾਊਗਾ ਜੀ 297/2। ਠੀਕ ਹੈ, ਮਾਈਨਸ ਤੁਸੀਂ ਆਪ ਕਰ ਲੈਣਾ ਹੈ ਤੇ ਦੂਜੀ ਵੈਲਿਊ ਤੇ ਆਊਗਾ 297/2। ਸਿਮਿਲਰਲੀ ਦੂਜੀ ਵੈਲਿਊ ਨੂੰ ਮਾਈਨਸ ਕਰਾਂਗੇ ਇਹ ਆ ਜਾਊਗਾ 165/2 ਐਂਡ ਤੀਜੀ ਵੈਲਿਊ ਨੂੰ ਮਾਈਨਸ ਕਰਾਂਗੇ ਇੱਥੇ ਆ ਜਾਊਗਾ ਜੀ ਆਪਣੇ ਕੋਲ 33/2। ਠੀਕ ਹੈ, ਆਪਾਂ ਮਾਈਨਸ ਕਰ ਲਿਆ ਐਲਸੀਐਮ ਲੈ ਕੇ। ਠੀਕ ਹੈ, ਆਪਾਂ ਮਾਈਨਸ ਕਰ ਲਿਆ, ਆਪਣੇ ਕੋਲ ਆ ਵੈਲਿਊਜ਼ ਆ ਗਈਆਂ। ਹੁਣ ਆਪਾਂ ਨੇ ਕੀ ਕਰਨਾ ਦੇਖੋ, ਸੋ ਵੇਟ ਆਪਾਂ ਇਰੇਜ਼ ਕਰ ਲਈਏ, ਸਪੇਸ ਬਣ ਜੂਗੀ। ਹੁਣ ਦੇਖੋ ਆਪਾਂ ਨੇ ਕੀ ਕਰਨਾ ਹੁਣ, ਦੇਖੋ ਇੱਥੋਂ ਦੇਖੋ ਆਪਾਂ ਅੰਡਰ ਰੂਟ ਕੱਢਣਾ। ਅੰਡਰ ਰੂਟ ਕਿਵੇਂ ਕੱਢਦੇ ਹੁੰਦੇ ਆ? ਉਰੇ ਤੋਂ 2 ਕਾਮਨ ਨਿਕਲ ਗਿਆ, ਉਰੇ ਤੋਂ 2 ਕਿਉਂਕਿ ਪੇਅਰ ਬਣਦਾ ਪਿਆ ਨਾ। ਇਧਰੋਂ 2 ਕਾਮਨ ਨਿਕਲ ਜੂਗਾ, ਇਧਰੋਂ 2 ਕਾਮਨ ਨਿਕਲ ਜੂਗਾ, ਮਤਲਬ ਕਹਿਣ ਦਾ ਮਤਲਬ 4 ਤਾਂ ਬਾਹਰ ਨਿਕਲ ਹੀ ਗਿਆ। 4 ਤਾਂ ਬਾਹਰ ਨਿਕਲ ਹੀ ਗਿਆ। ਹੁਣ ਆਪਾਂ ਇਹਨਾਂ ਚੋਂ ਕਿਵੇਂ ਬਾਹਰ ਕੱਢੀਏ? ਤਾਂ ਇਹਦਾ ਇੱਕ ਸੌਖਾ ਤਰੀਕਾ ਹੁੰਦਾ ਹੈ ਕਿ ਤੁਸੀਂ ਇਹਨਾਂ ਨੂੰ ਸਪਲਿਟ ਕਰ ਲਓ। ਸਪਲਿਟ ਦਾ ਮਤਲਬ ਕੀ ਆ? ਪਹਿਲਾਂ ਇਹਨੂੰ ਅੰਦਰ ਹੀ ਰਹਿਣ ਦਿਓ। ਠੀਕ ਹੈ, ਪਹਿਲਾਂ ਇਹਨੂੰ ਆਪਾਂ ਉਵੇਂ ਰਹਿਣ ਦਿੰਦੇ ਆ 2 ਗੁਣਾ 2 ਗੁਣਾ 2 ਗੁਣਾ 2। ਠੀਕ ਹੈ, 4 2 ਸੀਗੇ, ਇਹਨੂੰ ਅੰਡਰ ਰੂਟ ਦੇ ਵਿੱਚ ਹੀ ਰਹਿਣ ਦਿੰਦੇ ਆ। ਆਪਾਂ ਉੱਪਰ ਵਾਲੇ ਨੂੰ ਸਪਲਿਟ ਕਰ ਲਿਆ। ਜੇ ਆਪਾਂ ਉੱਪਰ ਵਾਲੇ ਨੂੰ ਸਪਲਿਟ ਕਰੀਏ, ਸਪਲਿਟ ਕਿਵੇਂ ਕਰਦੇ ਹੁੰਦੇ ਆ? ਅਗੇਨ ਐਲਸੀਐਮ ਲੈ ਕੇ, ਮਤਲਬ ਇਹਨਾਂ ਨੂੰ ਆਪਾਂ ਇਹਨਾਂ ਦੇ ਪ੍ਰਾਈਮ ਫੈਕਟਰਸ ਬਣਾ ਲੈਣੇ ਆ। ਸੋ ਪ੍ਰਾਈਮ ਫੈਕਟਰਸ ਬਣਾਵਾਂਗੇ, ਇਹ ਜਾਊਗਾ ਜੀ 5 ਗੁਣਾ 5 ਗੁਣਾ 3 ਗੁਣਾ 3 ਗੁਣਾ 11। ਠੀਕ ਹੈ, ਉਸ ਤੋਂ ਬਾਅਦ 297 ਦੇ ਬਣਾ ਲਓ 3 ਗੁਣਾ। ਠੀਕ ਹੈ, ਪ੍ਰਾਈਮ ਫੈਕਟਰਸ ਕਿਵੇਂ ਬਣਾਏ ਆ? ਐਲਸੀਐਮ ਲੈ ਕੇ। ਐਲਸੀਐਮ ਲੈ ਕੇ ਇਹਨਾਂ ਦੇ ਪ੍ਰਾਈਮ ਫੈਕਟਰਸ ਬਣਾ ਲੈਣੇ ਆ 297 ਦੇ। 3 ਗੁਣਾ 3 ਗੁਣਾ 3 ਗੁਣਾ 11। ਫਿਰ 165 ਕੀ ਹੁੰਦਾ? 33 33 5 165 ਹੁੰਦਾ, ਮਤਲਬ 3 ਗੁਣਾ 11 ਇੰਟੂ 5 ਐਂਡ ਫਿਰ ਲਾਸਟ 33 ਹੈ। 33 ਕੀ ਹੁੰਦਾ? 3 ਇੰਟੂ 11 3 ਇੰਟੂ 11।
ठीक है। हुण आपां की करना है, इहदे पेयर बनाउणे ने, किहड़े-किहड़े पेयर, देखो इत्थों एक आ पेयर आ, इस पेयर चों 3 बाहर निकल गया, उस तो बाद आ पेयर आ, इत्थों भी 3 बाहर निकल गया, ठीक है। थोड़ा कैलकुलेटिव क्वेश्चन आ, इत्थों भी 3 बाहर निकल गया, उस तो बाद आ 11 ते आ 11 दा पेयर आ, इत्थों 11 बाहर निकल गया, उस तो बाद आ 3 ते आ 3 दा पेयर आ, इत्थों 3 बाहर निकल गया, उस तो बाद आ 11 ते अगेन आ 11 दा पेयर आ, इत्थों 11 बाहर निकल गया, उस तो बाद आ स्टार्टिंग वाला 5 ते आ 5 दा पेयर आ, इत्थों 5 बाहर निकल गया। हुण देखो पिछे कल्ला 1 3 बच गया, तो ये जिहड़ा 3 1 बच गया इहनूं असीं अंडर रूट च लिखांगे, अंडर रूट 3 डिवाइड बाय थल्ले कितना आ जाऊगा, इत्थों 2 बाहर निकल गया, इत्थों 2 बाहर निकल गया, मतलब 4 बाहर निकल गया, ठीक है। सो ये अपने कोल हुण की बन जाऊगा, ये जे आपां इहनूं मल्टीप्लाई करिए उपर वालिआं नूं, ठीक है। मैं इरेज कर दिंदी हां, तुसीं होप सो नोट डाउन कर लिया होना है, ठीक है। तो पॉज करके नोट डाउन कर लो अगर नहीं किता, ठीक है। सो ये आपां हुण जिहड़ी अपने कोल बच गया, अगर आपां नूं मल्टीप्लाई करिए बन जाऊगा 16335 डिवाइड बाय 4 ते पिछे की बच गया अंडर रूट 3, ठीक है। जे तुहानूं सब नूं पता होवे अंडर रूट 3 दी वैल्यू की हुंदी आ, अंडर रूट 3 दी वैल्यू याद रख लो कितनी हुंदी आ 1.732 1.732, ठीक है, डिवाइड बाय 4। बस अगे इहनूं सॉल्व कर देना है, इहनूं सॉल्व करके तुहाडा ये आंसर आ जाऊगा बी ऑप्शन, बी ऑप्शन आंसर आ जाऊगा, ठीक है। सो ये सीगा ये क्वेश्चन थोड़ा जिहा लेंथी आ, बट क्योंकि हुण देखो उन्होंने थोड़ा जिहा मतलब उन्होंने कैलकुलेशन ज़्यादा इहदे विच, होर कुछ नहीं हैगा। जे इत्थे इत्थे ही सौखियां रकमां हुंदियां ने तुहाडा सम 1 मिनट च निकल जाना सीगा। नैक्सट हैगा जी बॉड मास दा रूल लाना आपां ने 10 माइनस 2 स्क्वायर इंटू 4 स्क्वायर माइनस 12 प्लस 15। तो बॉड मास दा आपां रूल लाउणा है। देखो सब तो पहला की करांगे आपां 10 माइनस 2 दी स्क्वायर कितना आ गया 4। सब तो पहला ਅਸੀਂ ब्रैकेट सॉल्व करांगे, ठीक है। ब्रैकेट सॉल्व करांगे तो कितना आ जाऊगा 4 चौके 16 माइनस 12, इतने 16 है, 16 चो 12 के कितना आ गया 4 आ गया, प्लस 15 इजिकल टू अगे आ गया जी 10 माइनस, इतने आ जाऊगा हुण मल्टीप्लाई पहला सॉल्व करांगे 10 माइनस 16 प्लस 15, तो इनू सॉल्व करो हुण 10 चो इत्थों 16 चो 15 गए माइनस 1 आ जाऊगा क्योंकि बड़े रकम मोरे माइनस साइन है, फिर 10 चो 1 गए 9 आ जाऊगा, 9 किहदा अंडर रूट हुंदा 3 दा, तो इत्थे आंसर आ जाऊगा जी 3, बी ऑप्शन आंसर आ जाऊगा 3। नेक्स्ट क्या कहंदा पैरीमीटर ऑफ रेगुलर हेप्टागन इज 8.75, ਤਾਂ ਆਪਾਂ ਇਹਦੀ ਸਾਈਡ ਕੱਢਣੀ ਹੈ। ਦੇਖੋ ਹੈਪਟਾਗਨ ਕੀ ਹੁੰਦਾ ਹੈ, ਹੈਪਟਾਗਨ ਕੀ ਹੁੰਦਾ ਹੈ ਜਿਹਦੀਆਂ 7 ਸਾਈਡਾਂ ਹੁੰਦੀਆਂ ਨੇ, ਤੇ ਹੈਪਟਾਗਨ ਜਿਹਦੀਆਂ 7 ਸਾਈਡਾਂ ਹੁੰਦੀਆਂ ਨੇ ਤੇ ਹੈਪਟਾਗਨ ਰੈਗੂਲਰ ਹੈਪਟਾਗਨ मतलब ਸਾਰੀਆਂ ਸਾਈਡਾਂ ਬਰਾਬਰ ਨੇ, मतलब ਸਾਰੀਆਂ ਸਾਈਡਾਂ ਨੂੰ ਅਗਰ ਆਪਾਂ x ਮੰਨ ਲਈਏ ਤਾਂ ਅਗਰ ਉਹਨਾਂ ਦਾ ਆਪਾਂ ਪੈਰੀਮੀਟਰ ਲਈਏ ਤਾਂ 7x ਆ ਜਾਊਗਾ, ठीक है। हैप्टागन का पैरीमीटर की आ जाऊगा 7x आ जाऊगा रेगुलर हैप्टागन का, तो 7x की वैल्यू सानू 8.75 दी हुई है, 8.75, ठीक है। सो ये 7 नूं तुसीं उधर लै दो, ये किन्ने ते जाऊगा इधर कटिंग हो जूगी 7 दी, 7 एकम 7 पॉइंट 7 दूनी 14 7 5 35, कितना आंसर आ जाऊगा 1.25। तो इस ਜਿਹੜਾ 7 है ਇਹਦੀ कटिंग इधर 8.75 ना होगी, x की वैल्यू कितनी आ गई ਤੁਹਾਡੇ ਕੋਲ 1.25, मतलब ਜਿਹੜੀ साइड आ साइड कितनी आ गई ਤੁਹਾਡੇ ਕੋਲ 1.25 ਤੁਹਾਡੀ साइड आ गई। नेक्स्ट क्या कहते a b ਦਾ ग्रेटेस्ट नंबर, a ਇੱਕ ਨੰਬਰ ਆ ਜਿਹੜਾ ਇਹਨੂੰ ਵੀ ਡਿਵਾਈਡ ਕਰਦਾ, ਇਹਨੂੰ ਵੀ ਡਿਵਾਈਡ ਕਰਦਾ, ਇਹਨੂੰ ਵੀ ਡਿਵਾਈਡ ਕਰਦਾ। ਪਹਿਲੀ ਗੱਲ ਤਾਂ ਜਿੱਥੇ ਡਿਵਾਈਡ ਕੱਲਾ ਡਿਵਾਈਡ ਵਰਡ ਆ ਜਾਵੇ ਇਟ ਮੀਨਸ ਤੁਸੀਂ HCF ਕੱਢਣਾ ਹੈ, ਤੇ ਜੇ ਕੱਲਾ ਤੁਹਾਡੇ ਕੋਲ ਜੇ ਤੁਹਾਡੇ ਕੋਲ ਡਿਵਾਈਡ ਬਾਏ ਆ ਜਾਏ ਇਟ ਮੀਨਸ LCM ਕੱਢਣਾ ਹੈ। ਸੋ ਉਰੇ ਡਿਵਾਈਡ ਆ तो ਆਪਾਂ ਇਹਨਾਂ ਦਾ ਕੀ ਕਰਨਾ ਹੈ, ਇਹਨਾਂ ਦਾ ਆਪਾਂ HCF ਕੱਢਣਾ, ਠੀਕ ਹੈ। ਹੁਣ ਉਹ ਕਹਿ ਰਹੇ ਨੇ ਕਹਿੰਦੇ ਲਿਵਿੰਗ ਦਾ ਸੇਮ ਰਿਮਾਈਂਡਰ ਇਨ ਈਚ ਕੇਸ, ਹੁਣ ਉਹ ਕਹਿੰਦੇ ਜਦੋਂ ਜਿਹੜਾ A ਆ ਉਹ ਇਹਨਾਂ ਨੂੰ ਡਿਵਾਈਡ ਕਰਦਾ ਹੈ ਹਰੇਕ ਕੇਸ 'ਚ ਸੇਮ ਰਿਮਾਈਂਡਰ ਆਉਂਦਾ ਹੈ, ਠੀਕ ਹੈ। ਤਾਂ ਜਦ ਵੀ ਕਦੇ ਸੇਮ ਰਿਮਾਈਂਡਰ ਦੀ ਗੱਲ ਹੋਵੇ ਨਾ ਤਾਂ ਉੱਥੇ ਇੱਕ ਕੰਸੈਪਟ ਲੱਗਦਾ ਹੁੰਦਾ ਹੈ, ਉਹ ਕੰਸੈਪਟ ਕੀ ਆ, ਲਾਈਕ ਆਪਣੇ ਕੋਲ ਕੀ ਆ ਸਭ ਤੋਂ ਵੱਡਾ ਨੰਬਰ ਕਿਹੜਾ ਹੈ, ਸਭ ਤੋਂ ਵੱਡਾ ਨੰਬਰ ਨੂੰ ਆਪਾਂ A ਮੰਨ ਲਿਆ, B ਮੰਨ ਲਿਆ, C ਮੰਨ ਲਿਆ। ਤਾਂ ਸਭ ਤੋਂ ਪਹਿਲਾਂ ਇਹ 'ਚ ਕੀ ਕਰਾਂਗੇ ਆਪਾਂ A ਮਾਈਨਸ B, ਫਿਰ ਆਪਾਂ ਕੀ ਕਰਾਂਗੇ B ਮਾਈਨਸ C ਤੇ ਫਿਰ ਕੀ ਕਰਾਂਗੇ A ਮਾਈਨਸ C, ਠੀਕ ਹੈ। ਸੋ ਆਪਾਂ ਨੇ ਇਹ ਕੰਸੈਪਟ ਲਾਉਣਾ ਕਿ ਆਪਣੇ ਕੋਲ ਸੇਮ ਰਿਮਾਈਂਡਰ ਕਹਿ ਰਹੇ ਨੇ, ਪਹਿਲਾਂ A ਚੋਂ B ਕੱਢਣਾ ਹੈ, ਫਿਰ B ਚੋਂ C, ਫਿਰ A ਚੋਂ C, ਫਿਰ ਜਿਹੜੀਆਂ 3 ਵੈਲਿਊਜ਼ ਆਉਣਗੀਆਂ ਉਹਨਾਂ 3 ਵੈਲਿਊਜ਼ ਦਾ ਅਸੀਂ ਕੀ ਕਰ ਲੈਣਾ ਹੈ HCF ਕੱਢ ਲੈਣਾ ਹੈ। ਜਿਹੜੀਆਂ 3 ਵੈਲਿਊਜ਼ ਆਉਣਗੀਆਂ ਸੋ ਆਪਾਂ ਅਗਰ A ਤੋਂ B ਮਾਈਨਸ ਕਰੀਏ मतलब
5905 चों 4665 माइनस करिए तो आ जाऊगा 0, 5 5 के 0, ठीक है, 10 चो 6 के 4, 8 चो 6 के 2, 5 1240 आ गया। ਸਿਮਿਲਰਲੀ ਦੂਜੀ ਵੈਲਿਊ ਨੂੰ ਜੇ ਆਪਾਂ ਮਾਈਨਸ ਕਰੀਏ b ਚੋਂ c, ਇਹਨੂੰ ਇਹਦੇ ਚੋਂ ਮਾਈਨਸ ਕਰੀਏ 5 5 ਕੇ 0, 6 6 ਚੋਂ 3 ਕੇ 3, 4 ਚੋਂ 3 ਕੇ, ਇਹ ਆ ਜਾਊਗਾ 1360, 1360 ਆ ਗਿਆ। ਉਸ ਤੋਂ ਬਾਅਦ ਜੇ ਆਪਾਂ a ਚੋਂ c ਮਾਈਨਸ ਕਰੀਏ, ਮਤਲਬ ਇਹਨੂੰ ਇਹਦੇ ਨਾਲ ਮਾਈਨਸ ਕਰੀਏ 5 5 ਕੇ 0, 0 ਦਾ 0 ਆ ਗਿਆ, ਅੱਗੇ 9 ਚੋਂ 3 ਕੇ 6 ਆ ਗਿਆ, 5 3 ਕੇ 2, ਇਹ ਆ ਗਿਆ 2600। तो तीन वैल्यूज आ गई 1240, 1360, 2600। ਹੁਣ ਆਪਾਂ ਕੀ ਕੱਢਣਾ, ਹੁਣ ਆਪਾਂ ਇਦਾਂ ਦਾ ਕੱਢਣਾ ਹੈ ਜੀ HCF, ਠੀਕ ਹੈ। ਸੋ ਤਿੰਨ ਵੈਲਿਊਜ਼ ਆ ਗਈਆਂ, ਯਾਦ ਰੱਖ ਲਓ 1240, 1360 ਤੇ 2600। HCF ਦੇ ਵਿੱਚ ਕੀ ਕਰਾਂਗੇ, ਪਹਿਲਾਂ ਸਭ ਤੋਂ ਪਹਿਲਾਂ ਅਸੀਂ ਵੱਡੀ ਰਕਮ, ਸਭ ਤੋਂ ਵੱਡੀ ਰਕਮ ਕਿਹੜੀ ਆ 2600, ਉਹ ਅੰਦਰ ਰੱਖਾਂਗੇ ਤੇ ਉਸ ਤੋਂ ਛੋਟੀ ਰਕਮ ਕਿਹੜੀ ਆਈ ਸੀ ਸਾਡੇ ਕੋਲ 1360, ਇਹਦੇ ਨਾਲ ਇਹਨੂੰ ਕਰਾਂਗੇ ਡਿਵਾਈਡ। ਸੋ ਇਹ ਜਾਊਗਾ 1 ਤੇ 1360 ਆ ਗਿਆ, 0, 10 ਚੋਂ 6 के 4, इधर आ जाऊगा 5 5 3 के 2, 240 आ गया, सॉरी 1240 आ गया। 1240 ਨੂੰ ਬਾਹਰ ਰੱਖਾਂਗੇ, ਹੁਣ 1360 ਨੂੰ ਅੰਦਰ ਰੱਖਾਂਗੇ, ਇਹ ਕਿੰਨੇ ਤੇ ਜਾਊਗਾ 1 ਤੇ ਜਾਊਗਾ, तो ਇਹ ਆ ਜਾਊਗਾ 0 2 1, ਇਹ ਆ ਗਿਆ 120। ਹੁਣ 120 ਨੂੰ ਬਾਹਰ ਰੱਖਾਂਗੇ, 1240 ਨੂੰ ਅੰਦਰ ਰੱਖਾਂਗੇ, तो 120 ਦੇ ਟੇਬਲ ਤੇ 1240 ਆਂਦਾ ਹੈ, नहीं आता। 120 ਦੇ ਟੇਬਲ ਤੇ 10 ਤੇ ਜਾਊਗਾ 1200, 1200 ਜਾਊਗਾ। ਫਿਰ ਪਿੱਛੇ ਕਿੰਨਾ ਬਚ ਗਿਆ, 40 ਬਚ ਗਿਆ। ਫਿਰ 40, ਹੁਣ 120 ਨੂੰ ਅੰਦਰ ਰੱਖਾਂਗੇ ਤਾਂ ਪੂਰਾ ਪੂਰਾ ਚਲੇ ਜਾਊਗਾ, 40 ਤੀਆ ਕਿੰਨਾ ਹੁੰਦਾ ਹੈ, 40 ਤੀਆ 120। तो ਹੁਣ ਆਪਣੇ ਕੋਲ ਐਂਡ ਦੇ ਵਿੱਚ 40 ਬਚਿਆ ਹੈ। ਹੁਣ ਜਿਹੜਾ 40 ਬਚਿਆ, ਜਿਹੜੀ ਇੱਕ ਰਕਮ ਸਾਡੇ ਕੋਲ ਰਹਿ ਗਈ ਸੀਗੀ, ਇੱਕ ਰਕਮ ਸਾਡੇ ਕੋਲ ਜਿਹੜੀ ਰਹਿ ਗਈ ਸੀਗੀ, ਕਿਹੜੀ ਰਹਿ ਗਈ ਸੀ 1240, ਹੁਣ ਉਹਦੇ ਨਾਲ ਕਰਾਂਗੇ ਇਹਨੂੰ। ਤੇ 40 ਦੇ ਟੇਬਲ ਤੇ 1240 ਕਿੰਨੇ ਤੇ ਜਾਊਗਾ 31 ਤੇ, ठीक है, क्योंकि 30 ਤੇ 1200 ਚੱਲ ਜਾਊਗਾ, 31 ਤੇ 1240। तो ਐਟ ਦਾ ਐਂਡ ਸਾਡੇ ਕੋਲ 40 ਬਚ ਰਿਹਾ। ਹੁਣ ਉਹਨਾਂ ਨੇ ਕੀ ਪੁੱਛਿਆ ਕਿ ਜਿਹੜਾ ਵੀ ਆਨਸਰ ਤੁਹਾਡੇ ਕੋਲ ਆ ਰਿਹਾ ਹੈ ਉਹਦੀਆਂ ਸਮ ਆਫ ਡਿਜਿਟਸ ਪਤਾ ਕਰਨਾ ਹੈ। ਸੋ 40 ਆ, 40 ਦੀਆਂ ਜੇ ਆਪਾਂ ਸਮ ਆਫ ਡਿਜਿਟਸ ਪਤਾ ਕਰਾਂਗੇ ਕਿੰਨਾ ਆਨਸਰ ਆਊਗਾ, 4 ਆਨਸਰ ਆ ਜਾਊਗਾ ਇਹਦਾ। ਤੇ ਇਹਦਾ ਆਨਸਰ ਆ ਜਾਊਗਾ ਆਪਸ਼ਨ ਨੰਬਰ 3, 4। ਨੈਕਸਟ ਕਹਿੰਦਾ ਬਾय ਸੈਲਿੰਗ ਅ ਡਰੈਸ for rupees 768, ਰੀਆ losses 4%। ਕਹਿੰਦਾ ਜੇ ਜਿਹੜੀ ਰੀਆ ਹੈ ਉਹ ਕਿਸੇ ਡਰੈਸ ਨੂੰ 768 ਰੁਪਏ ਦੀ ਵੇਚਦੀ ਆ ਤਾਂ ਉਹਨੂੰ 4% ਦਾ ਲਾਸ ਹੁੰਦਾ ਹੈ। ਤਾਂ ਕਹਿੰਦਾ ਉਹ ਕਿੰਨੇ ਦੀ ਵੇਚੇ ਕਿ ਉਹਨੂੰ 6% ਦਾ ਗੇਨ ਹੋਵੇ। ਤਾਂ ਸਿੰਪਲ ਜੀ ਗੱਲ ਹੈ, ਦੇਖੋ ਆਪਾਂ ਮੰਨ ਲਿਆ ਵੀ 100, ਆਪਾਂ ਮੰਨ ਲਿਆ ਕਿ ਜਿਹੜਾ 100% ਆ ਉਹਦਾ ਕੋਸਟ ਪ੍ਰਾਈਸ ਆ, 100% ਕੋਸਟ ਪ੍ਰਾਈਸ ਆ, ਠੀਕ ਹੈ। ਉਹਨੇ ਕੀ ਕੀਤਾ 4% ਘਾਟੇ ਦੇ ਵੇਚੀ, ਮਤਲਬ ਅਗਰ 100 ਰੁਪਏ ਦੀ ਕੋਈ ਚੀਜ਼ ਸੀ ਉਹਨੇ 96 ਦੀ ਵੇਚੀ, ਤਾਂ 96 ਦੀ ਵੈਲਿਊ ਸਾਡੇ ਕੋਲ ਦਿੱਤੀ ਹੋਈ ਆ 768, 96 ਦੀ ਵੈਲਿਊ ਉਹਦੇ ਆਪਣੇ ਕੋਲ ਦਿੱਤੀ ਹੋਈ ਆ 768, 4% ਦਾ ਲਾਸ ਹੋਇਆ, ਮਤਲਬ 100 ਰੁਪਏ ਦੀ ਚੀਜ਼ ਸੀ ਉਹਨੇ 96 ਦੀ ਵੇਚੀ। 96 ਦੀ ਵੈਲਿਊ ਕਿੰਨੀ ਆ 768, ਇਹ ਕਟਿੰਗ ਹੋ ਜਾਣਾ ਪੂਰਾ ਪੂਰਾ, 96 ਦੇ ਟੇਬਲ ਤੇ ਜਾਣਾ ਹੈ 8 ਤੇ, 96 8 768, ਇਹ ਆ ਜਾਊਗਾ 8, ਇੱਕ ਦੀ ਵੈਲਿਊ 8 ਆ ਗਈ। ਹੁਣ ਆਪਾਂ ਕੋਸਟ ਪ੍ਰਾਈਸ ਕੱਢਣਾ ਹੈ, ਸੋ ਕੋਸਟ ਪ੍ਰਾਈਸ ਕੱਢਣ ਦੀ ਲੋੜ ਹੀ ਨਹੀਂ। ਹੁਣ ਉਹ ਕਹਿੰਦੇ ਵੀ ਜੇ ਉਹ 6% ਗੇਨ ਤੇ ਵੇਚਦੀ, ਮਤਲਬ 100 ਰੁਪਏ ਦੀ ਚੀਜ਼ ਸੀਗੀ, ਜੇ ਉਹ 106 ਰੁਪਏ ਦੀ ਵੇਚਦੀ, ਠੀਕ ਹੈ, ਤਾਂ ਉਹਨੂੰ ਉਹ ਚੀਜ਼ ਕਿੰਨੇ ਦੀ ਪੈਂਦੀ। ਸੋ ਇੱਕ ਦੀ ਵੈਲਿਊ ਕਿੰਨੀ ਆ 8 ਆ, ਤੇ ਜੇ ਉਹੀ ਉਹ 106 ਦੀ ਵੇਚਦੀ, तो ਆਪਾਂ 106 ਦੀ ਵੈਲਿਊ ਕੱਢਣੀ ਆ। तो 106 ਦੀ ਵੈਲਿਊ ਕਿੰਨੀ ਆਊਗੀ, ਅਗਰ ਇੱਕ ਦੀ ਵੈਲਿਊ 8 ਆ, 106 ਦੀ ਵੈਲਿਊ 8, 106 into 8 ਆ ਜੂਗੀ। तो अगर ਆਪਾਂ ਇਹਨੂੰ ਮਲਟੀਪਲਾਈ ਕਰਾਂਗੇ ਆਪਣੇ ਕੋਲ 848 ਆਂਸਰ ਆ ਜਾਊਗਾ, ਠੀਕ ਹੈ। ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ ਕਿ ਆਪਾਂ ਮੰਨ ਲਿਆ ਕਿ ਕੋਈ ਚੀਜ਼ 100 ਰੁਪਏ ਦੀ ਸੀਗੀ, ਕੋਸਟ ਪ੍ਰਾਈਸ ਉਸ ਚੀਜ਼ ਦਾ 100 ਰੁਪਏ ਦਾ ਸੀਗਾ, 100 ਰੁਪਏ ਦੀ ਸੀਗੀ ਉਹ, ਠੀਕ ਹੈ। ਉਹਨੇ 4% ਦੇ ਘਾਟੇ ਦੇ ਵੇਚੀ, ਮਤਲਬ 100 ਦੀ ਚੀਜ਼ ਸੀ ਉਹਨੇ 96 ਰੁਪਏ ਦੀ ਵੇਚਤੀ, ਘਾਟਾ ਹੋਇਆ 4 ਦਾ, ਠੀਕ ਹੈ। 96 ਦੀ ਵੇਚਤੀ ਤੇ ਕਿੰਨੇ, 96 ਦੀ ਜਿਹੜੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਆ 768 ਆ, ਤਾਂ ਇੱਕ ਦੀ ਵੈਲਿਊ ਕੱਢ ਲਈ 8 ਆ। ਹੁਣ ਉਹ ਕਹਿੰਦੇ ਵੀ ਜੇ ਉਹਨੂੰ ਗੇਨ ਤੇ ਵੇਚਦੀ, ਕਿੰਨੇ ਦੇ ਗੇਨ ਤੇ ਵੇਚਦੀ 6% ਦੇ ਗੇਨ ਤੇ ਵੇਚਦੀ, ਠੀਕ ਹੈ। ਤਾਂ ਅਗਰ 100 ਦੀ ਚੀਜ਼ ਸੀ, ਮਤਲਬ 106 ਦੀ ਵੇਚਦੀ, ਤਾਂ ਕਿੰਨੇ ਦੀ ਪੈਂਦੀ ਉਹ ਚੀਜ਼ ਉਹਨੂੰ, ਤਾਂ ਆਪਾਂ 106 ਦੀ ਵੈਲਿਊ ਕੱਢਣੀ ਆ। ਜੇ ਇੱਕ ਦੀ ਵੈਲਿਊ 8 ਆ, 106 ਦੀ ਕਿੰਨੀ ਹੋ ਜੂਗੀ, 106 into 8, ਆਂਸਰ ਆ ਗਿਆ 848 ਰੁਪਏ। ਨੈਕਸਟ ਹੈਗਾ ਜੀ 729 under root 3, 115 ਦੀ ਪਾਵਰ ਉਰੇ ਵੀ 3 ਹੀ ਆ, ਮਲਟੀਪਲਾਈ ਬਾय 90। ਹੁਣ ਦੇਖੋ ਜਿਹੜਾ 729, ਇਹ ਹੈਗਾ 729, ਕਿਊਬ ਰੂਟ ਦਾ ਮਤਲਬ ਹੁੰਦਾ ਹੈ 1/3, ਇਹ ਯਾਦ ਰੱਖੋ, ਕਿਊਬ ਰੂਟ ਦਾ ਮਤਲਬ ਹੁੰਦਾ ਹੈ 1/3। ਤਾਂ ਉਰੇ 729 ਆ, 729 ਇਹ ਆ ਗਿਆ ਜੀ 729 ਦੀ ਪਾਵਰ 1/3, ਕਿਉਂਕਿ ਕਿਊਬ ਰੂਟ ਦਾ ਮਤਲਬ ਇੱਥੇ ਦਿੱਤਾ ਹੋਇਆ 1/3।
ਉਸ ਤੋਂ ਬਾਅਦ ਉਰੇ ਹੈਗਾ ਜੀ 115 ਬਟਾ 1/15 ਦੀ ਪਤਾ ਨਹੀਂ ਉਰੇ ਸਕੇਅਰ ਆ, ਪਤਾ ਨਹੀਂ ਉਰੇ ਲਾਈਕ ਹੋਆ ਮੈਨੂੰ ਲੱਗਦਾ ਕਿਊਬ ਹੀ ਆ ਸ਼ਾਇਦ ਉਰੇ, ਠੀਕ ਹੈ ਕਿਊਬ ਹੀ ਆ ਮੈਨੂੰ ਲੱਗਦਾ, ਸਕੇਅਰ ਤਾਂ ਨਹੀਂ ਹੈਗਾ। ਤੇ ਬਾਕੀ ਇੱਕ ਵਾਰੀ ਚੈੱਕ ਵੀ ਕਰ ਲੈਂਦੇ ਆਪਾਂ ਕੀ ਹੈ ਇੱਥੇ। ਵੇਟ ਹਾਂਜੀ ਇੱਥੇ ਕਿਊਬ ਰੂਟ ਹੀ ਹੈ ਜੀ 3 ਹੈ ਇੱਥੇ, तो ਇੱਥੇ ਹੈਗਾ ਜੀ 3 ਮਲਟੀਪਲਾਈ ਬਾਈ 90। ਹੁਣ ਆਪਾਂ ਇਹਨੂੰ ਸੋਲਵ ਕਰਦੇ ਹਾਂ। ਦੇਖੋ 729 ਕਿਹਦੀ ਕਿਊਬ ਹੁੰਦਾ? 9 ਦੀ ਕਿਊਬ ਹੁੰਦਾ, 9 ਦੀ ਕਿਊਬ ਤੇ ਹੋਲ ਪਾਵਰ ਕਿੰਨੀ ਆ 1/3, ਠੀਕ ਹੈ। ਸੋ 3 ਨਾਲ 3 ਕੈਂਸਲ ਹੋ ਗਿਆ ਤਾਂ ਉਰੇ ਤਾਂ ਕੱਲਾ 9 ਹੀ ਬਚ ਗਿਆ। ਮਲਟੀਪਲਾਈ ਬਾਏ 1/15 ਦੀ ਪਾਵਰ 3 ਆ, ਮਤਲਬ ਇਹਨੂੰ ਤੁਸੀਂ ਲੈ ਲਓ 15 ਦੀ ਪਾਵਰ 3 ਏਦਾਂ ਲੈ ਸਕਦੇ ਹਾਂ, ਕਿਉਂਕਿ 1 ਦੀ ਪਾਵਰ 3 ਤਾਂ 1 ਹੀ ਆ ਜਾਊਗਾ। 90 ਕੀ ਹੁੰਦਾ 9 into 10 9 into 10 90 ਹੁੰਦਾ, ਠੀਕ ਹੈ 9 into 10। ਹੁਣ ਤੁਸੀਂ ਨਾ ਇਹਨੂੰ ਖੋਲ ਲਓ, ਜਿਵੇਂ 9 ਹੈ 9 ਨੂੰ ਕੀ ਲਿਖ ਸਕਦੇ ਹਾਂ ਆਪਾਂ 9 ਨੂੰ ਲਿਖ ਸਕਦੇ ਹਾਂ 3 ਦੀ ਸਕੁਅਰ। ਹੁਣ ਇੱਥੇ 15 ਦੀ ਕਿਊਬ ਆ, 15 ਕੀ ਹੁੰਦਾ 5 ਤੇ 15 ਹੁੰਦਾ, ਤਾਂ ਉਹ ਲਿਖ ਸਕਦੇ ਹਾਂ 5 ਦੀ ਕਿਊਬ ਇੰਟੂ 3 ਦੀ ਕਿਊਬ, ਕਿਉਂਕਿ ਜਿਹੜੀ ਕਿਊਬ ਆ ਉਹ ਦੋਨਾਂ ਦੀ ਆ 5 ਦੀ ਕਿਊਬ 3 ਦੀ ਕਿਊਬ। 90 ਹੁੰਦਾ 9 into 10, 9 ਨੂੰ ਆਪਾਂ ਅਗੇਨ 3 ਦੀ ਸਕੁਅਰ ਤੇ 10 ਨੂੰ ਆਪਾਂ ਖੋਲ ਕੇ ਲਿਖ ਸਕਦੇ ਹਾਂ 5 into 2 5 into 2, ਠੀਕ ਹੈ ਉਰੇ 3 ਦੀ ਸਕੁਅਰ ਆ। ਹੁਣ ਦੇਖੋ ਉਰੇ ਵੀ ਕੀ ਆ 3 ਦੀ ਸਕੁਅਰ, ਉਰੇ ਵੀ 3 ਦੀ ਸਕੁਅਰ ਆ, ਇਹ ਆ ਜਾਊਗਾ 3 ਦੀ ਪਾਵਰ 4 into 2 into 5, ਥੱਲੇ ਕਿੰਨਾ ਹੈ 5 ਦੀ ਪਾਵਰ 3 ਦੀ ਪਾਵਰ 3। तो ਜੇ ਆਪਾਂ ਇਹਨੂੰ ਸੋਲਵ ਕਰੀਏ ਦੇਖੋ ਉਰੇ 3 ਆ ਉਰੇ ਵੀ 3 ਆ, ਇਹ ਸੇਮ ਨੇ ਡਿਵਾਈਡ ਚ ਪਏ ਨੇ, ਪਾਵਰਾਂ ਕੀ ਹੋ ਜਾਣਗੀਆਂ ਮਾਈਨਸ, ਉਰੇ ਵੀ 3 ਦੀ ਪਾਵਰ 4 ਆ ਥੱਲੇ ਵੀ 3 ਦੀ ਪਾਵਰ 3 ਆ, ਦੋਨੋਂ ਰਕਮਾਂ ਡਿਵਾਈਡ ਚ ਪਈਆਂ ਨੇ ਤਾਂ ਇਹਨਾਂ ਦੀਆਂ ਪਾਵਰਾਂ ਹੋ ਜਾਣਗੀਆਂ ਮਾਈਨਸ। ਸੋ ਇੱਥੇ ਆ ਜਾਊਗਾ 3 ਦੀ ਪਾਵਰ 1, ਕਿਉਂਕਿ ਉੱਪਰ 4 ਆ ਥੱਲੇ 3 ਹੈ, ਤਾਂ ਇਹ ਆ ਜਾਊਗਾ ਜੀ 4 ਚ 3 ਗਏ 1 ਆ ਗਿਆ। ਉਸ ਤੋਂ ਬਾਅਦ ਉੱਪਰ ਕੀ ਬਚ ਗਿਆ ਹੋਰ ਆਪਣੇ ਕੋਲ 2 ਬਚ ਗਿਆ, ਥੱਲੇ ਕਿੰਨਾ ਆ ਜਾਊਗਾ ਉਰੇ 5 ਹੈ, ਉਰੇ 5 ਦੀ ਪਾਵਰ 3 ਹੈ, 1 5 ਨਾਲ ਆ ਕੱਟਿਆ ਗਿਆ, ਮਤਲਬ ਥੱਲੇ ਕੀ ਬਚ ਜੂਗਾ ਕੱਲਾ 5 ਦੀ ਸਕੁਅਰ ਬਚ ਜੂਗਾ, 5 ਦੀ ਸਕੁਅਰ ਬਚ ਜੂਗਾ। तो आंसर की आ जाऊगा जी 3 2 6 अपॉन थल्ले की आ जाऊगा जी 25 6/25। तो 6/25 ਨੂੰ ਜੇ ਤੁਸੀਂ ਡਿਵਾਈਡ ਕਰਦੇ ਹੋ 6/25 ਨੂੰ ਜੇ ਤੁਸੀਂ ਡਿਵਾਈਡ ਕਰਦੇ ਹੋ ਕਿੰਨਾ ਆਂਸਰ ਆ ਜਾਊਗਾ 6/25 ਨੂੰ ਜੇ ਤੁਸੀਂ ਡਿਵਾਈਡ ਕਰਦੇ ਹੋ ਤਾਂ ਆਂਸਰ ਆ ਜਾਊਗਾ ਜੀ ਆਪਣੇ ਕੋਲ 0.24। ਨੈਕਸਟ ਹੈਗਾ ਜੀ ਅਗਲਾ ਕੁਐਸਚਨ, ਆਪਾਂ x ਦੀ ਵੈਲਿਊ ਕੱਢਣੀ ਹੈ। ਕਿਵੇਂ ਕੱਢਾਂਗੇ x ਦੀ ਵੈਲਿਊ? ਇੱਥੇ ਹੈਗਾ 480 ਡਿਵਾਈਡ ਬਾਈ 8, 8 ਨੂੰ ਜੇ ਤੁਸੀਂ 480 ਨਾਲ ਡਿਵਾਈਡ ਕਰਦੇ ਹੋ ਕਿੰਨਾ ਆ ਜਾਊਗਾ ਜੀ 60 ਪਲੱਸ 915 ਨੂੰ ਅਗਰ ਆਪਾਂ 15 ਨਾਲ ਡਿਵਾਈਡ ਕਰਦੇ ਹਾਂ, ਠੀਕ ਹੈ ਇੱਥੇ ਡਿਵਾਈਡ ਪਹਿਲਾਂ ਬ੍ਰੈਕਟਸ ਨੂੰ ਸੋਲਵ ਕਰਾਂਗੇ। 915 ਨੂੰ ਅਗਰ ਆਪਾਂ ਡਿਵਾਈਡ ਕਰਦੇ ਹਾਂ 15 ਦੇ ਨਾਲ, ਇਹ ਆ ਜਾਊਗਾ 15 ਛਿਕਾ 90 ਤੇ 15 ਏਕਮ 15 61 ਮਾਈਨਸ x ਪਲੱਸ ਇੱਥੇ ਆਪਾਂ 31 ਨੂੰ 4 ਨਾਲ ਮਲਟੀਪਲਾਈ ਕੀਤਾ, ਇਹ ਆ ਜਾਊਗਾ 124। ਉਸ ਤੋਂ ਬਾਅਦ ਹੈਗਾ 1120 ਨੂੰ ਅਗਰ ਆਪਾਂ 16 ਨਾਲ ਡਿਵਾਈਡ ਕਰਦੇ ਹਾਂ ਆ ਜਾਊਗਾ 70 ਤੇ ਇਹ ਆ ਜਾਊਗਾ ਜੀ ਇੰਟੂ 3। ਸਾਰਾ ਸੋਲਵ ਕਰ ਲਿਆ ਆਪਾਂ ਨੇ, ਇਹ ਆ ਜਾਊਗਾ ਇਹਨਾਂ ਨੂੰ ਅਗਰ ਆਪਾਂ ਐਡ ਕਰੀਏ 121 ਮਾਈਨਸ x ਪਲੱਸ 124 ਤੇ ਇੱਥੇ ਕਿੰਨਾ ਆ ਜਾਊਗਾ 210 210 ਆ ਜਾਊਗਾ, ਠੀਕ ਹੈ। ਇਹ ਸੋਲਵ ਕੀਤਾ ਆਪਾਂ ਨੇ, x ਨੂੰ ਉੱਧਰ ਲੈ ਜਾਓ 210 ਨੂੰ ਇੱਧਰ ਲਿਆਓ, ਇਹ ਆ ਜਾਊਗਾ 121 ਤੇ 124 ਆ ਜਾਊਗਾ 4 ਤੇ 1 5 2 2 4 245 ਆ ਗਿਆ ਤੇ 210 ਇੱਧਰ ਤੱਕ ਮਾਈਨਸ ਦਾ ਹੋ ਜਾਊਗਾ, 245 ਚੋਂ 210 ਗਏ 35 ਆਂਸਰ ਆ ਗਿਆ ਸਾਡੇ ਕੋਲ। ਸੋ x ਦੀ ਵੈਲਿਊ 35 ਆ ਗਈ। ਨੈਕਸਟ ਹੈਗਾ ਕਹਿੰਦਾ ਜਿਹੜਾ ਬੈਨ ਆ ਉਹ 2 ਪਾਰਟਸ ਦੇ ਵਿੱਚ ਆਪਣੀ ਜਰਨੀ ਕੰਪਲੀਟ ਕਰਦਾ ਹੈ, ਠੀਕ ਹੈ। ਜਿਹੜਾ ਬੈਨ ਆ ਉਹ 2 ਪਾਰਟਸ 'ਚ ਆਪਣੀ ਜਰਨੀ ਕੰਪਲੀਟ ਕਰਦਾ ਹੈ, ਠੀਕ ਹੈ। ਫਸਟ ਪਾਰਟ ਦੇ ਵਿੱਚ ਉਹ 30 ਦੀ ਸਪੀਡ ਨਾਲ ਜਾਂਦਾ 2 ਘੰਟੇ ਦੇ ਵਿੱਚ, ਤੇ ਦੂਜੇ ਦੇ ਵਿੱਚ ਉਹ 15 ਮਿੰਟ ਦੇ ਵਿੱਚ ਕੰਪਲੀਟ ਕਰਦਾ 13 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ। ਆਪਾਂ ਡਿਸਟੈਂਸ ਕੱਢਣਾ ਹੈ, ਸੋ ਡਿਸਟੈਂਸ ਕੀ ਹੁੰਦਾ ਡਿਸਟੈਂਸ ਹੁੰਦਾ ਸਪੀਡ ਇਨਟੂ ਟਾਈਮ। ਪਹਿਲੇ ਕੇਸ 'ਚ ਸਪੀਡ 30 ਆ, ਟਾਈਮ 2 ਘੰਟੇ ਆ, ਸਪੀਡ ਇਨਟੂ ਟਾਈਮ ਕਰਾਂਗੇ, ਡਿਸਟੈਂਸ ਕਿੰਨਾ ਕਵਰ ਕੀਤਾ 60 ਕਿਲੋਮੀਟਰ। ਦੂਜੇ ਦੇ ਵਿੱਚ ਸਪੀਡ ਕਿੰਨੀ ਆ, ਸਪੀਡ ਹੈਗੀ ਆ 13, ਟਾਈਮ ਹੈਗਾ 15 ਮਿੰਟ, तो 15 ਮਿੰਟ ਟਾਈਮ ਹੈ, ਠੀਕ ਹੈ 15 ਮਿੰਟ ਟਾਈਮ ਹੈ। ਸੋ ਜੇ ਆਪਾਂ ਇਹਨਾਂ ਨੂੰ ਘੰਟਿਆਂ 'ਚ ਕਨਵਰਟ ਕਰਨਾ ਹੋਵੇ ਤਾਂ ਇਹਨੂੰ ਡਿਵਾਈਡ ਬਾਈ 60 ਕਰ ਦਾਂਗੇ, ਠੀਕ ਹੈ। ਇਹਨੂੰ ਆਪਾਂ ਡਿਵਾਈਡ ਬਾਈ 60 ਕਰ ਦਾਂਗੇ ਕਿਉਂਕਿ ਆਪਾਂ ਨੇ ਜਿਹੜਾ ਟਾਈਮ ਲੈਣਾ ਉਹ ਘੰਟਿਆਂ 'ਚ ਲੈਣਾ, ਠੀਕ ਹੈ। ਸੋ ਇਹ ਆ ਜਾਊਗਾ 15 ਏਕਮ 15 15 ਚੌਕੇ 60
13 ਨੂੰ ਡਿਵਾਈਡ ਕੀਤਾ 4 ਦੇ ਨਾਲ, 4 ਤੀਏ 12, ਇਹ ਆ ਜਾਊਗਾ 3.25। ਸੋ ਉਰੇ ਆਪਣੇ ਕੋਲ 60 ਆ ਗਿਆ ਡਿਸਟੈਂਸ, ਉਰੇ ਆਪਣੇ ਕੋਲ 3.25 ਆ ਗਿਆ, ਐਡ ਕਰਕੇ ਕਿੰਨਾ ਆ ਜਾਊਗਾ 63.25। ਸੋ ਆਂਸਰ ਆ ਜਾਊਗਾ ਆਪਸ਼ਨ ਨੰਬਰ 1। ਨੈਕਸਟ क्या कहता है एक्सक्लूडिंग स्टॉपेजेस। ਜੇ ਆਪਾਂ ਸਟਾਪੇजेस ਨੂੰ ਆਪਾਂ ਐਕਸਕਲੂਡ ਕਰ ਦਈਏ ਤਾਂ ਜਿਹੜੀ ਬੱਸ ਦੀ ਸਪੀਡ ਆ ਉਹ 70 ਕਿਲੋਮੀਟਰ ਪਰ ਆਵਰ ਹੈ, ਤੇ ਜੇ ਆਪਾਂ ਸਟਾਪੇजेस ਨੂੰ ਇਨਕਲੂਡ ਕਰ ਲਈਏ ਤਾਂ ਬੱਸ ਦੀ ਜਿਹੜੀ ਸਪੀਡ ਆ ਉਹ 56 ਕਿਲੋਮੀਟਰ ਪਰ ਆਵਰ। ਕਹਿੰਦਾ ਫॉर ਹਾਊ ਮੈਨੀ ਮਿੰਟਸ, ਆਪਾਂ ਦੱਸਣਾ ਹੈ ਕਿ ਕਿੰਨੇ ਮਿੰਟਸ ਲਈ ਜਿਹੜੀ ਬੱਸ ਆ ਉਹ ਸਟਾਪ ਹੋਈ ਆ ਪਰ ਆਰ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਦੇਖੋ, ਪਹਿਲਾ ਜੇ ਆਪਾਂ ਫਸਟ ਦੀ ਗੱਲ ਕਰੀਏ, पहले केस से डिस्टेंस कितना कवर किया 70 किलोमीटर पर आवर, मतलब 70 किलोमीटर पर आवर मतलब 1 घंटे च 70 किलोमीटर कवर किया। पहले अगर पहले केस की गल करिए, दूजे केस च आपां गल करिए, दूजे केस च कितना कवर किया, दूजे केस च उन्हें 56 किलोमीटर कवर किया, क्योंकि 56 किलोमीटर प्रति घंटा है ना स्पीड, इट मीनस 1 घंटे चो कितना कवर कर रही है, पहले केस चो 1 घंटे च 70 किलोमीटर कवर कर रही है, दूजे केस चो 1 घंटे च 56 किलोमीटर कवर कर रही है। ठीक है, सो इट मीनस दोनों केसिस च 14 का डिफरेंस आ रहा है, मतलब 14 किलोमीटर अगर वो जो डिफरेंस आ रहा है किदे करके आ रहा है, स्टॉपेजेस करके आ रहा है, मतलब 14 किलोमीटर का जो डिफरेंस आया है वो स्टॉपेजेस करके आया है। तो आप दसना कि वो 1 घंटे दे विच किन्नी वारी उन्हें, मतलब आप दसना है फॉर हाउ मेनी मिनट्स किन्नी वारी वो जी बस आ वो रुकी आ, मतलब आप टाइम कढ़ना है। तो अपने को 14 किलोमीटर का नुकसान होया। ठीक है, ठीक है, 14 किलोमीटर का नुकसान होया है कदों, ਜਦੋਂ ਉਹ ਆਪਣੇ ਕੋਲ देखो 14 किलोमीटर का नुकसान होया, मतलब जे ਆਪਾਂ ਜਿਹੜੀ ਬੱਸ ਸੀਗੀ ਜੇ ਉਹ ਸਟਾਪੇਜ ਨਾ ਲੈਂਦੀ, ठीक है, ਜੇ ਉਹ ਸਟਾਪੇਜ ਨਾ ਲੈਂਦੀ ਤਾਂ ਉਸ ਬੱਸ ਦੀ ਸਪੀਡ ਹੋਣੀ ਸੀ 70 किलोमीटर पर आवर। ठीक है, ਜੇ ਉਹ ਸਟਾਪੇਜ ਨਾ ਲੈਂਦੀ। ठीक है, सो अपने को डिस्टेंस किन्ने ਦਾ ਨੁਕਸਾਨ ਹੋਇਆ ਹੈ 14 ਦਾ, ਤੇ ਜੇ ਉਹ ਆਪਣੇ ਕੋਲ ਸਟਾਪੇਜ ਨਾ ਲੈਂਦੀ ਤਾਂ ਉਹਦੀ ਸਪੀਡ ਹੋਣੀ ਸੀਗੀ 70। ठीक है, सो टाइम किन्ना आ जाना सीगा फिर 1/5, 1/5 घंटे, 1/5 घंटे साडे कोल टाइम आ गया। घंटिਆਂ ਨੂੰ अगर ਆਪਾਂ ਮਿੰਟਾਂ 'ਚ ਬਦਲਣਾ, ਆਪਾਂ ਇਹਨੂੰ 60 ਨਾਲ ਮਲਟੀਪਲਾਈ ਕਰ ਦਾਂਗੇ, ਇਹ ਆ ਜਾਊਗਾ 12 ਮਿੰਟ। मतलब ਜਿਹੜੀ ਉਹ ਬੱਸ ਆ ਉਹ 12 ਮਿੰਟ ਦਾ ਉਹਨੇ ਬ੍ਰੇਕ ਲਿੱਤਾ ਹੈ ਵਿੱਚ, 12 ਮਿੰਟ ਉਹ 1 ਘੰਟੇ ਦੇ ਵਿੱਚ ਰੁਕੀ ਆ, ਤਾਂ ਹੀ ਤਾਂ 14 ਕਿਲੋਮੀਟਰ ਦਾ ਨੁਕਸਾਨ ਹੋਇਆ। ਠੀਕ ਹੈ, ਕਿਉਂਕਿ ਉਹ 12 ਮਿੰਟ ਰੁਕੀ ਆ, ਉਰੇ ਆਪਾਂ ਡਿਸਟੈਂਸ ਪਾਉਣ ਜਿਹੜਾ ਸਪੀਡ ਦਾ ਫਾਰਮੂਲਾ ਲਾ ਕੇ ਟਾਈਮ ਕੱਢ ਲਿਆ ਕਿ ਉਹ ਇੰਨੇ ਮਿੰਟ ਰੁਕੀ ਆ, ਸੋ ਇਹਦਾ ਆਂਸਰ ਆ ਜਾਊਗਾ 12 ਮਿੰਟ। ਨੈਕਸਟ ਕੁਐਸਚਨ ਹੈਗਾ ਜੀ, ਪਹਿਲਾ ਹੈਗਾ 1521। 1521 ਕਿਹਦਾ ਅੰਡਰ ਰੂਟ ਹੁੰਦਾ ਹੈ, 1521 ਹੁੰਦਾ 39 ਦਾ, रूट याद रख लो। उसके बाद इन्हां दोनों ਨੂੰ माइनस करेंगे, 985 चो 35 नाल 35 तो सीधा ही माइनस हो जाना है, 985 चो 969 माइनस करेंगे, 15 चो 9 गए 6 ते इधर लगे 7 चो 6 गए 16 आ गया। उसके बाद इज इक्वल टू अंडर रूट एक्स प्लस 582। तो जे आप 39 ਨੂੰ 16 ਦਾ माइनस मल्टीप्लाई करिए आ जाऊगा 624, ਤੇ ਜਿਹੜਾ 582 इधर प्लस पे है इधर जाके माइनस का हो जाऊगा। ठीक है, इज इक्वल टू अंडर रूट एक्स। ठीक है, सो इन्हों आप माइनस करिए आ जाऊगा 4 चो 2 गए 2, 12 चो 8 गए 4, 42 आ गया। तो जो अंडर रूट आ उधर तक स्केयर बन जाऊगा, 42 दी स्केयर कितना होंदा है 1764 होंदा है, आंसर कितना आ जाऊगा 1764, एक्स की वैल्यू 1764 आ गई। उस तो बाद है अपने कोल अंडर रूट 3 की वैल्यू कितनी दी हुई है आपां नूं 1.73 प्लस अंडर रूट 2 की वैल्यू है 1.41 अपॉन अगेन उरे कितनी आ 1.73 माइनस 1.41। तो अगर आप इन्हों प्लस करिए उपर वाले आ जाऊगा 3 ते 1 4, 7 4 11, 303.14 आ गया। थल्ले वाले जो आप करिए आ जाऊगा 3 चो 1 2, 7 चो 3 0.32। ठीक है, हुण पॉइंट नाल पॉइंट कट्टिया गया, ये आ जाऊगा जी 157/16, 157 जे आप 16 ਨੂੰ डिवाइड करिए 16 10 160 ਹੁੰਦਾ है ना, 16 10 160 ਹੁੰਦਾ है। तो ये ਜਿਹੜਾ आंसर ਆਊਗਾ ਇਹ 9 point something ਦੇ ਨੇੜੇ ਆਊਗਾ, 9 point something ਦੇ ਨੇੜੇ ਆਊਗਾ। ਤੇ ਜੇ ਆਪਾਂ ਇਹਦਾ ਅੰਡਰ ਰੂਟ ਕਰੀਏ ਤਾਂ 3 ਦੇ ਨੇੜੇ ਆਊਗਾ, 9 ਦਾ ਅੰਡਰ ਰੂਟ 3 ਹੁੰਦਾ ਨਾ, ਸੋ ਆਂਸਰ ਕਿੰਨਾ ਆ ਗਿਆ 3 ਆ ਜਾਊਗਾ ਇਹਦਾ ਆਂਸਰ, 3 ਆਂਸਰ ਆ ਜਾਊਗਾ ਇਹਦਾ। नेक्स्ट क्या कहता है सविता डिसाइडेड टू प्रिपेयर एन इम्प्रोवाइज्ड वर्किंग मॉडल ऑफ सिलेंडर कैल्डियोस्कोप फॉर साइंस एग्जीबिशन। सो सविता ने एक कैल्डियोस्कोप बनाना है किदे लिए अपने स्कूल दे लिए।
ठीक है। एंड शी वांटेड टू यूज अ ब्लैक चार्ट पेपर फॉर मेकिंग द कर्व्ड सरफेस ऑफ द कैलियोस्कोप ऑफ हाइट 4 डेकामीटर एंड बेस रेडियस 3 डेकामीटर। देखो क्वेश्चन कमाया होया, कुछ नहीं किया, सिंपल जी गल उन्होंने कहती भी कर्व्ड सरफेस एरिया पता करना, ਆਪਾਂ ਨੇ ਏਰੀਆ ਪਤਾ ਕਰਨਾ ਵੀ ਆਪਾਂ ਨੂੰ ਜਿਹੜਾ ਸਿਲੰਡਰ ਬਣਾਉਣ ਲਈ ਪੇਪਰ ਚਾਹੀਦਾ ਉਹ ਕਿੰਨਾ ਚਾਹੀਦਾ ਹੈ। ਠੀਕ ਹੈ, ਸੋ ਉਹਨੇ ਇਕੱਲਾ ਕਰਵਡ ਸਰਫੇਸ ਏਰੀਆ ਬਣਾਉਣਾ ਹੈ, ਸੋ ਇਟ ਮੀਨਸ ਆਪਾਂ ਨੇ CSA ਦਾ ਫਾਰਮੂਲਾ ਲਾ ਦੇਣਾ ਹੈ, ਕਰਵਡ ਸਰਫੇਸ ਏਰੀਆ ਆਫ ਸਿਲੰਡਰ। ਕਿੰਨਾ ਹੁੰਦਾ ਕਰਵਡ ਸਰਫੇਸ ਏਰੀਆ ਆਫ ਸਿਲੰਡਰ? 2 ਪਾਈ RH। 2 ਪਾਈ RH। ਪਾਈ ਕਿੰਨਾ ਦਿੱਤਾ ਹੋਇਆ ਆਪਾਂ ਨੂੰ? 3.14। ਰੇਡੀਅਸ ਕਿੰਨਾ ਦਿੱਤਾ ਹੋਇਆ ਆਪਾਂ ਨੂੰ? 3 ਡੈਕਾਮੀਟਰ। ਹਾਈਟ ਕਿੰਨੀ ਦਿੱਤੀ ਹੋਈ ਆ? 4 ਡੈਕਾਮੀਟਰ। ਠੀਕ ਹੈ, ਸੋ ਇਹ ਪੁਆਇੰਟ ਕੱਟਿਆ ਆਪਾਂ ਨੇ, ਪੁਆਇੰਟ ਕੱਟ ਕੇ 100 ਆ ਗਿਆ। ਠੀਕ ਹੈ, ਇਹ ਕਟਿੰਗ ਹੋ ਗਈ, ਇਹ ਗਿਆ 157 ਤੇ, ਇਹ ਗਿਆ 50 ਤੇ, ਅਗੇਨ ਕਟਿੰਗ ਹੋ ਗਈ, ਇਹ ਗਿਆ 25 ਤੇ। ਠੀਕ ਹੈ, ਇਹਨੂੰ ਆਪਾਂ ਨੇ ਮਲਟੀਪਲਾਈ ਕੀਤਾ ਤਾਂ ਇਹ ਆ ਜਾਊਗਾ ਜੀ ਆਪਣੇ ਕੋਲ ਇਕੁਅਲ ਟੂ 1884 डिवाइड बाय 25। तो 1884 ਨੂੰ 25 ਨਾਲ ਡਿਵਾਈਡ ਕਰ ਦੋ। ਠੀਕ ਹੈ, ਤਾਂ 25 7 175, 7 ਤੋਂ ਹੀ ਆਨਸਰ ਸਟਾਰਟ ਹੋਊਗਾ। ਸੋ ਇਹ ਆਨਸਰ ਆ ਗਿਆ ਆਪਣੇ ਕੋਲ ਥਰਡ ਆਪਸ਼ਨ। ਉਸ ਤੋਂ ਬਾਅਦ ਆਪਾਂ ਇਹਦੀ ਵੈਲਿਊ ਕੱਢਣੀ ਆ। ਪਹਿਲਾਂ ਇਹ ਤਾਂ ਸਿੰਪਲ ਹੀ ਆ, ਪਹਿਲਾਂ ਇਹਨਾਂ ਦੋਨਾਂ ਨੂੰ ਪਲੱਸ ਕਰ ਲਓ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਆਨਸਰ ਆਊਗਾ ਉਹਨੂੰ ਆਪਾਂ ਨੇ ਉਹਦੇ ਵਿੱਚੋਂ ਆਪਾਂ ਨੇ 8.1102 ਮਾਈਨਸ ਕਰ ਦੇਣਾ। ਠੀਕ ਹੈ, ਸੋ ਆਪਾਂ ਕਿੱਦਾਂ ਇਹਨੂੰ ਪਲੱਸ ਕਰਾਂਗੇ? ਆਪਾਂ 2 ਹੈ, ਪਹਿਲਾਂ ਲਾਸਟ ਡਿਜਿਟ ਪਲੱਸ ਕਰ ਲਿਆ ਕਰੋ। 5 ਤੇ 2 ਕਿੰਨਾ ਆ ਗਿਆ? 7। ਫਿਰ 1 ਹੈ, 1 ਨੂੰ 0 ਨਾਲ ਕੀਤਾ 1 ਆ ਗਿਆ। ਫਿਰ 2 ਨੂੰ 0 ਨਾਲ ਕੀਤਾ 2 ਆ ਗਿਆ। ਫਿਰ 1 ਆ ਗਿਆ ਤੇ 16 ਤੇ 11 ਹੋ ਗਿਆ, 6 ਤੇ 1 7 2 27.1217 ਆ ਗਿਆ। ਠੀਕ ਹੈ, ਕਿੰਨਾ ਆ ਗਿਆ? 27.1217 ਆ ਗਿਆ। ਤੇ ਇਹ ਜੋ ਆਪਾਂ ਮਾਈਨਸ ਕਰਨਾ ਹੈ, ਕੀ ਮਾਈਨਸ ਕਰਨਾ ਹੈ? 8.1102। ਇਹ ਜੋ ਆਪਾਂ ਮਾਈਨਸ ਕਰਨਾ ਹੈ 27.1217 ਚੋਂ 8.1102। ਠੀਕ ਹੈ, ਸੋ ਇਹਨਾਂ ਨੂੰ ਜੇ ਆਪਾਂ ਮਾਈਨਸ ਕਰਾਂਗੇ ਆਪਣੇ ਕੋਲ 19.0115 ਆਂਸਰ ਆ ਗਿਆ। 19.0115 ਆਂਸਰ ਆ ਗਿਆ, ਥਰਡ ਆਪਸ਼ਨ। ਨੈਕਸਟ ਕਹਿੰਦਾ ਮੋਨਿਕਾ ਹੈਜ਼ ਕੱਟ ਅ ਕਾਰਡਬੋਰਡ ਇਨਟੂ ਪੈਰਲਲੋਗ੍ਰਾਮ ਸ਼ੇਪ ਜਿਹਦਾ ਏਰੀਆ ਹੈਗਾ 192 ਤੇ ਆਪਾਂ ਨੂੰ ਜਿਹੜੀ ਉਹਦੀ ਪੈਰਲਲੋਗ੍ਰਾਮ ਦੀ ਬੇਸ ਤੇ ਹਾਈਟ ਦਿੱਤੀ ਹੋਈ ਆ 3:1 ਚ ਦਿੱਤੀ ਹੋਈ ਆ, ਤਾਂ ਆਪਾਂ ਬੇਸ ਤੇ ਹਾਈਟ ਪਤਾ ਕਰਨੀ ਹੈ। ਤਾਂ ਸਿੰਪਲ ਜੀ ਗੱਲ ਆ, ਪੈਰਲਲੋਗ੍ਰਾਮ ਦਾ ਫਾਰਮੂਲਾ ਕੀ ਹੁੰਦਾ? ਪੈਰਲਲੋਗ੍ਰਾਮ ਦੇ ਏਰੀਆ ਦਾ ਫਾਰਮੂਲਾ ਹੁੰਦਾ ਹੈ ਬੇਸ ਇਨਟੂ ਹਾਈਟ। ਬੇਸ ਇਨਟੂ ਹਾਈਟ। ਏਰੀਆ ਕਿੰਨਾ ਹੈ? ਏਰੀਆ ਹੈਗਾ 192। ਬੇਸ ਕਿੰਨਾ ਆਪਣੇ ਕੋਲ? ਬੇਸ ਇਨਟੂ ਹਾਈਟ ਲੈਣਾ ਆਪਾਂ ਨੇ। ਬੇਸ ਕਿੰਨਾ ਆਪਣੇ ਕੋਲ? 3x ਲੈ ਲੈਣਾ ਇਹਨੂੰ ਆਪਾਂ ਨੇ। ਹਾਈਟ ਕਿੰਨੀ ਲੈ ਲੈਣੀ ਹੈ? ਹਾਈਟ ਆਪਾਂ ਨੇ 1x ਲੈ ਲੈਣੀ ਹੈ। ਠੀਕ ਹੈ, तो ये आ जाऊगा जी 192। 192 कितने बराबर आ गया? 3x स्क्वायर दे। x इंटू x एक्स स्क्वायर हो गया, ये कट्टिया जाना है। 3 छके 18, 3 चुके 12। ठीक है, जो कट्टांगे आप स्क्वायर उधर तक अंडर रूट बन जाऊगा, मतलब x की वैल्यू 8 आ गई। तो 8 आ जाऊगी x की वैल्यू। तो आंसर आ जाऊगा उरे आप अगर 3x की जगह 8 भरांगे, 8 दी 24 ਤੇ 8 एकम 8 दो, दूजा ऑप्शन अपना आंसर आ गया। ਨੈਕਸਟ ਹੈਗਾ ਜੀ ਆਪਾਂ ਨੇ ਕੀ ਕਰਨਾ ਹੈ? ਇਹਨਾਂ ਦਾ ਲਸਵ ਤੇ ਮਸਵ ਪਤਾ ਕਰਨਾ ਹੈ ਤੇ ਉਹਨਾਂ ਦਾ ਲਸਵ ਆਪਾਂ ਆਪਣੇ ਕੋਲ ਦਿੱਤਾ ਹੋਇਆ ਵੀ A ਆ, ਮਸਵ ਆਪਣੇ ਕੋਲ ਦਿੱਤਾ ਹੋਇਆ ਵੀ B ਆ। ਠੀਕ ਹੈ, ਸੋ ਆਪਾਂ ਕਿੱਦਾਂ ਪਤਾ ਕਰਾਂਗੇ? ਦੇਖੋ ਜਦ ਆਪਣੇ ਕੋਲ ਫ੍ਰੈਕਸ਼ਨ ਵਾਲੀ ਵੈਲਿਊ ਹੁੰਦੀ ਆ ਤਾਂ ਫ੍ਰੈਕਸ਼ਨ ਵਾਲੀ ਵੈਲਿਊ ਚ ਆਪਾਂ ਕੀ ਕਰਦੇ ਹੁੰਦੇ ਆ? ਉੱਪਰ ਵਾਲਿਆਂ ਦਾ ਆਪਾਂ ਕੱਢਦੇ ਹੁੰਦੇ ਆ ਐਲਸੀਐਮ, ਥੱਲੇ ਵਾਲਿਆਂ ਦਾ ਹੁਣ ਜਿਵੇਂ ਆਪਾਂ ਨੇ ਐਲਸੀਐਮ ਕੱਢਣਾ, ਐਲਸੀਐਮ ਕਿਵੇਂ ਕੱਢਾਂਗੇ? ਉੱਪਰ ਵਾਲਿਆਂ ਦਾ ਐਲਸੀਐਮ ਕੱਢਾਂਗੇ, ਥੱਲੇ ਵਾਲਿਆਂ ਦਾ HCF ਕੱਢਾਂਗੇ। ਦੇਖੋ ਥੱਲੇ ਵਾਲਿਆਂ ਚ ਕੁਝ ਨਹੀਂ ਕਾਮਨ ਆ ਰਿਹਾ ਹੈਗਾ, ਸੋ HCF ਦਾ ਮਤਲਬ ਕਾਮਨ, ਕੁਝ ਨਹੀਂ ਕਾਮਨ ਆ ਰਿਹਾ, ਥੱਲੇ 1 ਆ ਜਾਊਗਾ। ਇਹਨਾਂ ਦਾ ਜਿਹੜਾ ਐਲਸੀਐਮ ਆਊਗਾ, ਜੇ ਆਪਾਂ ਇਹਨਾਂ ਦਾ ਐਲਸੀਐਮ ਕੱਢੀਏ, ਠੀਕ ਹੈ, ਮਲਟੀਪਲਾਈ ਕਰਨ ਦੀ ਲੋੜ ਨਹੀਂ, ਸਿੰਪਲ ਤੁਸੀਂ ਜਿਵੇਂ 47 47 57 47 ਨਹੀਂ ਸੌਰੀ 42 ਹੈ ਨਾ, 57 ਤੇ 16 ਦਾ ਐਲਸੀਐਮ ਕੱਢਣਾ ਹੈ। ਠੀਕ ਹੈ, ਇਹ ਜਾਊਗਾ 3 ਤੇ 19 ਤੀਆ 57 ਹੁੰਦਾ ਹੈ, ਸੌਰੀ 14 ਤੀਆ 42 ਹੁੰਦਾ ਹੈ, 19 ਤੀਆ 57 ਹੁੰਦਾ ਹੈ, 16। ਠੀਕ ਹੈ, ਫਿਰ ਉਸ ਤੋਂ ਬਾਅਦ ਹੈਗਾ ਜੀ 2 ਤੇ ਜਾਊਗਾ, 2 7 14 2 8 16। ਠੀਕ ਹੈ, ਤਾਂ ਦੇਖੋ ਹੁਣ ਜਿਹੜੀਆਂ 3 ਰਕਮਾਂ ਆ ਗਈਆਂ, ਇਹ 3 ਰਕਮਾਂ ਨੇ ਅੱਗੇ ਮਲਟੀਪਲਾਈ ਨਹੀਂ ਹੋਣਾ ਹੈਗਾ। ਠੀਕ ਹੈ, ਤੁਹਾਨੂੰ ਪਤਾ ਹੀ ਹੈ 3 ਰਕਮਾਂ ਨੇ ਅੱਗੇ ਮਲਟੀਪਲਾਈ ਨਹੀਂ ਹੋਣਾ, ਇਹਨਾਂ ਨੂੰ ਐਜ਼ ਇਟ ਇਜ਼ ਲਿਖ ਦਿਓ 7 ਗੁਣਾ, ਕਿਉਂਕਿ ਅੱਗੇ ਇਹਨਾਂ ਨੇ ਕਿਸੇ ਟੇਬਲ ਤੇ ਨਹੀਂ ਜਾਣਾ। 7 ਗੁਣਾ 19 ਗੁਣਾ 8 ਤੇ ਉੱਪਰ ਕਿੰਨਾ ਆਇਆ ਆਪਣੇ ਕੋਲ? 3 ਦੂਣੀ 6 ਆਇਆ, ਇਹਨਾਂ ਨੂੰ ਐਜ਼ ਇਟ ਇਜ਼ ਲਿਖਤਾ ਮੈਂ। ਠੀਕ ਹੈ, ਇਹ ਆਪਣੇ ਕੋਲ ਕੀ ਆ ਗਿਆ? ਫਸਟ ਐਲਸੀਐਮ ਆ ਗਿਆ। ਹੁਣ ਆਪਾਂ HCF ਕੱਢਣਾ ਹੈ। HCF ਕਿਵੇਂ ਕੱਢਾਂਗੇ? HCF ਦੇ ਵਿੱਚ ਉੱਪਰ ਵਾਲਿਆਂ ਦਾ HCF ਕੱਢਣਾ, ਥੱਲੇ ਵਾਲਿਆਂ ਦਾ ਐਲਸੀਐਮ। ਹੁਣ ਦੇਖੋ ਉੱਪਰ ਵਾਲਿਆਂ 'ਚ ਕੁਝ ਕਾਮਨ ਨਹੀਂ ਆ ਰਿਹਾ, ਮਤਲਬ HCF 1 ਆ ਗਿਆ। ਹੁਣ ਆਪਾਂ ਥੱਲੇ ਵਾਲਿਆਂ ਦਾ ਐਲਸੀਐਮ ਕੱਢਣਾ ਹੈ, ਤਾਂ ਉਵੇਂ ਹੀ ਸੇਮ ਇਸੇ ਤਰੀਕੇ ਨਾਲ ਥੱਲੇ ਵਾਲਿਆਂ ਦਾ ਐਲਸੀਐਮ ਕੱਢ ਲਓ। ਥੱਲੇ ਵਾਲਿਆਂ ਦਾ ਐਲਸੀਐਮ ਕਿੰਨਾ ਆ ਜਾਊਗਾ? 19 ਗੁਣਾ 47 ਗੁਣਾ
9 गुणा 3 ठीक है। ਇਹ ਥੱਲੇ ਵਾਲਾ ਦਾ ਐਲਸੀਐਮ ਦੇਖੋ, ਜੇ ਆਪਣੇ ਕੋ ਫ੍ਰੈਕਸ਼ਨ ਵੈਲਿਊ ਚ ਐਲਸੀਐਮ ਪੁੱਛ ਲੈਣ ਤਾਂ ਉੱਪਰ ਵਾਲਾ ਦਾ ਐਲਸੀਐਮ ਕੱਢਣਾ, ਥੱਲੇ ਵਾਲਾ ਦਾ ਐਚਸੀਐਫ। ਜੇ ਐਚਸੀਐਫ ਪੁੱਛ ਲੈਣ ਉੱਪਰ ਵਾਲੇ ਦਾ ਐਚਸੀਐਫ ਕੱਢਣਾ, ਥੱਲੇ ਵਾਲੇ ਦਾ ਐਲਸੀਐਮ ਠੀਕ ਹੈ। ਐਚਸੀਐਫ ਮਤਲਬ ਉਹਨਾਂ ਚੋਂ ਕਾਮਨ ਦੇਖਣਾ, ਤਿੰਨਾਂ ਚੋਂ ਕੁਛ ਹੈਗਾ, ਕਾਮਨ ਤਿੰਨਾਂ ਚੋਂ ਕੁਛ ਨਹੀਂ ਹੈਗਾ, ਇਟ ਮੀਨ ਐਚਸੀਐਫ ਕਿੰਨਾ ਹੋ ਜਾਊਗਾ 1। ਹੁਣ ਮੈਂ ਇਹਨਾਂ ਨੂੰ ਮਲਟੀਪਲਾਈ ਇਸ ਲਈ ਨਹੀਂ ਕੀਤਾ ਸੀਗਾ ਕਿਉਂਕਿ ਮੈਨੂੰ ਪਤਾ ਹੈ ਕਿ ਦੋਨਾਂ ਦੇ ਵਿੱਚ ਕੀ ਹੋ ਜਾਣੀ ਹੈ, ਕਟਿੰਗ ਹੋ ਜਾਣੀ ਹੈ, ਕਿਉਂਕਿ ਆਪਾਂ ਨੂੰ ਉਹਨਾਂ ਨੇ ਏ ਬੀ ਪੁੱਛਿਆ, ਇਹ ਆਪਣਾ ਐਲਸੀਐਮ ਆ ਗਿਆ, ਇਹ ਆਪਣੇ ਕੋਲ HCF ਆ ਗਿਆ। ਆਪਾਂ ਦੋਨੋਂ ਦੀ ਮਲਟੀਪਲੀਕੇਸ਼ਨ ਕਰਨੀ ਹੈ, ਜਦੋਂ ਮਲਟੀਪਲੀਕੇਸ਼ਨ ਕਰਾਂਗੇ 19 ਨਾਲ 19 ਕੱਟਿਆ ਜਾਣਾ ਹੈ ਠੀਕ ਹੈ। ਉਸ ਤੋਂ ਬਾਅਦ 4 ਦੇ ਟੇਬਲ ਤੇ ਗਿਆ 2 ਤੇ, 4 ਦੇ ਟੇਬਲ ਤੇ ਗਿਆ 11 ਤੇ, 3 ਦੇ ਟੇਬਲ ਤੇ ਗਿਆ 6 ਤੇ ਠੀਕ ਹੈ। ਇਹ ਆ ਜਾਊਗਾ ਉੱਪਰ ਆ ਜਾਊਗਾ 28, ਥੱਲੇ ਆ ਜਾਊਗਾ 99, तो 28/99 ਸਾਡਾ ਆਂਸਰ ਆ ਗਿਆ ਬੀ ਆਪਸ਼ਨ। ਨੈਕਸਟ ਜੀ 2.5x ਤੇ 0.06y ਆ, ਆਪਾਂ ਨੇ ਆ ਕੱਢਣਾ ਹੈ ਠੀਕ ਹੈ। ਤਾਂ ਇਹਦੇ ਲਈ ਆਪਾਂ ਨੇ ਸਭ ਤੋਂ ਪਹਿਲਾਂ x ਤੇ y ਦੀ ਰੇਸ਼ੋ ਕੱਢ ਲੈਣੀ ਹੈ। ਹੁਣ ਇੱਥੇ ਪੁਆਇੰਟ ਕੱਢ ਕੇ ਕਿੰਨਾ ਆ ਗਿਆ, ਦੇਖੋ ਇੱਥੇ ਪੁਆਇੰਟ ਕੱਢ ਕੇ 10 ਆ ਗਿਆ, ਇੱਥੇ ਪੁਆਇੰਟ ਕੱਢ ਕੇ ਆ ਗਿਆ ਜੀ 100 ਠੀਕ ਹੈ। ਆ 0 ਨਾਲ ਆ 0 ਕੱਟੀ ਗਈ, ਇਹਨੂੰ 10 ਉਰੇ 10 ਬਚ ਗਿਆ, ਇਹਨੂੰ ਉੱਧਰ ਲੈ ਜਾਓ, ਇਹ ਆ ਜਾਊਗਾ 250 x ਕਿਹਦੇ ਬਰਾਬਰ ਆ ਗਿਆ 6y ਦੇ। ਹੁਣ ਆਪਾਂ x ਰੇਸ਼ੋ y ਕੱਢਣੀ ਆ, x ਰੇਸ਼ੋ y ਕਿੰਨੀ ਆ ਜਾਊਗੀ ਆਪਣੇ ਕੋਲ 6/250 ਕੱਟ ਕੇ ਕਿੰਨਾ ਆ ਜਾਊਗਾ 3/125, 3/125 ਆ ਜਾਊਗਾ। तो ਆਪਾਂ ਨੇ ਹੁਣ ਇੱਥੇ x ਦੀ ਵੈਲਿਊ 3 ਭਰ ਦੇਣੀ ਹੈ, y ਦੀ ਵੈਲਿਊ 125, 125 ਚੋਂ ਆਪਾਂ 3 ਮਾਈਨਸ ਕਰਾਂਗੇ 122 ਆ ਜਾਊਗਾ, 125 ਚ 3 ਪਲੱਸ ਕਰਾਂਗੇ 128 ਆ ਜਾਊਗਾ। ਕਟਿੰਗ ਕਰਕੇ ਕਿੰਨਾ ਆ ਜਾਊਗਾ, ਇੱਥੇ ਆ ਜਾਊਗਾ 61, ਥੱਲੇ ਕਿੰਨਾ ਆ ਜਾਊਗਾ 64, 61/64 ਸਾਡਾ ਆਂਸਰ ਆ ਗਿਆ, ਥਰਡ ਆਪਸ਼ਨ। ਨੈਕਸਟ ਹੈ ਕਹਿੰਦਾ A and B can together reap a field in 30 days। A ਤੇ B ਕਿਸੇ ਕੰਮ ਨੂੰ ਕਰਦੇ ਨੇ 30 ਦਿਨ ਚ, B ਤੇ C ਕਰਦੇ ਨੇ 40 ਦੇ ਵਿੱਚ, ਤੇ C ਤੇ A ਕਰਦੇ ਨੇ 60 ਦੇ ਵਿੱਚ। ਸਭ ਤੋਂ ਪਹਿਲਾਂ ਫਸਟ ਟਾਸਕ ਤੁਹਾਨੂੰ ਮੈਂ ਦੱਸਿਆ ਹੀ ਹੋਇਆ ਕੀ ਹੁੰਦਾ ਹੈ, ਫਸਟ ਟਾਸਕ ਹੁੰਦਾ ਟੋਟਲ ਵਰਕ ਕੱਢਣਾ। ਟੋਟਲ ਵਰਕ ਕਿਵੇਂ ਕੱਢਦੇ ਹੁੰਦੇ, ਐਲਸੀਐਮ ਲੈ ਕੇ ਕਿੰਨਾ ਆ ਜਾਊਗਾ, ਐਲਸੀਐਮ 120। ਹੁਣ ਆਪਾਂ ਇਹਨਾਂ ਦਾ ਇੱਕ ਦਿਨ ਦਾ ਕੰਮ ਕੱਢ ਲੈਣਾ ਹੈ, A ਤੇ B ਇੱਕ ਦਿਨ ਚ ਕਿੰਨਾ ਕਰੂਗਾ, 30 ਚੋਂ 120 ਹੁੰਦਾ ਹੈ, ਇੱਕ ਦਿਨ ਚ 4 ਯੂਨਿਟ ਕਰੂਗਾ। B ਤੇ C ਇੱਕ ਦਿਨ ਚ ਕਿੰਨਾ ਕਰੂਗਾ, B ਤੇ C ਇੱਕ ਦਿਨ ਚ ਕਰੂਗਾ 40 ਤੇ 120 3 ਯੂਨਿਟ। C ਤੇ A, C ਤੇ A ਤੇ A ਪਾਉਣਾ ਸੀ, C ਤੇ A 60 ਕਰਦੇ ਨੇ, 60 ਦਿਨਾਂ ਚ ਕੰਮ ਕਰਦੇ ਨੇ, 120 ਕਰਨਾ ਇਹਨਾਂ ਨੇ, 60 ਦੂਣੀ 120 ਹੁੰਦਾ ਹੈ, ਮਤਲਬ 2 ਯੂਨਿਟ ਆ ਗਿਆ। ਹੁਣ ਆਪਾਂ ਇਹ ਦੇਖਣਾ ਕਿ A ਤੇ B ਇੱਕ ਦਿਨ ਚ ਕਿੰਨਾ ਕੰਮ ਕਰਦੇ ਨੇ 4 ਯੂਨਿਟ, B ਤੇ C ਕਿੰਨਾ ਕਰਦੇ ਨੇ 3 ਯੂਨਿਟ, C ਤੇ A ਕਿੰਨਾ ਕਰਦੇ ਨੇ 2 ਯੂਨਿਟ। ਤੇ ਜੇ ਤਿੰਨੋਂ ਮਿਲ ਕੇ ਕਰਨ A B C, ਹੁਣ ਦੇਖੋ ਜੇ ਆਪਾਂ ਇਹਨਾਂ ਤਿੰਨਾਂ ਨੂੰ ਪਲੱਸ ਕਰਾਂਗੇ ਤਾਂ ਇਹ ਆ ਜਾਊਗਾ 2 ਟਾਈਮਸ, 2 ਟਾਈਮਸ ਮਤਲਬ ਕਿਉਂਕਿ ਇੱਥੇ ਜੇ ਆਪਾਂ ਆ ਤਿੰਨ ਵੈਲਿਊਜ਼ ਨੂੰ ਪਲੱਸ ਕਰੀਏ, ਇਹਨੂੰ ਇੱਥੇ A ਵੀ 2 ਵਾਰ ਰਿਪੀਟ ਹੋ ਰਿਹਾ, B ਵੀ 2 ਵਾਰ ਰਿਪੀਟ ਹੋ ਰਿਹਾ, C ਵੀ, ਸੋ ਇਹ ਆ ਜਾਊਗਾ 2 ਟਾਈਮਸ A plus B plus C। ਕਿਹਦੇ ਇਕੁਅਲ ਆ ਗਿਆ ਇਹ A plus B plus C, 2 ਟਾਈਮਸ A plus B plus C ਕਿਹਦੇ ਇਕੁਅਲ ਆ ਜਾਊਗਾ, ਇਹ ਆ ਜਾਊਗਾ 4 ਤੇ 3 7 ਤੇ 2 9, 9 ਦੇ ਇਕੁਅਲ ਆ ਜਾਊਗਾ। ਹੁਣ ਆਪਾਂ A plus B plus C ਦਾ ਇੱਕ ਦਿਨ ਦਾ ਕੰਮ ਕੱਢਣਾ ਹੈ, A plus B plus C ਦਾ ਇੱਕ ਦਿਨ ਦਾ ਕੰਮ ਕਿੰਨਾ ਆ ਜਾਊਗਾ, ਇਹ 2 ਇੱਧਰ ਮਲਟੀਪਲਾਈ ਚ ਪਿਆ, ਉੱਧਰ ਜਾ ਕੇ ਡਿਵਾਈਡ ਦਾ ਹੋ ਜਾਊਗਾ, ਮਤਲਬ 4.5। ਸੋ A plus B plus C ਮਿਲ ਕੇ ਇੱਕ ਦਿਨ ਚ ਕਿੰਨਾ ਕੰਮ ਕਰਦੇ ਨੇ 4.5 ਯੂਨਿਟ ਕਰਦੇ ਨੇ ਠੀਕ ਹੈ। ਹੁਣ ਅਸੀਂ ਪਤਾ ਕਿਹਦਾ ਕਰਨਾ ਹੈ, A ਦਾ ਪਤਾ ਕਰਨਾ ਹੈ, ਅਸੀਂ A ਦਾ ਪਤਾ ਕਰਨਾ ਹੈ। ਸੋ ਅਗਰ ਆਪਾਂ A ਦਾ ਪਤਾ ਕਰਨਾ ਤਾਂ ਆਪਾਂ ਉਰੇ B ਤੇ C ਦੀ ਵੈਲਿਊ ਭਰ ਦਿੰਦੇ ਆ, B ਤੇ C ਦੀ ਵੈਲਿਊ 3 ਸੀਗੀ, ਉਰੇ ਆਪਾਂ ਅਗਰ 3 ਭਰ ਗਏ 3 ਉੱਧਰ ਜਾ ਕੇ ਮਾਈਨਸ ਦਾ ਹੋ ਜਾਊਗਾ, ਮਤਲਬ A ਜਿਹੜਾ ਹੈਗਾ A ਇੱਕ ਦਿਨ ਚ ਕਿੰਨਾ ਕੰਮ ਕਰੂਗਾ 4.5 ਚੋਂ 3 ਗਏ 1.5 ਯੂਨਿਟ, A ਇੱਕ ਦਿਨ ਚ 1.5 ਯੂਨਿਟ ਕਰਦਾ ਹੈ। ਜੇ ਉਰੇ B ਦਾ ਪੁੱਛਿਆ ਹੁੰਦਾ ਤਾਂ ਆਪਾਂ A ਤੇ C ਦੀ ਵੈਲਿਊ ਪੁੱਟ ਕਰ ਦਿੰਦੇ, ਜੇ ਉਰੇ C ਦਾ ਪੁੱਛਿਆ ਹੁੰਦਾ ਤਾਂ ਆਪਾਂ A ਤੇ B ਦੀ ਵੈਲਿਊ ਪੁੱਟ ਕਰ ਦਿੰਦੇ। ਸੋ A ਇੱਕ ਦਿਨ ਚ 1.5 ਯੂਨਿਟ ਕੰਮ ਕਰਦਾ ਹੈ, ਟੋਟਲ ਕੰਮ ਹੈ ਕਿੰਨਾ 150, 150 ਕਿੰਨੇ ਦਿਨਾਂ ਚ ਕਰੂਗਾ 120 ਟੋਟਲ ਵਰਕ ਆ, 120 ਕਿੰਨੇ ਦਿਨਾਂ ਚ ਕਰੂਗਾ, 120 ਨੂੰ ਆਪਾਂ 1.5 ਨਾਲ ਕੀ ਕਰ ਦੇਣਾ ਡਿਵਾਈਡ, ਪੁਆਇੰਟ ਕਰਕੇ ਕਿੰਨਾ ਆ ਗਿਆ 10 ਆ ਗਿਆ, ਇਹ ਆ ਜਾਊਗਾ ਜੀ 15 ਦੇ ਟੇਬਲ ਤੇ ਗਿਆ 8 ਤੇ 8 into 10 80, ਮਤਲਬ A ਜਿਹੜਾ ਹੈਗਾ 120 ਯੂਨਿਟ ਕੰਮ 80 ਦਿਨਾਂ ਚ ਕਰੂਗਾ। ਨੈਕਸਟ ਹੈਗਾ ਕਿ ਇੱਕ ਪੋਜ਼ਿਟਿਵ ਨੰਬਰ ਆ, ਕਹਿੰਦੇ ਇੱਕ ਪੋਜ਼ਿਟਿਵ n ਆ ਠੀਕ ਹੈ, ਇੱਕ ਨੰਬਰ n ਆ is divided by 5 ਠੀਕ ਹੈ, ਇੱਕ ਨੰਬਰ n ਆ ਜੇ ਉਹਨੂੰ ਆਪਾਂ ਡਿਵਾਈਡ ਕਰਦੇ ਆ 5 ਨਾਲ, ਮੰਨ ਲਓ ਕੋਸ਼ੈਂਟ ਕਿੰਨਾ ਆਉਂਦਾ Q ਤੇ ਰਿਮਾਈਂਡਰ ਕਿੰਨਾ ਆਉਂਦਾ 1 ਠੀਕ ਹੈ। ਸੋ ਹੁਣ ਉਹ ਪੁੱਛ ਰਹੇ ਨੇ ਕਹਿੰਦਾ which of the number below yield a remainder 0,
ਕਹਿੰਦਾ when divided by 5 ਇਹਨਾਂ ਦੇ ਵਿੱਚੋਂ ਕਿਹੜਾ ਨੰਬਰ ਆ ਜਿਹੜਾ ਕਿ ਕਿੰਨਾ ਰਿਮਾਈਂਡਰ ਦਊਗਾ ਜਿਹੜਾ ਕਿ 0 ਰਿਮਾਈਂਡਰ ਦਊਗਾ ਜਦੋਂ ਆਪਾਂ ਉਹਨੂੰ 5 ਨਾਲ ਡਿਵਾਈਡ ਕਰਾਂਗੇ। ਸੋ ਪਹਿਲਾ ਹੈਗਾ ਆਪਣੇ ਕੋਲ ਪਹਿਲਾ ਹੈਗਾ n-2 ਹੁਣ ਅਗਰ ਆਪਣੇ ਕੋਲ n-2 ਆਪਾਂ ਇੱਥੇ n ਦੀ ਵੈਲਿਊ ਭਰ ਸਕਦੇ ਹਾਂ। n ਦੀ ਵੈਲਿਊ ਕਿੰਨੀ ਹੈ 5q + 1 ਇਹ ਆਪਣੇ ਕੋਲ n ਦੀ ਵੈਲਿਊ ਆਈ ਆ ਠੀਕ ਹੈ -2 ਉਰੇ ਦੇਖੋ ਮੈਂ ਫਾਰਮੂਲਾ ਲਾਇਆ ਕਿਹੜਾ ਫਾਰਮੂਲਾ ਲਾਇਆ ਉਹ ਵੀ ਯਾਦ ਰੱਖ ਲਓ dividend is equal to divisor into quotient plus remainder डिविडेंड मतलब ਜਿਹਨੂੰ ਡਿਵਾਈਡ ਕਰਨਾ ਹੈ ਡਿਵਾਈਡ ਕਿਹਨੂੰ ਕਰਨਾ ਹੈ n ਨੂੰ ਕਿਹਦੇ ਨਾਲ ਕਰਨਾ ਹੈ 5 ਨਾਲ ਕਿਉਂ ਆਪਣਾ ਕੁਐਸਚਨ ਆਇਆ ਹੈ ਰਿਮਾਈਂਡਰ ਉਹਨਾਂ ਨੇ ਕਿਹਾ 1 ਆਇਆ ਹੁਣ ਉਹ ਕਹਿੰਦੇ ਵੀ ਜੇ ਆਪਾਂ 5 ਨੂੰ ਡਿਵਾਈਡ ਕਰੀਏ n-2 ਨਾਲ ਮੈਂ ਪਹਿਲੀ ਆਪਸ਼ਨ ਚੈੱਕ ਕੀਤੀ ਮੈਂ ਇੱਥੇ n ਦੀ ਜਗ੍ਹਾ ਤੇ ਜਿਹੜੀ ਆਪਣੇ ਕੋਲ ਆ ਉਰੇ n ਦੀ ਵੈਲਿਊ ਆ ਮੈਂ ਭਰਤੀ n ਦੀ ਵੈਲਿਊ ਕਿੰਨੀ ਹੈ 5q + 1 -2 ਤੇ ਜੇ ਆਪਾਂ ਇਹਨੂੰ ਮਾਈਨਸ ਕਰੀਏ ਇਹ ਆ ਜਾਊਗਾ 5q प्लस माइनस 1 ਚ 2 ਗਏ -1 ਆ ਗਿਆ ਠੀਕ ਹੈ 5q -1 ਆ ਗਿਆ ਕੀ ਇਹ 5 ਨਾਲ ਡਿਵਾਈਡ ਹੋ ਜਾਊਗਾ ਬਿਲਕੁਲ ਵੀ ਨਹੀਂ ਹੋਊਗਾ ਨਹੀਂ ਹੋਣਾ ਡਿਵਾਈਡ ਕਿਉਂਕਿ ਇੱਧਰ ਵਾਲੇ 5 ਨਾਲ ਤਾਂ ਹੋ ਜਾਊਗਾ ਬਟ ਇੱਥੇ ਇੱਕ ਰਿਮਾਈਂਡਰ ਬਚ ਜਾਊਗਾ ਦੂਜੀ ਆਪਸ਼ਨ ਲੈਣੇ ਆ ਦੂਜੀ ਆਪਸ਼ਨ ਹੈਗੀ n+4 ਹੁਣ n ਦੀ ਵੈਲਿਊ ਆਪਾਂ ਭਰਦੇ ਆ 5q + 1 + 4 ਠੀਕ ਹੈ ਇਹ ਆ ਜਾਊਗਾ ਆਪਣੇ ਕੋਲ 5q 4 ਤੇ 1 ਪਲੱਸ ਕਿਤੇ 5 ਆ ਗਿਆ ਹੁਣ ਦੇਖੋ ਜੇ ਆਪਾਂ ਇਹਨਾਂ ਦੋਨੋਂ ਚੋਂ 5 ਕਾਮਨ ਕੱਢ ਦਈਏ ਅੰਦਰ ਰਹਿ ਜਾਊਗਾ q + 1 ਤੇ ਜੇ ਆਪਾਂ ਇਹਨੂੰ 5 ਨਾਲ ਡਿਵਾਈਡ ਕਰੀਏ ਤਾਂ ਇਹ ਪੂਰਾ 5 ਨਾਲ ਡਿਵਾਈਡ ਹੋ ਜਾਊਗਾ ਕਿਉਂਕਿ 5 ਨਾਲ 5 ਹੋ ਜਾਣਾ ਕੈਂਸਲ ਪੂਰਾ 5 ਨਾਲ ਡਿਵਾਈਡ ਹੋ ਜਾਊਗਾ ਤਾਂ ਹੀ ਇਹਦਾ ਆਨਸਰ ਕਿੰਨਾ ਹੈ n+4 ਤਾਂ ਤੁਸੀਂ n ਦੀ ਜਗ੍ਹਾ ਤੇ ਉਹਦੀ ਵੈਲਿਊ ਪੁੱਟ ਕਰਕੇ ਦੇਖ ਲੈਣੀ ਆ ਵੀ ਕਿਹੜੀ ਵੈਲਿਊ ਭਰੇ ਤੇ ਉਹ 5 ਨਾਲ ਪੂਰਾ ਡਿਵਾਈਡ ਹੋ ਰਿਹਾ ਸੋ ਸੈਕਿੰਡ ਆਪਸ਼ਨ ਇਹਦਾ ਕਰੈਕਟ ਆਨਸਰ ਹੈ ਨੈਕਸਟ ਹੈ ਕਹਿੰਦਾ think of the largest 6-digit number formed by using 3 different digits check the number that's obtained is divisible by which number greater than 1 and smaller than 10 ਠੀਕ ਹੈ ਸੋ ਆਪਾਂ ਨੇ ਇੱਕ ਪਹਿਲਾਂ ਤਾਂ 6 digit ਦਾ ਸਭ ਤੋਂ ਲਾਰਜੈਸਟ ਨੰਬਰ ਕਿਹੜਾ ਹੋਊਗਾ ਸਭ ਤੋਂ ਲਾਰਜੈਸਟ ਨੰਬਰ ਜਿਹੜਾ ਹੋਊਗਾ ਉਹ ਇਹ ਹੋਊਗਾ ਠੀਕ ਹੈ ਬਟ ਉਹ ਕਹਿੰਦੇ ਵੀ ਆਪਾਂ 3 ਡਿਫਰੈਂਟ ਡਿਜਿਟਸ ਵੀ ਯੂਜ਼ ਕਰਨੀ ਹੈ ਇਹਦੇ ਵਿੱਚ ਤਾਂ ਕਿੱਦਾਂ ਕਰਾਂਗੇ ਇਹ ਮੂਰੇ ਵਾਲੇ ਨੂੰ ਤਾਂ ਹੀ ਰਹਿਣ ਦਿਓ ਪਿਛਲੀ ਵਾਲੀਆਂ ਜਿਹੜੀਆਂ ਡਿਜਿਟਸ ਨੇ ਉਹਨਾਂ ਨੂੰ ਡਿਫਰੈਂਟ ਕਰ ਦਿਓ ਠੀਕ ਹੈ ਪਿਛਲੇ ਵਾਲੀਆਂ ਜਿਹੜੀਆਂ ਡਿਜਿਟਸ ਨੇ ਉਹਨਾਂ ਨੂੰ ਤੁਸੀਂ ਕੀ ਕਰ ਦਿਓ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਹੈ ਉਹਨਾਂ ਨੂੰ ਤੁਸੀਂ ਅੱਡ ਕਰ ਦਿਓ ਉਹਨਾਂ ਨੂੰ ਤੁਸੀਂ ਅੱਡ ਲੈ ਲਓ ਠੀਕ ਹੈ ਸੋ ਆਪਾਂ ਕੀ ਕਰ ਸਕਦੇ ਹਾਂ ਇਹਨੂੰ ਅੱਡ ਕਿਵੇਂ ਲਵਾਂਗੇ ਇਹ 'ਚ ਆਪਾਂ ਇੱਕ 9 ਲੈ ਲੈਂਦੇ ਹਾਂ ਇੱਕ 8 ਲੈ ਲੈਂਦੇ ਹਾਂ ਇੱਕ 7 ਲੈ ਲੈਂਦੇ ਹਾਂ ਹਰੇਕ ਨੂੰ ਆਪਾਂ ਨੇ ਇੱਕ ਘਟਾਤਾ ਇਹਨੂੰ 9 ਲੈ ਲਿਆ ਇਹਨੂੰ 8 ਲੈ ਲਿਆ ਇਹਨੂੰ 7 ਲੈ ਲਿਆ ਠੀਕ ਹੈ 3 ਡਿਫਰੈਂਟ ਡਿਜਿਟਸ ਯੂਜ਼ ਕਰ ਲਈਆਂ ਆਪਾਂ ਨੇ ਹੁਣ ਆਪਾਂ ਇਹ ਦੇਖਣਾ ਕਿ ਜਿਹੜਾ ਇਹ 999987 ਇਹਨਾਂ ਸਾਰਿਆਂ ਚੋਂ ਕਿਹਦੇ ਨਾਲ ਡਿਵੀਜ਼ੀਬਲ ਆ ਪਹਿਲਾ ਹੈਗਾ 5 ਨਾਲ ਤਾਂ ਡਿਵੀਜ਼ੀਬਲ ਹੋ ਹੀ ਨਹੀਂ ਸਕਦਾ ਪਿੱਛੇ 7 ਆ 2 ਨਾਲ ਵੀ ਡਿਵੀਜ਼ੀਬਲ ਨਹੀਂ ਹੋ ਸਕਦਾ ਕਿਉਂਕਿ ਪਿੱਛੇ 7 ਆ ਰਹਿ ਗਈਆਂ ਦੋ ਆਪਸ਼ਨਾਂ ਤੁਸੀਂ 3 ਨਾਲ ਚੈੱਕ ਕਰ ਲਓ 3 ਨਾਲ ਚੈੱਕ ਕਰਨ ਦਾ ਸਿੰਪਲ ਤਰੀਕਾ ਸਾਰੀਆਂ ਡਿਜਿਟਸ ਨੂੰ ਪਲੱਸ ਕਰ ਲਓ ਇਹ ਆ ਜਾਊਗਾ 9 9 9 9 18 27 36 36 + 15 36 ਤੇ 15 ਕਿੰਨੇ ਹੋ ਗਏ 36 + 15 ਆਈ ਥਿੰਕ 51 ਹੋ ਜਾਊਗਾ ਜੋ ਕਿ 3 ਦੇ ਟੇਬਲ ਤੇ ਜਾਂਦਾ ਹੈ ਬਿਲਕੁਲ ਸੋ ਇਟ ਮੀਨਸ ਇਹ ਨੰਬਰ ਵੀ 3 ਦੇ ਟੇਬਲ ਤੇ ਪੂਰਾ ਜਾ ਰਿਹਾ ਹੈ ਸੋ ਆਨਸਰ ਆ ਜਾਊਗਾ 3 ਨੈਕਸਟ ਹੈਗਾ ਤੁਹਾਡੇ ਕੋਲ ਕੋਨ ਦੀ ਸਲੈਂਟ ਹਾਈਟ ਦਿੱਤੀ ਹੋਈ ਆ ਤੁਹਾਡੇ ਕੋਲ ਰੇਡੀਅਸ ਦਿੱਤਾ ਹੋਇਆ ਹੈ ਤੁਸੀਂ ਉਹਦਾ ਕੀ ਕਰਨਾ ਹੈ ਵੋਲਿਊਮ ਕੱਢਣਾ ਹੈ ਸੋ ਪਹਿਲਾਂ ਵੋਲਿਊਮ ਕੱਢਣ ਲਈ ਸਾਨੂੰ ਹਾਈਟ ਚਾਹੀਦੀ ਆ ਸਲੈਂਟ ਹਾਈਟ ਦਿੱਤੀ ਹੋਈ ਆ ਬਟ ਆਪਾਂ ਨੂੰ ਹਾਈਟ ਚਾਹੀਦੀ ਆ ਸੋ ਹਾਈਟ ਕੱਢਣ ਦਾ ਫਾਰਮੂਲਾ ਹੁੰਦਾ ਹੈ h² = l² - r²। ਸੋ ਹਾਈਟ ਕਿੰਨੀ ਹੈ ਆਪਣੇ ਕੋਲ ਆਪਾਂ ਨੂੰ ਪਤਾ ਨਹੀਂ ਸਲੈਂਟ ਹਾਈਟ ਕਿੰਨੀ ਦਿੱਤੀ ਹੋਈ ਹੈ 25 ਦਾ ਮਤਲਬ 625 ਆ ਗਿਆ 25 ਦੀ ਸਕੁਅਰ 625 ਇੱਧਰ ਆ ਗਿਆ 49 ਇਹ ਆ ਜਾਊਗਾ 576 576 ਕਿਹਦਾ ਅੰਡਰ ਰੂਟ ਹੁੰਦਾ ਹੈ 24 ਦਾ ਕਿਉਂਕਿ ਸਕੁਅਰ ਉਧਰ ਦਾ ਕਿ ਅੰਡਰ ਰੂਟ ਬਣੂਗਾ ਮਤਲਬ ਹਾਈਟ ਸਾਡੇ ਕੋਲ ਆ ਗਈ 24 ਹਾਈਟ 24 ਆ ਗਈ ਹੁਣ ਆਪਾਂ ਕੱਢਣਾ ਵੋਲਿਊਮ ਦਾ ਫਾਰਮੂਲਾ ਕੀ ਹੁੰਦਾ ਹੈ 1/3 πr²h 1/3 πr²h ਇਹ ਸਾਡੇ ਕੋਲ ਕੀ ਹੁੰਦਾ ਹੈ ਵੋਲਿਊਮ ਦਾ ਫਾਰਮੂਲਾ ਹੁੰਦਾ ਹੈ ਇਹ ਚ ਵੈਲਿਊ ਪੁੱਟ ਕਰ ਦੋ 1/3 ਪਾਈ ਦੀ ਵੈਲਿਊ 22/7 ਆ ਜੂਗੀ ਰੇਡੀਅਸ ਤੁਹਾਡੇ ਕੋਲ ਕਿੰਨਾ ਹੈ 7 ਹੈ 7 into 7 ਕਿੰਨਾ 7 into 7 ਆ ਜਾਊਗਾ ਹਾਈਟ ਕਿੰਨੀ ਆਈ ਹੈ 24 ਠੀਕ ਹੈ ਸੋ ਇਹ ਕਟਿੰਗ ਹੋ ਗਈ 7 ਨਾਲ 7 ਕੱਟਿਆ ਗਿਆ 3 ਦੇ ਨਾਲ 24 ਕੱਟਿਆ ਗਿਆ 8 ਤੇ ਇਹਨਾਂ ਨੂੰ ਮਲਟੀਪਲਾਈ ਕਰ ਦੋ 8 7 50 ਤੇ ਦੁਨੀ 12 ਜਿਹਦੇ ਸਾਰਿਆਂ ਦੇ ਪਿੱਛੇ ਹੀ 2 ਆ ਰਿਹਾ ਵੈਸੇ ਤਾਂ ਤੁਸੀਂ ਮਲਟੀਪਲਾਈ ਕਰਕੇ ਦੇਖ ਲਿਓ 1232 ਆਨਸਰ ਆ ਜਾਊਗਾ ਤੁਹਾਡਾ ਨੈਕਸਟ ਹੈ ਕਹਿੰਦਾ ਜਿਹੜਾ ਇੱਕ ਹੋਟਲ ਆ hotel bill for a number of person for overnight stay is 8700 ਕਹਿੰਦਾ ਜੇ ਆਪਾਂ ਇੱਕ ਰਾਤ ਰਹਿੰਦੇ ਆ ਤਾਂ 8700 ਰੁਪਏ ਬਿੱਲ ਲੈਂਦਾ ਹੈ ਕੁਝ ਪਰਸਨਸ ਦਾ ਇੱਕ ਹੋਟਲ ਠੀਕ ਹੈ ਆਪਾਂ ਨੂੰ ਪਰਸਨ ਨਹੀਂ ਪਤਾ ਕਿੰਨੇ ਪਰਸਨ ਨੇ ਤੇ ਕਹਿੰਦਾ ਜੇ 6 ਪਰਸਨ ਵੱਜ ਜਾਣ ਠੀਕ ਹੈ
ਤੇ ਉਹ ਕੁਛ ਐਕਸਟਰਾ ਵੀ ਨਹੀਂ ਪੇ ਕਰ ਰਹੇ, ਮਤਲਬ ਪਹਿਲਾਂ ਵੀ 8700 ਦੇ ਰਹੇ ਸੀ, ਹੁਣ ਵੀ 8700 ਦੇ ਰਹੇ ਨੇ, ਠੀਕ ਹੈ। ਸੋ ਆਪਾਂ ਕਹਿੰਦਾ ਜਿਹੜੀ ਆਪਣੇ ਕੋਲ ਈਚ ਪਰਸਨ ਜਿਹੜਾ ਇੱਕ ਪਰਸਨ ਨੂੰ ਜਿਹੜਾ ਪੈਸਾ ਮਿਲਣਾ ਸੀਗਾ, ਇੱਕ ਪਰਸਨ ਦੇ ਹਿੱਸੇ ਜਿਹੜੇ ਪੈਸੇ ਆਣੇ ਸੀ ਉਹ 725 ਘਟ ਜਾਂਦੇ ਨੇ, ਠੀਕ ਹੈ। ਕਿੰਨੇ ਘਟ ਜਾਂਦੇ ਨੇ? 725 ਘਟ ਜਾਂਦੇ ਨੇ। ਦੇਖੋ ਜੇ ਆਪਾਂ ਇਸ ਕੁਐਸਚਨ ਨੂੰ ਕਰਦੇ ਹਾਂ ਬੇਸਿਕਸ ਨਾਲ ਤਾਂ ਇਹ ਇੱਕ ਬਹੁਤ ਹੀ ਲੰਬਾ ਕੁਐਸਚਨ ਬਣੂਗਾ, ਕੁਆਡਰੇਟਿਕ ਇਕੁਏਸ਼ਨ ਬਣ ਜੂਗੀ ਇਹਦੇ ਵਿੱਚ, ਸੋ ਆਪਾਂ ਉਹ ਕਰਨਾ ਨਹੀਂ ਹੈਗਾ। ਕੁਆਡਰੇਟਿਕ ਇਕੁਏਸ਼ਨ ਤੇ ਤਾਂ ਆਪਾਂ ਜਾਣਾ ਹੀ ਨਹੀਂ ਹੈਗਾ, ਕਿਉਂਕਿ ਕੁਆਡਰੇਟਿਕ ਇਕੁਏਸ਼ਨ ਬਹੁਤ ਲੰਬਾ ਹੋ ਜਾਊਗਾ। ਸੋ ਆਪਾਂ ਨੇ ਕੀ ਕਰ ਲਿਆ, ਆਪਾਂ ਆਪਸ਼ਨ ਨਾਲ ਚੈੱਕ ਕਰ ਲਿਆ। ਦੇਖੋ ਪਹਿਲਾਂ ਕੀ ਸੀਗਾ, 8700 ਰੁਪਇਆ ਡਿਵਾਈਡ ਹੋ ਰਿਹਾ ਸੀ ਕੁਝ ਪਰਸਨਸ ਦੇ ਵਿੱਚ, ਆਪਾਂ ਨੂੰ ਨਹੀਂ ਪਤਾ ਕਿੰਨੇ ਪਰਸਨਸ ਨੇ, ਤਾਂ 8700 ਆਪਾਂ ਮੰਨ ਲਿਆ। ਉਹਨਾਂ ਨੇ ਓਰੀਜਨਲ ਪਰਸਨ ਪੁੱਛਿਆ ਨਾ ਕਿੰਨੇ ਸੀਗੇ ਬਿਗਨਿੰਗ ਦੇ ਵਿੱਚ, ਤਾਂ ਮੈਂ ਮੰਨ ਲਿਆ ਕਿ ਪਹਿਲਾਂ ਅਗਰ ਆਪਾਂ ਦੇਖੀਏ ਕਿ ਜਿਹੜੇ ਓਰੀਜਨਲ ਪਰਸਨ ਆ ਉਹ 7 ਸੀਗੇ, ਠੀਕ ਹੈ। 7 ਸੀ, ਕੀ 7 8700 ਦੇ ਟੇਬਲ ਤੇ ਜਾਂਦਾ ਹੈ? ਨਹੀਂ ਜਾਂਦਾ। 8 8700 ਦੇ ਟੇਬਲ ਤੇ ਜਾਂਦਾ ਹੈ? ਨਹੀਂ ਜਾਂਦਾ। 10 ਜਿਹੜਾ ਹੈਗਾ ਇਹ ਚੱਲ ਜੂਗਾ 8700 ਦੇ ਟੇਬਲ ਤੇ, ਠੀਕ ਹੈ, ਕਿਉਂਕਿ ਇਹ 870 ਆ ਜਾਊਗਾ। ਤੇ ਜੇ ਆਪਾਂ 10 ਨੂੰ ਲੈ ਕੇ ਚੱਲਦੇ ਹਾਂ, ਜੇ ਆਪਾਂ 10 ਨੂੰ ਲੈ ਕੇ ਚੱਲਦੇ ਹਾਂ, ਮਤਲਬ ਪਹਿਲਾਂ ਇੱਕ ਬੰਦੇ ਨੂੰ, ਜੇ ਆਪਾਂ ਮੰਨ ਲਿਆ ਕਿ ਪਹਿਲਾਂ 10 ਬੰਦੇ ਸੀਗੇ, ਅਗਰ ਪਹਿਲਾਂ 10 ਬੰਦੇ ਸੀਗੇ, ਇਟ ਮੀਨਸ ਪਹਿਲਾਂ ਇੱਕ ਬੰਦੇ ਨੂੰ ਕਿੰਨੇ ਪੈਸੇ ਮਿਲ ਰਹੇ ਸੀਗੇ? 870 ਰੁਪਏ, ਮਤਲਬ ਹਰੇਕ ਜਿਹੜਾ ਬੰਦਾ ਏ ਉਹਨੇ 870 ਰੁਪਏ ਦੇਣੇ ਸੀਗੇ ਹੋਟਲ ਦਾ ਕਿਰਾਇਆ, ਜੇ 10 ਬੰਦੇ ਲੈ ਕੇ ਚੱਲਦੇ ਹਾਂ ਆਪਾਂ। ਤੇ ਹੁਣ ਉਹ ਕਹਿੰਦੇ 6 ਬੰਦੇ ਵੱਧ ਗਏ, ਜੇ 6 ਬੰਦੇ ਵੱਧ ਗਏ, 8700 ਨੂੰ ਆਪਾਂ 16 ਨਾਲ ਡਿਵਾਈਡ ਕਰਾਂਗੇ। ਹੁਣ ਜਿਹੜਾ 16 ਬੰਦਿਆਂ ਦੇ ਵਿੱਚ ਇਹ ਜਿਹੜੀ ਕਾਊਂਟਰੀ ਆ ਡਿਵਾਈਡ ਹੋਊਗੀ, ਹੁਣ 16 ਬੰਦੇ ਹੋ ਗਏ, ਸੋ ਜੇ ਆਪਾਂ 16 ਨੂੰ ਇਹਨਾਂ ਡਿਵਾਈਡ ਕਰੀਏ, ਇਹ ਜਾਊਗਾ 16 5 80, ਪਿੱਛੇ ਰਹਿ ਗਿਆ 70, ਸੋ ਇਹ ਵੀ 16 ਦੇ ਨਾਲ ਇਹ ਪ੍ਰੋਪਰ ਡਿਵਾਈਡ ਨਹੀਂ ਹੋਣਾ ਹੈਗਾ। ਸੋ ਇੱਥੇ ਹੀ ਕੁਐਸਚਨ ਹੋ ਗਿਆ ਜੀ ਖਤਮ ਆਪਣਾ। ਹੁਣ ਆਪਾਂ ਲੈ ਕੇ ਚੱਲਦੇ ਹਾਂ 6, ਹੁਣ ਆਪਾਂ 6 ਲੈ ਕੇ ਚੱਲਦੇ ਹਾਂ, 8700 ਨੂੰ ਆਪਾਂ ਡਿਵਾਈਡ ਕਰਦੇ ਹਾਂ 6 ਨਾਲ। ਸੋ ਪਹਿਲਾਂ 8700 ਨੂੰ ਅਗਰ ਆਪਾਂ 6 ਨਾਲ ਡਿਵਾਈਡ ਕਰੀਏ ਤਾਂ ਪਰ ਪਰਸਨ ਕਿੰਨੇ ਪੈਸੇ ਮਿਲਣੇ ਸੀਗੇ? ਇਹ ਜਾਊਗਾ ਜੀ 6 ਏਕਮ 6, 6 ਚੌਕਾ 24, 6 5 ਦੀ, ਪਰ ਪਰਸਨ 1450 ਰੁਪਏ ਪੈਣੇ ਸੀਗੇ। ਹੁਣ ਉਹ ਕਹਿੰਦੇ 6 ਪਰਸਨ ਹੋਰ ਵੱਧ ਗਏ, ਮਤਲਬ 12 ਜਾਣੇ ਹੋ ਗਏ। ਹੁਣ 12 ਜਾਣੇ ਹੋ ਗਏ, ਜੇ ਆਪਾਂ 12 ਜਾਣਿਆਂ ਨੂੰ ਦੇਖੀਏ ਕਿੰਨਾ ਹੋਊਗਾ? 12 ਜਾਣਿਆਂ ਦਾ ਪਹਿਲਾਂ 1450 ਆ ਰਿਹਾ ਸੀਗਾ, ਹੁਣ 12 ਜਾਣਿਆਂ ਦਾ ਦੇਖੀਏ ਕਿੰਨਾ ਆ ਰਿਹਾ ਹੈ? 725 ਆਊਗਾ, ਹਨਾ, ਕਿਉਂਕਿ ਪਰਸਨ ਡਬਲ ਹੋ ਗਏ, ਪਹਿਲਾਂ 6 ਸੀਗੇ, ਹੁਣ 6 ਹੋਰ ਵੱਧ ਗਏ, ਮਤਲਬ 12 ਹੋ ਗਏ, ਤਾਂ ਹੁਣ ਹਰ ਇੱਕ ਪਰਸਨ ਨੂੰ 725 ਆਊਗਾ, ਠੀਕ ਹੈ। ਸੋ ਪਹਿਲਾਂ 1450 ਰੁਪਏ ਦੇ ਰਿਹਾ ਸੀਗਾ ਹਰ ਇੱਕ ਪਰਸਨ, ਹੁਣ ਉਹ 725 ਦੇ ਰਿਹਾ। ਇਟ ਮੀਨਸ ਰਿਡਿਊਸ ਵੀ ਕਿੰਨਾ ਹੋਇਆ? 1450 ਚੋਂ ਜੇ ਆਪਾਂ 725 ਘਟਾਈਏ, ਰਿਡਿਊਸ ਵੀ 725 ਰੁਪਏ ਹੀ ਹੋਏ ਹੈ। ਤਾਂ ਉਹੀ ਉਹਨਾਂ ਨੇ ਕੁਐਸਚਨ 'ਚ ਕਿਹਾ ਹੈ ਕਿ ਹੁਣ ਹਰ ਇੱਕ ਬੰਦੇ ਦੇ 725 ਰੁਪਏ ਘਟ ਗਏ, ਮਤਲਬ ਕਿਤੇ ਹਰ ਇੱਕ ਬੰਦਾ ਪਹਿਲਾਂ 1450 ਦੇ ਰਿਹਾ ਸੀਗਾ, ਹੁਣ 725 ਦੇ ਰਿਹਾ, ਮਤਲਬ ਹਾਫ ਪੈਸੇ ਦੇ ਰਿਹਾ ਹੈ, ਮਤਲਬ 725 ਰੁਪਏ ਉਹਦੇ ਘਟ ਗਏ। ਸੋ ਇਹਦਾ ਆਂਸਰ ਕੀ ਆ ਜਾਊਗਾ? ਆਪਸ਼ਨ ਨੰਬਰ 6 ਆ ਜਾਊਗਾ, ਠੀਕ ਹੈ। 4th ਆਪਸ਼ਨ ਆ ਗਿਆ, ਮਤਲਬ 6 ਆਂਸਰ ਆ ਗਿਆ। ਨੈਕਸਟ ਹੈਗਾ, ਕਹਿੰਦਾ ਰੋਹਨ ਨੇ ਇੱਕ ਬਾਈਸਾਈਕਲ ਖਰੀਦਿਆ 1200 ਰੁਪਏ ਦਾ, ਠੀਕ ਹੈ, ਐਂਡ ਉਹਨੂੰ 8% ਦਾ ਲਾਸ ਹੋਇਆ, ਤੇ ਜੇ ਕਹਿੰਦਾ ਉਹਨੂੰ 10% ਦਾ ਗੇਨ ਹੁੰਦਾ ਤਾਂ ਉਹ ਕਿੰਨੇ ਦੀ ਬਾਈਸਾਈਕਲ ਵੇਚਦਾ? ਸੇਮ ਇਹ ਦਾ ਕੁਐਸਚਨ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਆਪਾਂ ਮੰਨ ਲਿਆ ਕਿ ਉਹ ਬਾਈਸਾਈਕਲ 100 ਰੁਪਏ ਦੀ ਸੀਗੀ, 8 ਰੁਪਏ ਦਾ ਲਾਸ ਹੋਇਆ, ਮਤਲਬ ਉਹ ਉਹਨੂੰ ਪਈ 92 ਰੁਪਏ ਦੀ। 92 ਰੁਪਏ ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਆ 1200, 92 ਰੁਪਏ ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ? 1200, ਇੱਕ ਦੀ ਵੈਲਿਊ ਕਿੰਨੀ ਹੋ ਜੂਗੀ? 1200 ਬਟਾ 92, ਇਹ ਜਾਊਗਾ 4 ਦੇ ਟੇਬਲ ਤੇ, 4 ਤੀਏ 12, ਇਹ ਜਾਊਗਾ 300 ਤੇ ਬਟਾ 23, 300 ਬਟਾ 23 ਤੇ ਜਾਊਗਾ, 4 ਦੂਣੀ 8, 23 ਤੇ 300 ਬਟਾ 23, ਇਹ ਆਪਣੇ ਕੋਲ ਇੱਕ ਦੀ ਵੈਲਿਊ ਆ ਗਈ। ਹੁਣ ਉਹ ਕਹਿੰਦੇ ਵੀ ਜੇ ਉਹਨੂੰ 10% ਗੇਨ ਹੁੰਦਾ, 10% ਗੇਨ ਮਤਲਬ 100 ਦੀ ਚੀਜ਼ ਉਹ 110 ਦੀ ਵੇਚਦਾ, ਤਾਂ ਆਪਾਂ ਹੁਣ ਆਪਾਂ ਕੱਢਣੀ ਕਿਹਦੀ ਵੈਲਿਊ ਹੈ? 110 ਦੀ ਵੈਲਿਊ ਕੱਢਣੀ ਹੈ। ਸੋ ਅਗਰ ਇੱਕ ਦੀ ਵੈਲਿਊ 300 ਬਟਾ 23 ਆ, ਤਾਂ 110 ਦੀ ਕਿਵੇਂ ਕੱਢਾਂਗੇ? 110 ਨਾਲ ਮਲਟੀਪਲਾਈ ਕਰਕੇ। ਸੋ ਇਹਨੂੰ ਆਪਾਂ 300 ਬਟਾ 23 ਨੂੰ 110 ਨਾਲ ਕੀ ਕਰਾਂਗੇ? ਮਲਟੀਪਲਾਈ ਕਰਾਂਗੇ। ਸੋ ਇਹ ਤੁਸੀਂ ਮਲਟੀਪਲਾਈ ਕਰਕੇ ਦੇਖ ਲਿਓ, ਤੁਹਾਡਾ ਆਂਸਰ ਆ ਜਾਊਗਾ। 300 ਨੂੰ 110 ਨਾਲ ਮਲਟੀਪਲਾਈ ਕਰਕੇ 23 ਨਾਲ ਡਿਵਾਈਡ ਕਰ ਲਿਓ, ਤੁਹਾਡਾ ਜਿਹੜਾ ਫਸਟ ਆਪਸ਼ਨ ਹੈ ਤੁਹਾਡਾ ਆਂਸਰ ਆ ਜਾਊਗਾ। ਨੈਕਸਟ ਇਹ ਕਹਿੰਦਾ 12 ਨੰਬਰਾਂ ਦੀ ਐਵਰੇਜ 16 ਹੈ, ਠੀਕ ਹੈ। ਟੋਟਲ ਆਪਣੇ ਕੋਲ 12 ਨੰਬਰ ਹੈ, 12 ਨੰਬਰਾਂ ਦੀ ਐਵਰੇਜ ਕਿੰਨੀ ਹੈ? 16 ਹੈ, ਮਤਲਬ ਇਹਦਾ ਸਮ ਕਿੰਨਾ ਹੋ ਜਾਊਗਾ? ਸਮ ਕਿਵੇਂ ਕੱਢਦੇ ਹੁੰਦੇ ਆਪਾਂ? ਸਮ ਕੱਢਦੇ ਹੁੰਦੇ ਆ ਜਿੰਨੇ ਨੰਬਰ ਹੈ ਤੇ ਜਿੰਨੀ ਐਵਰੇਜ ਹੈ ਉਹਨੂੰ ਮਲਟੀਪਲਾਈ ਕਰਕੇ, ਠੀਕ ਹੈ। ਸੋ ਹੁਣ ਆਪਾਂ ਕੀ ਕਰਾਂਗੇ? 16 ਨੂੰ ਕੀ ਕਰਾਂਗੇ? 16 ਨੂੰ ਆਪਾਂ 12 ਨਾਲ ਮਲਟੀਪਲਾਈ ਕਰਾਂਗੇ, 16 ਨੂੰ 12 ਨਾਲ ਮਲਟੀਪਲਾਈ ਕਰਕੇ ਆ ਜਾਊਗਾ ਆਪਣੇ ਕੋਲ 192। ਸੋ ਇੱਥੇ ਕੀ ਆ ਗਿਆ ਆਪਣੇ ਕੋਲ? 192 ਆ ਗਿਆ, ਠੀਕ ਹੈ। ਇਹਨੂੰ ਆਪਾਂ S1 ਮੰਨ ਲਿਆ। ਉਸ ਤੋਂ ਬਾਅਦ ਆਪਾਂ ਸਮ ਕੱਢਾਂਗੇ ਦੂਜਿਆਂ ਦਾ। ਉਹ ਕਹਿੰਦੇ ਵੀ ਫਸਟ 2 ਨੰਬਰ ਦੀ ਐਵਰੇਜ 14 ਹੈ, ਤਾਂ ਇਹਦਾ ਸਮ ਕਿੰਨਾ ਆ ਜਾਊਗਾ? 14 ਦੂਣੀ, ਕਿਉਂਕਿ 2 ਨੰਬਰ ਨੇ, ਸੋ ਸਮ ਕਿਵੇਂ ਕੱਢਦੇ ਹੁੰਦੇ ਆ? 2 ਨੰਬਰ ਨੇ, ਐਵਰੇਜ ਕਿੰਨੀ ਆ? 14, ਸੋ ਸਮ ਕਿੰਨਾ ਆ ਗਿਆ? 28। ਸੋ ਸਮ ਦਾ ਡਿਫਰੈਂਸ ਕਿੰਨੇ ਦਾ ਆ ਰਿਹਾ ਹੈ? ਸਮ ਦਾ ਡਿਫਰੈਂਸ ਕਿੰਨੇ ਦਾ ਆ ਰਿਹਾ ਹੈ? ਸਮ ਦਾ ਡਿਫਰੈਂਸ ਆ ਗਿਆ 164 ਦਾ। ਸੋ ਆਪਾਂ ਉਹਨਾਂ ਨੇ ਕੀ ਪੁੱਛਿਆ? ਕਹਿੰਦੇ ਕੈਲਕੂਲੇਟ ਦਾ ਐਵਰੇਜ ਆਫ ਰਿਮੇਨਿੰਗ ਨੰਬਰ। ਇਹ ਆਪਣੇ ਕੋਲ ਟੋਟਲ 12 ਨੰਬਰਾਂ ਦੀ ਸੀਗੀ, ਇਹ 2 ਨੰਬਰਾਂ ਦੀ ਸੀਗੀ, ਠੀਕ ਹੈ। ਦੋਨੋਂ ਦਾ ਡਿਫਰੈਂਸ ਕੱਢਿਆ 164 ਆ ਗਿਆ।
ਹੁਣ ਆਪਾਂ ਇਹ 164 ਜਿਹੜਾ ਸਮ ਆਇਆ ਹੈ, ਇਹ ਕਿਹਦਾ ਆਇਆ ਹੈ? ਇਹ ਜਿਹੜੇ ਬਾਕੀ ਦੇ ਨੰਬਰ ਬਚ ਗਏ, ਕਿੰਨੇ ਨੰਬਰ ਬਚ ਗਏ ਪਿੱਛੇ? ਪਹਿਲਾਂ 12 ਦਾ ਹੈ, ਫਿਰ 2 ਦਾ, ਪਿੱਛੇ 10 ਨੰਬਰ ਬਚ ਗਏ। ਮਤਲਬ ਜਿਹੜਾ ਇਹ ਸਮ ਆਇਆ ਆਪਣੇ ਕੋਲ, ਇਹ ਜਿਹੜੇ 10 ਨੰਬਰ ਰਹਿ ਗਏ ਉਹਨਾਂ ਦਾ ਸਮ ਆਇਆ ਸਾਡੇ ਕੋਲ। ਤੇ ਇਹਦੀ ਐਵਰੇਜ ਕਿਵੇਂ ਕੱਢਾਂਗੇ? ਇਹਨੂੰ 10 ਨਾਲ ਡਿਵਾਈਡ ਕਰਕੇ। ਸੋ ਆਂਸਰ ਕਿੰਨਾ ਆ ਜਾਊਗਾ ਆਪਣੇ ਕੋਲ? ਇਹ ਆਪਣੇ ਕੋਲ ਬਟਿਆਂ 'ਚ ਆਂਸਰ ਦਿੱਤਾ ਹੋਇਆ ਹੈ, तो ये आंसर आ जाएगा 82/5। तो आंसर क्या आ गया जी? सेकंड ऑप्शन आंसर आ गया। तो गाइस इट्स ऑल ओवर, ठीक है। होप सो ਤੁਹਾਨੂੰ ਸਾਰੇ ਕੁਐਸਚਨ ਪਸੰਦ ਆਏ ਹੋਣਗੇ, ਵਧੀਆ ਲੱਗੇ ਹੋਣਗੇ, ਸਮਝ ਆ ਗਏ ਹੋਣਗੇ। ਅਗਰ ਨਹੀਂ ਸਮਝ ਆਏ ਤੁਸੀਂ ਕਮੈਂਟ ਸੈਕਸ਼ਨ 'ਚ ਦੱਸ ਦਿਓ, ਆਪਾਂ ਤੁਹਾਨੂੰ ਦੁਬਾਰਾ ਰਿਪੀਟ ਕਰਾ ਦਾਂਗੇ, ਠੀਕ ਹੈ। ਸੋ ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ। ਬਾਏ ਬਾਏ, ਟੇਕ ਕੇਅਰ।